ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਤੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਅਸਲੇ ਦੀ ਅਤੇ ਮਸਲੇ ਦੀ। ਸੂਬੇ ਦੇ ਵਿੱਚ ਗੋਲੀਆਂ ਚੱਲਣ ਦੀਆਂ ਘਟਨਾਵਾਂ ਦਾ ਮਸਲਾ ਖੜਾ ਹੋਇਆ ਤਾਂ ਰਡਾਰ ਦੇ ਉੱਤੇ ਆ ਗਿਆ ਅਸਲਾ। ਉਹ ਅਸਲਾ ਜੋ ਲੋਕਾਂ ਨੇ, ਸ਼ਾਇਦ ਤੁਸੀਂ ਵੀ ਲਾਇਸੈਂਸ ਦੇ ਨਾਲ ਰੱਖਿਆ ਹੋਵੇ, ਖਰੀਦਿਆ ਹੋਵੇ, ਤੇ ਰਿਵਿਊ ਕਰਨ ਦੇ ਆਦੇਸ਼ ਜਾਰੀ ਹੁਣ ਕਰ ਦਿੱਤੇ ਗਏ ਨੇ। ਪਰ ਹੁਣ ਸਵਾਲ ਇੱਥੇ ਖੜਾ ਹੋ ਰਿਹਾ ਹੈ ਕਿ ਲਾਇਸੈਂਸੀ ਹਥਿਆਰਾਂ ਦੇ ਨਾਲ सूबे की अमन शांति कोई खतरा है? लाइसेंसी हथियारों नाल मैं जिक्र कर रहा हूं क्योंकि जो घटनावां वापरियां ने उन्हां दे विच ज़्यादातर मौकिਆਂ ਦੇ ਉੱਤੇ ਨਜਾਇਜ਼ ਹਥਿਆਰਾਂ ਦਾ ਹੀ ਇਸਤੇਮਾਲ ਹੋਇਆ। ਤਾਂ ਲਾਇਸੈਂਸੀ ਹਥਿਆਰਾਂ ਤੇ ਸਖਤੀ ਨਾਲ ਇਹਨਾਂ ਘਟਨਾਵਾਂ ਨੂੰ ਰੋਕਿਆ ਜਾ ਸਕੇਗਾ। ਹੁਣ ਨਵੇਂ ਲਾਇਸੈਂਸਾਂ ਤੇ ਵੀ ਸਖਤੀ ਕੀਤੀ ਜਾ ਰਹੀ ਹੈ। ਸਵਾਲ ਇੱਥੇ ਵੀ ਹੈ ਕਿ ਪਹਿਲਾਂ ਦੀਆਂ ਸਰਕਾਰਾਂ ਦੇ ਸਮੇਂ ਕਿ ਲਾਇਸੈਂਸ ਵੰਡਣ ਦੇ ਸਮੇਂ ਨਿਯਮਾਂ ਦੀ ਸਖਤੀ ਨਾਲ ਪਾਲਣਾ ਨਹੀਂ ਹੋਈ। ਨਜਾਇਜ਼ ਹਥਿਆਰਾਂ ਨੂੰ ਲੈ ਕੇ ਵੀ ਸਵਾਲ ਪੁੱਛਣਾ ਬਣਦਾ ਹੈ ਕਿ ਇਹਨਾਂ ਦੀ ਐਂਟਰੀ, ਨਜਾਇਜ਼ ਹਥਿਆਰਾਂ ਦੀ ਐਂਟਰੀ ਪੰਜਾਬ 'ਚ ਨਾ ਹੋਵੇ। ਇਸ ਦੇ ਲਈ ਪੁਲਿਸ ਦੇ ਕੋਲ, ਪ੍ਰਸ਼ਾਸਨ ਦੇ ਕੋਲ, ਸਰਕਾਰ ਦੇ ਕੋਲ ਕੀ ਪਲਾਨ ਹੈ? ਖੈਰ, ਅੱਜ ਚਰਚਾ ਹੋਵੇਗੀ ਪ੍ਰਾਈਮ ਟਾਈਮ ਦੇ ਵਿੱਚ ਅਸਲੇ ਬਨਾਮ ਮਸਲੇ ਦੀ। पंजाब की पछाण कल्चर नाल तां हो सकती है, पर गन कल्चर दे नाल नहीं। शायद यह सुनेहा है जो पंजाब सरकार सूबे के लोगों नूं अते सूबे तो बाहर भी देना चाह रही है। इसे करके मुख्यमंत्री ने हथियारों की नजायज नुमाइश से नत्थ पाउण दा जिहड़ा सुनेहा दिता, उसनूं अगे वधाया सूबे के पुलिस मुखी ने। डीजीपी गौरव यादव ने स्पष्ट कर दिता कि लक्ष्मण रेखा खिंच दी गई है। बंदूकां दा, हथियारां दा बेलोड़ा प्रदर्शन बर्दाश्त नहीं होगा। 3 महीने ਲਈ ਬਕਾਇਦਾ ਮੁਹਿੰਮ ਆਰੰਭ ਦਿੱਤੀ ਗਈ ਹੈ। ਜਿਹੜੇ ਅਸਲੇ ਨਜਾਇਜ਼ ਇਸ਼ੂ ਹੋਏ ਹੈ ਉਹਨਾਂ ਨੂੰ ਕੈਂਸਲ ਕੀਤਾ ਜਾਊਗਾ। ਇਹ 3 ਮਹੀਨੇ ਦੇ ਵਿੱਚ ਇਸ ਡਰਾਈਵ ਨੂੰ ਮੁਕੰਮਲ ਕੀਤਾ ਜਾਏਗਾ, ਕੰਪਲੀਟ ਕੀਤਾ ਜਾਏਗਾ। ਇਸ ਦੇ ਨਾਲ ਹੀ ਨਾਲ ਹੇਟ ਸਪੀਚਾਂ ਦੇ ਵਿੱਚ ਜਿੱਥੇ ਵੀ ਕਿਤੇ ਹੇਟ ਕ੍ਰਾਈਮ, ਕਿਸੇ ਕਮਿਊਨਿਟੀ ਦੇ ਖਿਲਾਫ ਕੋਈ ਗੱਲ ਕਹੀ ਗਈ ਹੈ, FIR ਦਰਜ ਕੀਤੀ ਜਾਣਗੀ, ਸਖਤ ਲੀਗਲ ਐਕਸ਼ਨ ਲਿਆ ਜਾਊਗਾ। ਗਲੋਰੀਫਿਕੇਸ਼ਨ ਆਫ ਵੈਪਨਸ whether in songs or in social media has been banned by the Punjab government ਤੇ ਇਸ ਦੇ ਲਈ ਵੀ ਲੀਗਲ ਐਕਸ਼ਨ ਲਿਆ ਜਾਊਗਾ। ਹੁਕਮ ਸਰਕਾਰ ਵੱਲੋਂ ਹੋਇਆ ਤੇ ਲਾਗੂ ਵੀ ਕਰ ਦਿੱਤਾ ਗਿਆ। ਸੋਸ਼ਲ ਮੀਡੀਆ ਤੇ ਹਥਿਆਰਾਂ ਦੀ ਨੁਮਾਇਸ਼ ਕਰਨ ਵਾਲੇ 6 ਲੋਕਾਂ ਦੇ ਖਿਲਾਫ ਪਟਿਆਲਾ ਵਿੱਚ ਮਾਮਲਾ ਦਰਜ ਕੀਤਾ ਗਿਆ। ਖੁਦ ਐਸਐਸਪੀ ਵਰੁਣ ਸ਼ਰਮਾ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ। ਕਿਸੇ ਵੀ ਪ੍ਰਕਾਰ ਦੇ ਵੈਪਨ ਨਾਲ, ਲਾਇਸੈਂਸ ਵੈਪਨ ਨਾਲ ਕੋਈ ਵੀ ਫੋਟੋ, ਆਡੀਓ, ਵੀਡੀਓ ਕਿਸੇ ਤਰੀਕੇ ਦੀ ਵੀ ਸੋਸ਼ਲ ਮੀਡੀਆ ਤੇ ਨਾ ਡਿਸਪਲੇ ਕੀਤੀ ਜਾਵੇ। ਬਿਕੋਜ਼ ਪਟਿਆਲਾ ਪੁਲਿਸ ਫਰੋਮ ਨਾਓ ਔਨਵਰਡਸ ਇੱਕ ਜ਼ੀਰੋ ਟੋਲਰੈਂਸ ਪਾਲਿਸੀ ਅਖਤਿਆਰ ਕਰੂਗੀ ਅਗੇਂਸਟ ਦੀ ਡਿਸਪਲੇ ਆਫ ਵੈਪਨਸ ਔਨ ਸੋਸ਼ਲ ਮੀਡੀਆ। ਇਸ ਦੇ ਮੁਤਲਕ ਅਸੀਂ ਇੱਕ ਅਨਲਾਇਸੈਂਸਡ 32 ਬੋਰ ਦਾ ਰਿਵਾਲਵਰ ਵੀ ਰਿਕਵਰ ਕੀਤਾ ਹੈ। ਇੱਕ 12 ਬੋਰ ਦੀ ਗਨ ਹੈਗੀ ਹੈ। ਕੁੱਲ ਮਿਲਾ ਕੇ ਹਥਿਆਰਾਂ ਦੀ ਨੁਮਾਇਸ਼ ਨੂੰ ਸਰਕਾਰ ਹੁਣ ਬੰਦ ਕਰਾਉਣ ਵੱਲ ਤੁਰ ਪਈ ਹੈ। ਗੀਤ ਸੰਗੀਤ ਦੀ ਦੁਨੀਆ ਤੋਂ ਆਮ ਜ਼ਿੰਦਗੀ ਤੱਕ ਹਰ ਥਾਂ ਤੋਂ ਹਥਿਆਰਾਂ ਦੀ ਨੁਮਾਇਸ਼ ਤੇ ਬੈਨ ਦਾ ਐਲਾਨ ਹੋ ਚੁੱਕਿਆ ਹੈ। ਪਰ ਵੱਡਾ ਸਵਾਲ ਇਹ ਹੈ ਕਿ ਇਸ ਹਥਿਆਰਾਂ ਦੇ ਸ਼ੋਅ ਆਫ ਵਾਲੇ ਗਨ ਕਲਚਰ ਨੂੰ ਪੰਜਾਬ ਦਾ ਕਲਚਰ ਸਮਝ ਕੇ ਬੈਠੇ ਲੋਕਾਂ ਦੇ ਜ਼ਿਹਨ ਵਿੱਚ ਕਦੋਂ ਇਹ ਤਸਵੀਰ ਸਾਫ਼ ਹੋਵੇਗੀ। ਪਟਿਆਲਾ ਤੋਂ ਮਨੋਜ ਸ਼ਰਮਾ ਤੇ ਬਠਿੰਡਾ ਤੋਂ ਸੂਰਜ ਪਾਨ ਦੇ ਨਾਲ ਚੰਡੀਗੜ੍ਹ ਤੋਂ ਮਨੋਜ ਰਾਠੀ ਦੀ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਅੱਜ ਗਨ ਕਲਚਰ ਦੇ ਉੱਤੇ ਹੀ ਗੱਲ ਕਰਾਂਗੇ। ਇਹ ਗੱਲ ਹੁਣ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਪੰਜਾਬ ਦੇ ਵਿੱਚ ਪਿਛਲੇ ਕੁਝ ਸਮੇਂ ਦੇ ਵਿੱਚ ਘਟਨਾਵਾਂ ਵਾਪਰੀਆਂ ਨੇ ਤੇ ਸਵਾਲ ਖੜੇ ਹੋ ਰਹੇ ਨੇ ਕਿ ਗਨ ਦੀ ਜ਼ਰੂਰਤ ਕਿਉਂ ਹੈ, ਤੇ ਜੇਕਰ ਜਿਨ੍ਹਾਂ ਦੇ ਕੋਲ ਗਨ ਹੈ ਤਾਂ ਫਿਰ ਉਸ ਦੇ ਉੱਤੇ ਇੱਕ ਕੁਐਸਚਨ ਮਾਰਕ ਕਿਉਂ ਇਸ ਸਮੇਂ ਨਜ਼ਰ ਆ ਰਿਹਾ। ਬਹੁਤ ਸਾਰੇ ਲੋਕਾਂ ਦੇ ਕੋਲ ਹਥਿਆਰ ਨੇ ਔਰ ਲੋਕ ਨੁਮਾਇਸ਼ ਕਰਦੇ ਹੋਏ ਨਜ਼ਰ ਆ ਰਹੇ ਨੇ। ਇਸ ਸਮੇਂ ਸਭ ਤੋਂ ਵੱਡੀ ਦਿੱਕਤ ਨਜ਼ਰ ਆਉਂਦੀ ਹੈ ਕਿ ਕੋਈ ਵਿਆਹ ਦੇ ਵਿੱਚ ਖੜ ਕੇ ਫਾਇਰ ਕਰਨ ਲੱਗ ਜਾਂਦਾ ਹੈ ਜਾਂ ਕੋਈ ਫੋਟੋਆਂ ਪਾਉਣੀਆਂ ਸ਼ੁਰੂ ਕਰ ਦਿੰਦਾ ਹੈ। ਕੁਝ ਬੱਚਿਆਂ ਦੀਆਂ ਫੋਟੋਆਂ ਆ ਗਈਆਂ ਜੋ ਆਪਣੇ ਗਨ ਦੇ ਨਾਲ, ਸ਼ਾਇਦ ਉਹਨਾਂ ਦੇ ਪੇਰੈਂਟਸ ਜਾਂ ਫਿਰ ਪਰਿਵਾਰ ਦੇ ਵਿੱਚੋਂ ਕਿਸੇ ਦਾ ਅਸਲਾ ਹੋਏਗਾ, ਉਸ ਦੇ ਨਾਲ ਰੀਲਸ ਬਣਾ ਕੇ ਪਾਣੀਆਂ ਸ਼ੁਰੂ ਕਰ ਦਿੱਤੀਆਂ। ਤੇ ਬਹੁਤ ਕੋਈ ਸੁਖਾਵੀਆਂ ਘਟਨਾ ਤਾਂ ਜਾਂ ਫਿਰ ਤਸਵੀਰਾਂ ਤਾਂ ਨਹੀਂ ਨੇ। ਅੱਜ ਇਸ ਦੇ ਉੱਤੇ ਹੀ ਗੱਲਬਾਤ ਹੋਏਗੀ। ਮੈਂ ਸ਼ੁਰੂਆਤ ਕਰਦਾ ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਵਾਵਾਂਗੇ ਅੱਜ ਦੇ ਮਹਿਮਾਨਾਂ ਦੇ ਨਾਲ ਜੋ ਅੱਜ ਸਾਡੇ ਨਾਲ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ ਜੁੜ ਰਹੇ ਨੇ। ਸਾਡੇ ਨਾਲ ਜਗਤਾਰ ਸਿੰਘ ਸੰਘੇੜਾ ਜੀ ਜੁੜ ਰਹੇ ਨੇ, ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਸੰਘੇੜਾ ਸਾਹਿਬ ਬਹੁਤ ਬਹੁਤ ਸਵਾਗਤ ਹੈ। ਅਰਸ਼ਪ੍ਰੀਤ ਖੜਿਆਲ ਜੀ ਜੁੜ ਰਹੇ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਖੜਿਆਲ ਸਾਹਿਬ ਬਹੁਤ ਬਹੁਤ ਸਵਾਗਤ ਹੈ। RPS ਮੈਣੀ ਜੀ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਤੇ ਇਸ ਦੇ ਨਾਲ ਹੀ ਸਾਡੇ ਨਾਲ ਕੁਲਸ਼ਿੰਦਰ ਸਿੰਘ ਜੀ ਜੁੜ ਰਹੇ ਨੇ, ਸਾਬਕਾ SSP ਨੇ। ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਊਜ਼ 18 ਪੰਜਾਬ ਦੇ ਉੱਤੇ। ਮੈਂ ਸ਼ੁਰੂਆਤ ਕਰਦਾ ਸੰਘੇੜਾ ਸਾਹਿਬ ਤੁਹਾਡੇ ਤੋਂ।
ਦੇਖੋ ਸਖਤੀ ਹੋ ਰਹੀ ਹੈ, ਸਖਤੀ ਕਰ ਰਹੇ ਹਾਂ, ਪੁਲਿਸ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ, ਸਰਕਾਰ ਦੀਆਂ ਬਹੁਤ ਸਾਰੀਆਂ ਸਟੇਟਮੈਂਟਸ ਆਈਆਂ ਨੇ, ਪਰ ਸਵਾਲ ਮੈਂ ਸ਼ੁਰੂਆਤ ਕਰੂੰਗਾ ਲਾਇਸੈਂਸੀ ਹਥਿਆਰਾਂ ਦੇ ਨਾਲ, ਉਸ ਤੋਂ ਬਾਅਦ ਨਜਾਇਜ਼ ਹਥਿਆਰਾਂ ਵਾਲੇ ਪਾਸੇ ਜਾਵਾਂਗੇ। ਪਹਿਲਾ ਕੁਐਸਚਨ ਇਹੀ ਹੈ ਕਿ ਲਾਇਸੈਂਸੀ ਹਥਿਆਰਾਂ ਦਾ ਰਿਵਿਊ ਕਰਨ ਵਾਲਾ ਪੂਰਾ ਮਕਸਦ ਕੀ ਹੈ? ਗੌਰਵ ਜੀ, ਪਿਛਲੇ ਸਮੇਂ ਦੇ ਵਿੱਚ ਕਾਫੀ ਵਾਰਦਾਤਾਂ ਜਿਹੜੀਆਂ ਆ ਸ਼ੁਰੂ ਤੋਂ ਹੀ ਲਾਇਸੈਂਸੀ ਹਥਿਆਰਾਂ ਨਾਲ ਵੀ ਹੋਈਆਂ ਆ, ਤੇ ਲਾਇਸੈਂਸੀ ਹਥਿਆਰਾਂ ਦਾ ਸ਼ੋਅ ਆਫ ਜਾਂ ਉਹਨਾਂ ਦੀ ਬਿਨਾਂ ਵਜ੍ਹਾ ਵਰਤੋਂ, ਚਾਹੇ ਉਹ ਫੁਕਰੀ ਮਾਰਨ ਵਾਸਤੇ ਹੋਵੇ, ਚਾਹੇ ਜਸ਼ਨ ਮਨਾਉਣ ਵਾਸਤੇ ਹੋਵੇ, ਚਾਹੇ ਖੁਸ਼ੀ ਦੇ ਮੌਕੇ ਤੇ ਹੋਵੇ, ਉਹਦੇ ਨਾਲ ਵੀ ਮੌਤਾਂ ਹੋਈਆਂ ਆ, ਉੱਥੇ ਲੜਾਈਆਂ ਵੀ ਹੋਈਆਂ, ਉਹਦੇ ਨਾਲ ਬਹੁਤ ਜ਼ਿਆਦਾ ਗੱਲਾਂ ਵਧੀਆਂ ਹੈਗੀਆਂ ਜੀ। ਔਰ ਇਹ ਵੀ ਸਸਪੈਕਟਡ ਆ ਕਿ ਲਾਇਸੈਂਸੀ ਹਥਿਆਰਾਂ ਦੇ ਨਾਲ ਹੀ ਦੂਸਰੇ ਹਥਿਆਰਾਂ 'ਚ ਵੀ ਪਰਦਾ ਰਹਿ ਜਾਂਦਾ ਹੈ। ਕਿਸੇ ਦੀ ਚੈਕਿੰਗ ਹੁੰਦੀ ਹੈ, ਜੋ ਲਾਇਸੈਂਸੀ ਹਥਿਆਰ ਦਿਖਾਉਂਦਾ ਹੈ, ਲਾਇਸੈਂਸ ਦਿਖਾਉਂਦਾ ਹੈ, ਇਟ ਲੁਕਸ ਲਾਈਕ ਦੈਟ ਹੀ ਔਰ ਸ਼ੀ ਇਜ਼ ਅ ਜੈਂਟਲ ਪਰਸਨ। ਸੋ ਇਹ ਸਾਰੀਆਂ ਗੱਲਾਂ ਨੂੰ ਨਾਲੇ ਹੁਣ ਜਿੰਨਾ ਇਹ ਕ੍ਰਾਈਮ ਵੱਧ ਗਿਆ ਆ, ਉਹਦੇ ਵਿੱਚ ਜਦੋਂ ਹਰ ਪਾਸੇ ਹੀ ਸਖਤੀ ਕੀਤੀ ਜਾਵੇਗੀ, ਇੱਕ ਮੈਸੇਜ ਜਾਂਦਾ ਆ। ਜਿਸ ਤਰ੍ਹਾਂ ਡੈਮੋਨਸਟ੍ਰੇਸ਼ਨ ਤੇ ਵੀ ਪਾਬੰਦੀ ਲਾਈ ਆ, ਵਿਆਹਾਂ ਤੇ ਫਾਇਰ ਕਰਨ ਦੇ ਸੀ ਉਹ ਵੀ ਪਾਬੰਦੀ ਲਾਈ ਆ। ਪਿਛਲੇ ਸਮੇਂ 'ਚ ਤੁਸੀਂ ਦੇਖਿਆ ਇੰਨਾ ਇਹ ਕਲਚਰ ਵੱਧ ਗਿਆ ਕਿ ਇੱਕ ਪੁਲਿਸ ਕਰਮੀ ਵੀ ਫਾਇਰ ਕਰ ਰਿਹਾ ਸੀਗਾ। ਚੰਗੇ ਚੰਗੇ ਜਿਹੜੇ ਮਤਲਬ ਜਿਨ੍ਹਾਂ ਤੋਂ ਐਕਸਪੈਕਟ ਨਹੀਂ ਕੀਤਾ ਜਾਂਦਾ ਕੋਈ ਇਸ ਤਰ੍ਹਾਂ ਦੀ ਗੱਲਾਂ ਕਰਨਗੇ। ਔਰ ਬੀਤੇ ਸਮੇਂ ਵਿੱਚ ਗਾਇਕ ਵੀ ਹੋਰ ਵੀ ਕਾਫੀ ਮੌਤਾਂ ਹੋਈਆਂ ਆ ਸੋਸ਼ਲ ਫੰਕਸ਼ਨ ਦੇ ਵਿੱਚ, ਜਿੱਥੇ ਕੋਈ ਕ੍ਰਾਈਮ ਕਰਨ ਦਾ ਕੋਈ ਵਜ੍ਹਾ ਨਹੀਂ ਸੀ ਬਣਦੀ, ਪਰ ਸ਼ਰਾਬ ਪੀਤੀ ਹੋਈ ਹੈ, ਨਸ਼ੇ 'ਚ ਹੈਗੇ ਨੇ, ਉੱਥੇ ਫਾਇਰ ਕਰ ਰਹੇ ਨੇ, ਉਸ ਤੋਂ ਬਾਅਦ ਜਾਂ ਲੜਾਈ ਹੋ ਗਈ ਜਾਂ ਵੈਸੇ ਹੀ ਗੁੱਸੇ 'ਚ ਆ ਕੇ ਗੋਲੀ ਚਲਾ ਦਿੱਤੀ। ਸੋ ਇਹ ਜਿਹੜਾ ਲਾਇਸੈਂਸੀ ਹਥਿਆਰਾਂ ਤੇ ਜਿਹੜਾ ਆਪਣਾ ਸ਼ਿਕੰਜਾ ਕੱਸਣ ਦਾ ਪਰਪਸ ਇਹੀ ਆ। ਮੈਂ ਇੱਕ ਥੋੜੀ ਜਿਹੀ ਗੱਲ ਹੋਰ ਕਹਿਣੀ ਚਾਹਾਂਗਾ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਦੇ ਵੇਲੇ ਸਭ ਤੋਂ ਵੱਧ ਲਾਇਸੈਂਸੀ ਹਥਿਆਰ ਜਿਹੜੇ ਆ ਉਹ ਜ਼ਿਲ੍ਹਾ ਜਥੇਦਾਰਾਂ ਦੀਆਂ ਹਦਾਇਤਾਂ ਤੇ ਦਿੱਤੇ ਗਏ ਆ, ਜਿਹਦੇ ਵਿੱਚੋਂ ਕਾਫੀ ਜਿਹੜੇ ਆ ਜਸਟ ਸਿਫਾਰਿਸ਼ ਲਈ, ਕਿਉਂਕਿ ਉਸ ਵੇਲੇ ਡੀਐਸਪੀ ਨਹੀਂ ਸੀ ਸਬ ਡਿਵੀਜ਼ਨ ਨੂੰ ਕੰਟਰੋਲ ਕਰਦਾ, ਉਸ ਵੇਲੇ ਜ਼ਿਲ੍ਹਾ ਜਥੇਦਾਰ ਤੇ ਉਹਦੇ ਥੱਲੇ ਐਸਐਚਓ ਤੇ ਡੀਐਸਪੀ ਜਿਹੜੇ ਆ ਕੰਮ ਕਰਦੇ ਸੀ। ਕਾਂਗਰਸ ਵੇਲੇ ਵੀ ਕਾਫੀ ਸਿਫਾਰਿਸ਼ਾਂ ਨਾਲ ਹਥਿਆਰ ਦਿੱਤੇ ਗਏ ਆ, ਜਦਕਿ ਪ੍ਰੋਪਰ ਮੈਰਿਟ ਤੇ ਦਿੱਤੇ ਜਾਣ ਤਾਂ ਵੱਖਰੀ ਗੱਲ ਆ। ਇੱਕ ਉਦਾਹਰਣ ਮੈਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਦੇ ਵੇਲੇ ਦੀ ਵੀ ਕਹੂੰਗਾ, ਕਿਉਂਕਿ ਇਹ ਲੋਕ ਕਹਿੰਦੇ ਨੇ ਕਿ ਲਾਇਸੈਂਸੀ ਹਥਿਆਰਾਂ ਨਾਲ ਤਾਂ ਕ੍ਰਾਈਮ ਹੁੰਦਾ ਹੀ ਨਹੀਂ। ਇੱਕ ਥਾਣੇਦਾਰ ਦੀ ਬੇਟੀ ਨੂੰ ਕੋਈ ਜ਼ਿਲ੍ਹਾ ਜਥੇਦਾਰ ਤੰਗ ਕਰ ਰਿਹਾ ਸੀਗਾ, ਜਦੋਂ ਥਾਣੇ ਵਾਲਿਆਂ ਨੇ ਕਾਰਵਾਈ ਨਾ ਕੀਤੀ ਤਾਂ ਉਹ ਉਸ ਜਗ੍ਹਾ ਤੇ ਪਹੁੰਚਿਆ ਤਾਂ ਉਸ ਜ਼ਿਲ੍ਹਾ ਜਥੇਦਾਰ ਨੇ ਆਪਣੇ ਲਾਇਸੈਂਸੀ ਹਥਿਆਰ ਨਾਲ ਉਸ ਥਾਣੇਦਾਰ ਤੇ ਗੋਲੀ ਚਲਾਈ। ਉਹ ਸੜਕ ਦੇ ਕੰਢੇ ਤੜਫ ਰਿਹਾ ਸੀ, ਘਰ ਇਮੀਡੀਏਟਲੀ ਆਪਣੇ ਘਰ ਗਿਆ, ਦੂਜੀ ਬੰਦੂਕ ਚੱਕ ਕੇ ਲੈ ਕੇ ਆਇਆ, ਉਹਦੇ ਨਾਲ ਉਹਦੇ ਗੋਲੀਆਂ ਮਾਰੀਆਂ, ਉਹਦੇ ਉੱਪਰ ਉਹਨੇ ਡਾਂਸ ਕੀਤਾ ਟੂ ਮੇਕ ਸ਼ੋਰ ਵੀ ਇਹ ਮਰ ਜਾਵੇ ਚੰਗੀ ਤਰ੍ਹਾਂ। ਸੋ ਇਸ ਦੀਆਂ ਘਟਨਾਵਾਂ ਇੱਕ ਨਹੀਂ ਹੈ, ਹੋਰ ਕਈ ਇਸ ਤਰ੍ਹਾਂ ਦੀਆਂ ਘਟਨਾਵਾਂ ਹੈਗੀਆਂ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਕਿਸੇ ਵੀ ਸਮੇਂ ਹੋ ਸਕਦੀਆਂ ਨੇ। ਤੁਸੀਂ ਰਿਲੇਟ ਕਰ ਰਹੇ ਹੋ ਕਿ ਜਿਹੜੇ ਹਥਿਆਰ ਵੰਡ ਦਿੱਤੇ ਗਏ ਆ, ਲਾਇਸੈਂਸ ਵੰਡ ਦਿੱਤੇ ਗਏ, ਉਸ ਦੇ ਉੱਤੇ ਚੈੱਕ ਐਂਡ ਬੈਲੈਂਸ ਨਹੀਂ ਸੀਗੀ, ਪੂਰੀ ਤਰੀਕੇ ਨਾਲ ਰਿਵਿਊ ਜਾਂ ਫਿਰ ਸਖਤੀ ਨਾਲ ਨਿਯਮਾਂ ਦੀ ਪਾਲਣਾ ਨਹੀਂ ਹੋਈ ਸਾਬਕਾ ਸਰਕਾਰਾਂ ਸਮੇਂ। ਬਿਲਕੁਲ ਅਸੀਂ ਇਹੀ ਕਹਿ ਰਹੇ ਹਾਂ, ਨਾਲ ਅਸੀਂ ਗਨ ਕਲਚਰ ਨੂੰ ਪ੍ਰਮੋਟ ਹੋਣ ਦੀ ਬਜਾਏ ਉਹਨੂੰ ਡਿਮੋਟ ਕਰਨਾ ਚਾਹੁੰਦੇ ਆ, ਅਸੀਂ ਰਿਵਰਸ ਕਰਨਾ ਚਾਹੁੰਦੇ ਆ। ਜਿਹੜਾ ਫੈਸ਼ਨ ਬਣਾਈ ਜਾਂਦੇ ਆ ਯੰਗਸਟਰਸ ਦੇ ਵਿੱਚ ਜਾਂ ਹੋਰ ਜਿਹੜਾ ਉਸ ਵੇਲੇ ਪਿਛਲੇ 15 ਕੁ ਸਾਲ ਦੇ ਵਿੱਚ ਜਿਹੜਾ ਇੰਨਾ ਜ਼ਿਆਦਾ ਹੋਇਆ ਆ, ਉਹਦੇ ਵਾਸਤੇ ਨੀਤੀ ਵੀ ਜਿਹੜੀ ਅਪਣਾਈ ਗਈ ਆ ਉਹ ਇਹ ਅਪਣਾਈ ਗਈ ਆ ਕਿ ਕਿਸੇ ਨੂੰ ਤੰਗੀ ਨਾ ਹੋਵੇ। 3 ਮਹੀਨੇ ਦਾ ਸਮਾਂ ਰੱਖਿਆ ਗਿਆ, ਰਿਵਿਊ ਕੀਤਾ ਜਾਵੇਗਾ ਜਿਨ੍ਹਾਂ ਦੇ ਠੀਕ ਹੈ। ਚਲੋ ਮੈਂ ਅੱਗੇ ਵਧਦਾ, ਮੈਂ ਇੱਕ ਵਾਰੀ ਇਸੇ ਗੱਲ ਦੇ ਉੱਤੇ ਰਿਐਕਸ਼ਨ ਲੈ ਲਵਾਂ ਕਿਉਂਕਿ ਨਜਾਇਜ਼ ਹਥਿਆਰਾਂ ਵਾਲੇ ਪਾਸੇ ਆਪਾਂ ਜਾਵਾਂਗੇ। ਆਰਪੀਐਸ ਮੈਣੀ ਜੀ, ਅਕਾਲੀ ਦਲ ਦੇ ਸਮੇਂ ਜਿਹੜੇ ਹਥਿਆਰਾਂ ਦੀ ਵੰਡ ਹੋਈ, ਲਾਇਸੈਂਸ ਦਿੱਤੇ ਗਏ, ਉਸ ਦੇ ਵਿੱਚ ਸਿਫਾਰਸ਼ਾਂ ਚੱਲੀਆਂ। ਸਾਡੇ ਨਾਲ ਸਾਬਕਾ ਐਸਐਸਪੀ ਬੈਠੇ ਨੇ, ਮੈਂ ਉਹਨਾਂ ਦਾ ਰੁਖ ਕਰਾਂਗਾ, ਪਰ ਪਹਿਲਾਂ ਆਰਪੀਐਸ ਜੀ ਤੁਹਾਡਾ ਇੱਕ ਕਮੈਂਟ ਜ਼ਰੂਰੀ ਹੈ ਕਿ ਤੁਹਾਡੀ ਸਰਕਾਰ ਦੇ ਸਮੇਂ ਇਲਜ਼ਾਮ ਲਗਾ ਰਹੇ ਨੇ ਕਿ ਹਥਿਆਰਾਂ ਦੀ ਵੰਡ ਬਹੁਤ ਤਰੀਕੇ ਨਾਲ ਨਹੀਂ ਕੀਤੀ ਗਈ ਔਰ ਉਸ ਦਾ ਖਾਮਿਆਜ਼ਾ ਭੁਗਤਣਾ ਪੈ ਰਿਹਾ ਹੈ। ਗੌਰਵ ਜੀ, ਇਸ ਤਰ੍ਹਾਂ ਕਿ ਸੰਘੇੜਾ ਸਾਹਿਬ ਦੀ ਗੱਲ ਦੇ ਨਾਲ ਮੈਂ ਬਿਲਕੁਲ ਮੁਤਫਿਕ ਨਹੀਂ ਆ। ਜਿਹੜੇ ਹਥਿਆਰਾਂ ਦੀ ਜਦੋਂ ਲਾਇਸੈਂਸ ਦਾ ਜਿਹੜਾ ਪ੍ਰੋਸੀਜਰ ਆ ਉਹਨੂੰ ਪ੍ਰਸ਼ਾਸਨ, ਸ਼ਾਸਨ, ਅਫਸਰ, ਬਿਊਰੋਕ੍ਰੇਸੀ ਹੀ ਫੋਲੋ ਕਰਦੀ ਹੈ। ਜਿਹੜੀ ਉਹੀ ਅਫਸਰ ਅੱਜ ਦੀ ਡੇਟ ਦੇ ਵਿੱਚ ਵੀ ਪੰਜਾਬ ਪੁਲਿਸ ਦੇ ਵਿੱਚ ਕੰਮ ਕਰ ਰਹੇ ਆ, ਸਿਵਲ ਪ੍ਰਸ਼ਾਸਨ ਦੇ ਵਿੱਚ ਕੰਮ ਕਰ ਰਹੇ, ਜਿਨ੍ਹਾਂ ਨੇ ਉਦੋਂ ਹਥਿਆਰ ਦਿੱਤੇ ਸੀ। ਹਾਂ, ਹਥਿਆਰ ਦੇ ਜਿਹੜਾ ਲਾਇਸੈਂਸ ਦੇਣ ਵਾਲੇ ਜਿਹੜੀ ਉਹ ਚੀਜ਼ ਨੂੰ ਚੈੱਕ ਕਰਨਾ ਕਿ ਬੰਦਾ ਕਿੰਨੇ ਕੁ ਸੰਜਮ ਦਾ ਮਾਲਕ ਆ, ਕਿੰਨੀ ਕੁ ਅਕਲ ਦਾ ਮਾਲਕ ਆ, ਇਹ ਚੀਜ਼ ਤੇ ਡਿਪੈਂਡ ਕਰਦੀ ਹੈ ਹਥਿਆਰ ਲੈਣ ਵਾਲੇ ਦੇ ਉੱਤੇ। ਉਹਦਾ ਇੱਕ ਸੈੱਟ ਪ੍ਰੋਸੀਜਰ, ਜਿਸ ਪ੍ਰੋਸੀਜਰ ਨੂੰ ਅੱਜ ਦੀ ਡੇਟ ਦੇ ਵਿੱਚ ਵੀ ਜਦੋਂ ਇਹ ਲਾਇਸੈਂਸ ਦੇਣਾ ਸ਼ੁਰੂ ਕਰਨਗੇ ਤੇ ਸੇਮ ਪ੍ਰੋਸੀਜਰ ਨੂੰ ਫੋਲੋ ਕੀਤਾ ਜਾਏਗਾ ਜਿਹੜਾ ਉਸ ਸਮੇਂ ਕੀਤਾ ਜਾਂਦਾ ਸੀ। ਮੈਂ ਇਹ ਗੱਲ ਦੱਸਣਾ ਕਿ ਤੁਸੀਂ ਜਦੋਂ ਅਪਲਾਈ ਕਰਦੇ ਹੋ, ਤੁਸੀਂ ਆਪਣੇ ਥੱਲੇ ਲੋਕਲ ਥਾਣੇ ਤੋਂ ਲੈ ਕੇ ਡੀਐਸਪੀ ਤੋਂ ਲੈ ਕੇ ਫਿਰ ਐਸਐਸਪੀ ਤੋਂ ਫਿਰ ਡੀਸੀ ਜਾਂ ਏਡੀਸੀ ਜਿਹਨੂੰ ਵੀ ਉਹ ਪਾਵਰ ਦਿੱਤੀ ਹੁੰਦੀ ਉਹ ਲਾਇਸੈਂਸ ਇਸ਼ੂ ਕਰਦਾ। ਕੋਈ ਜਥੇਦਾਰ ਜਾਂ ਕਿਸੇ ਪਾਰਟੀ ਦਾ ਪ੍ਰਧਾਨ ਉਹਨੂੰ ਇਸ਼ੂ ਨਹੀਂ ਕਰਦਾ, ਉਹਨੂੰ ਪ੍ਰਸ਼ਾਸਨ ਹੀ
ਕਰਦਾ ਆਇਆ ਤੇ ਅੱਜ ਦੀ ਡੇਟ 'ਚ ਵੀ ਸੇਮ ਹੀ ਪ੍ਰੋਟੋਕੋਲ ਸੇਮ ਹੀ ਪ੍ਰੈਕਟਿਸ ਨੂੰ ਅਪਣਾਇਆ ਜਾ ਰਿਹਾ। ਇਸ ਲਈ ਕਿਸੇ ਸਰਕਾਰ ਦੇ ਟੈਨਿਓਰ ਨੂੰ ਇਸ ਗੱਲ ਲਈ ਜ਼ਿੰਮੇਵਾਰ ਠਹਿਰਾਉਣਾ ਇਹ ਗੱਲ ਚੰਗੀ ਨਹੀਂ ਹੈਗੀ। ਨਹੀਂ, ਫੋਨ ਤਾਂ ਕੰਮ ਕਰਦੇ ਨੇ ਨਾ ਸਰ, ਤੁਹਾਨੂੰ ਨਹੀਂ ਲੱਗਦਾ ਕਿ ਫੋਨ ਕੰਮ ਕਰਦੇ ਨੇ, ਕਿ ਕੰਮ ਨਹੀਂ ਹੋ ਰਿਹਾ ਹੁੰਦਾ ਵੱਡੇ ਅਫਸਰਾਂ ਤੱਕ ਜੇ ਕਿਸੇ ਹੋਰ ਉੱਪਰੋਂ ਵਿਧਾਇਕ ਜਾਂ ਮਿਨਿਸਟਰ ਲੈਵਲ ਦਾ ਫੋਨ ਆਉਂਦਾ ਤਾਂ ਫਿਰ ਉਸ ਦੇ ਨਾਲ ਅਸਰ ਤਾਂ ਉਸ ਦਾ ਅਸਰ ਨਜ਼ਰ ਆਉਂਦਾ ਨਹੀਂ। ਉਹੀ ਕਹਿ ਰਹੇ ਨੇ ਕਿ ਤੁਹਾਡੇ ਸਮੇਂ ਸਿਫਾਰਿਸ਼ਾਂ ਬਹੁਤ ਆਉਂਦੀਆਂ ਸੀ। ਗੌਰਵ ਜੀ ਇਸ ਗੱਲ ਨਾਲ ਮੈਂ ਤੁਹਾਡੀ ਨਾਲ ਮੁਤਫਿਕ ਨਹੀਂ ਹੈਗਾ, ਸਹਿਮਤ ਨਹੀਂ ਹੈ, ਬਿਲਕੁਲ ਨਹੀਂ ਸਹਿਮਤ ਹੈਗਾ ਕਿ ਕਿਸੇ ਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਸੀ ਕਿ ਇੰਨੇ ਹਥਿਆਰਾਂ ਦੇ ਲਾਇਸੈਂਸ ਜਿਹੜੇ ਇਹਨਾਂ ਨੂੰ ਦਿੱਤੇ ਜਾਣ। ਮੈਂ ਜਿਵੇਂ ਪਹਿਲਾਂ ਬੇਨਤੀ ਕੀਤੀ ਹੈ ਕਿ ਉਹਦਾ ਇੱਕ ਸੈੱਟ ਪ੍ਰੈਕਟਿਸ ਆ, ਸੈੱਟ ਇੱਕ ਪ੍ਰੋਟੋਕੋਲ ਕਰਨਾ ਹੀ ਪੈਣਾ। ਨਾ ਤੇ ਥਾਣੇਦਾਰ ਕਿਸੇ ਦੀ ਆਊਟ ਆਫ ਵੇ ਜਾ ਕੇ ਜਿਹੜੀ ਫਾਈਲ ਬਣਾ ਦੇਣੀ ਹੈ, ਤੇ ਨਾ ਉਹਨੂੰ ਡੀਐਸਪੀ ਨੇ ਵੈਰੀਫਾਈ ਕਰਨਾ, ਉਸ ਤੋਂ ਬਾਅਦ ਜ਼ਿਲ੍ਹਾ ਐਸਐਸਪੀ ਨੇ ਉਸ ਚੀਜ਼ ਨੂੰ ਵੈਰੀਫਾਈ ਕਰਕੇ। ਠੀਕ ਹੈ, ਪ੍ਰੋਸੀਜਰ ਵਾਲੀ ਗੱਲ ਹੈ। ਮੈਂ ਜੋ ਜ਼ਿਕਰ ਕਰ ਰਿਹਾ ਨਾ ਮੈਨੀ ਸਾਹਿਬ, ਉਹ ਆਮ ਆਦਮੀ ਪਾਰਟੀ ਇਲਜ਼ਾਮ ਲਗਾ ਰਹੀ ਹੈ। ਸੰਘੇੜਾ ਸਾਹਿਬ ਨੇ ਜ਼ਿਕਰ ਕੀਤਾ ਸੀ, ਇਸ ਕਰਕੇ ਮੈਂ ਸਵਾਲ ਤੁਹਾਨੂੰ ਕੀਤਾ। ਉਹ ਕਹਿ ਰਹੇ ਕਿ ਸਿਫਾਰਿਸ਼ਾਂ ਵਾਲੇ ਫੋਨ ਆਉਂਦੇ ਨੇ, ਸਿਫਾਰਿਸ਼ ਦਾ ਫੋਨ ਆ ਗਿਆ ਤਾਂ ਫਿਰ ਕਿਸੇ ਵੱਡੇ ਅਫਸਰ ਦੇ ਲਈ ਵੀ ਡਿਸਟ੍ਰਿਕਟ ਲੈਵਲ ਦੇ ਉੱਤੇ ਮਨਾ ਕਰਨਾ ਸ਼ਾਇਦ ਮੁਸ਼ਕਿਲ ਹੋ ਜਾਂਦਾ ਹੋਵੇ ਕਿ ਤੁਸੀਂ ਹੇਠਾਂ ਤੋਂ ਫਾਈਲ ਕਲੀਅਰ ਕਰਕੇ ਭੇਜੋ, ਉੱਪਰ ਅਸੀਂ ਆਪਣੇ ਆਪ ਦੇਖ ਲਾਂਗੇ। ਆਮ ਤੌਰ ਤੇ ਐਵੇਂ ਕਿਹਾ ਜਾਂਦਾ। ਗੌਰਵ ਜੀ ਜਦੋਂ ਕੋਈ ਬੰਦਾ ਕਿਸੇ ਚੀਜ਼ ਲਈ ਜਿਸ ਗੱਲ ਲਈ ਉਹਨੂੰ ਜ਼ਿੰਮੇਵਾਰ ਬਣਾਇਆ ਗਿਆ ਹੋਵੇ ਉਹ ਜ਼ਿੰਮੇਵਾਰੀ ਪੂਰੀ ਨਾ ਕਰ ਰਿਹਾ ਹੋਵੇ ਤੇ ਫਿਰ ਉਹ ਰੋਂਦੂ ਨਿਆਣਿਆਂ ਵਾਂਗੂ ਇਸ ਤਰ੍ਹਾਂ ਹੀ ਕਰ ਸਕਦੇ ਆ ਜਿਵੇਂ ਕਿ ਸੰਘੇੜਾ ਸਾਹਿਬ ਕਰ ਰਹੇ ਆ। ਇਹਨਾਂ ਦਾ ਲਾਅ ਐਂਡ ਆਰਡਰ ਨੂੰ ਜਦੋਂ ਇਹ ਨਹੀਂ ਟੈਕਲ ਕਰ ਪਾ ਰਹੇ, ਉਸ ਪ੍ਰਸ਼ਾਸਨ ਨੂੰ ਸਹੀ ਤਰੀਕੇ ਨਾਲ ਨਹੀਂ ਚਲਾ ਪਾ ਰਹੇ, ਤੇ ਫਿਰ ਕਿਸੇ ਨਾ ਕਿਸੇ ਤੇ ਉਹਨਾਂ ਨੇ ਸੁੱਟਣੀ ਆ ਨਾ ਗੱਲ। ਇਸ ਲਈ ਮੈਂ ਜਵਾਬ ਲਵਾਂਗਾ ਇਸ ਦਾ, ਪਹਿਲਾਂ ਇੱਕ ਵਾਰੀ ਖੜਿਆਲ ਸਾਹਿਬ ਦਾ ਰੁਖ ਕਰ ਲਵਾਂ। ਖੜਿਆਲ ਸਾਹਿਬ, ਦੇਖੋ ਕਾਂਗਰਸ ਦੇ ਸਮੇਂ ਵੀ ਜਿਹੜੇ ਨਿਯਮ ਛਿੱਕੇ ਟੰਗ ਕੇ ਹਥਿਆਰ ਦਿੱਤੇ ਗਏ, ਲਾਇਸੈਂਸ ਦਿੱਤੇ ਗਏ। ਮੈਂ ਇਸੇ ਪੁਆਇੰਟ ਦੇ ਉੱਤੇ ਸ਼ੁਰੂਆਤ ਅੱਜ ਕਰ ਰਹੇ ਹਾਂ, ਇੱਥੇ ਤੁਹਾਡਾ ਰਿਐਕਸ਼ਨ, ਫਿਰ ਉਸ ਤੋਂ ਬਾਅਦ ਆਪਾਂ ਅਗਲੇ ਪੁਆਇੰਟ ਤੇ ਵਧਾਂਗੇ। ਖੜਿਆਲ ਸਾਹਿਬ। ਗੌਰਵ ਜੀ, ਕੱਲੇ ਆਮ ਆਦਮੀ ਪਾਰਟੀ ਦੇ ਕਹਿਣ ਨਾਲ ਇਹ ਚੀਜ਼ ਸੱਚ ਨਹੀਂ ਹੋ ਜਾਂਦੀ। ਇਹਨਾਂ ਨੇ ਕੋਈ ਰਿਪੋਰਟ ਦੱਸੀ ਨਹੀਂ, ਕੋਈ ਡੇਟਾ ਕੋਡ ਕੀਤਾ ਨਹੀਂ, ਕੋਈ ਸਟੈਟ ਦੱਸੇ ਨਹੀਂ, ਸਿਰਫ ਇੱਕ ਹਵਾਈ ਐਲੀਗੇਸ਼ਨ ਤਾਂ ਕਿ ਆਪਦੀ ਰਿਸਪੌਂਸਿਬਿਲਿਟੀ ਤੋਂ ਪਿੱਛਾ ਛੁਡਾ ਸਕਣ। ਲੇਕਿਨ ਫੈਕਟ ਕੀ ਹੈ ਗੌਰਵ ਜੀ, ਇਹ ਕਿਉਂ ਲਾਇਸੈਂਸਡ ਵੈਪਨਸ ਨੂੰ ਰਿਵਿਊ ਕਰਨਾ ਚਾਹੁੰਦੇ ਹੈ ਤਾਂ ਕਿ ਜੋ ਲਾਅ ਐਂਡ ਆਰਡਰ ਹੈ, ਜੋ ਵਿਗੜ ਗਿਆ ਹੈ, ਚਰਮਰਾ ਗਿਆ ਹੈ, ਉਹਨੂੰ ਕੰਟਰੋਲ ਕੀਤਾ ਜਾਵੇ, ਇਨਸੀਡੈਂਟਸ ਜਿਹੜੇ ਹੋ ਰਹੇ ਆ ਉਹ ਰੁਕ ਸਕਣ। ਗੌਰਵ ਜੀ, ਇੱਥੇ ਪ੍ਰੈਕਟੀਕੈਲਿਟੀ ਮਿਸਿੰਗ ਹੈ, ਇਹ ਪ੍ਰੈਕਟੀਕਲ ਨਹੀਂ ਹੈ ਕਿਉਂਕਿ ਜ਼ਿਆਦਾਤਰ ਕ੍ਰਾਈਮ, ਜ਼ਿਆਦਾਤਰ ਇਨਸੀਡੈਂਟਸ ਨਜਾਇਜ਼ ਅਸਲੇ ਨਾਲ ਹੁੰਦੇ ਨੇ, ਲਾਇਸੈਂਸਡ ਵੈਪਨ ਨਾਲ ਨਹੀਂ ਹੁੰਦੇ। ਮੈਂ ਪ੍ਰੈਕਟਿਸਿੰਗ ਲਾਇਰ ਹੈ, ਮੈਨੀ ਸਾਹਿਬ ਲਾਇਰ ਨੇ, ਹੋਰ ਲਾਇਰਸ ਨੇ, ਇੱਥੇ ਸਾਬਕਾ ਐਸਐਸਪੀ ਬੈਠੇ ਆ, ਉਹ ਤੁਹਾਨੂੰ ਭਲੀ ਭਾਂਤ ਦੱਸ ਸਕਦੇ ਆ ਕਿ ਜ਼ਿਆਦਾਤਰ ਕ੍ਰਾਈਮਸ ਦੇ ਵਿੱਚ ਮੈਜੋਰਿਟੀ ਨਜਾਇਜ਼ ਅਸਲਾ ਵਰਤਿਆ ਜਾਂਦਾ ਹੈ। ਕਿਉਂਕਿ ਜਦੋਂ ਬੰਦਾ ਲਾਇਸੈਂਸਡ ਵੈਪਨ ਵਰਤਦਾ ਹੈ, ਇੱਕ ਤਾਂ ਈਜ਼ੀ ਟੂ ਟਰੈਕ ਹੋ ਜਾਂਦਾ, ਬੜਾ ਈਜ਼ੀਲੀ ਟਰੈਕ ਹੋ ਜਾਂਦਾ ਹੈ, ਲਾਇਬਿਲਿਟੀ ਉਹਦੀ ਫਿਕਸ ਹੋ ਜਾਂਦੀ ਹੈ, ਉਹ ਕਨੈਕਟ ਹੋ ਜਾਂਦਾ, ਉਹਦੇ ਨਾਲ ਸਜ਼ਾ ਮਿਲਣੀ ਬੜੀ ਸੌਖੀ ਹੁੰਦੀ ਹੈ, ਤੇ ਅੱਜ ਕੱਲ ਮੂਰਖ ਕੋਈ ਵੀ ਨਹੀਂ ਹੈ। ਨਾਲੇ ਮੈਂ ਸਟੈਟਿਸਟਿਕਸ ਦੇ ਬੇਸਿਸ ਤੇ ਗੱਲ ਕਰ ਰਿਹਾ। ਸੰਘੇੜਾ ਸਾਹਿਬ ਦਾ ਸਟੈਂਡ ਪਹਿਲਾਂ ਵੀ ਡਿਬੇਟਸ ਦੇ ਵਿੱਚ ਇਹੀ ਰਿਹਾ, ਆਫੀਸ਼ੀਅਲ ਸਟੈਂਡ ਇਹ ਕਹਿੰਦੇ ਹੁੰਦੇ ਆ ਵੀ 60% ਕ੍ਰਾਈਮ ਲਾਇਸੈਂਸਡ ਵੈਪਨਸ ਨਾ ਹੋ ਰਿਹਾ। ਸੋ ਮੇਰਾ ਸਵਾਲ ਸੰਘੇੜਾ ਸਾਹਿਬ, ਤੁਹਾਨੂੰ ਰਿਵਿਊ ਕਰਨ ਵਾਲਾ ਫੈਸਲਾ, ਇਸ ਦਾ ਮਤਲਬ ਕਾਂਗਰਸ ਨੂੰ ਕੋਈ ਜ਼ਿਆਦਾ ਸੋਲਿਡ ਨਜ਼ਰ ਨਹੀਂ ਆ ਰਿਹਾ। ਪ੍ਰੈਕਟੀਕੈਲਿਟੀ ਨਹੀਂ ਹੈ ਇਹਦੇ ਵਿੱਚ, ਪ੍ਰੋਵੀਜ਼ਨਸ ਆਲਰੇਡੀ ਬਹੁਤ ਹੈ ਲੇਕਿਨ ਇੰਪਲੀਮੈਂਟੇਸ਼ਨ ਦੀ ਦਿੱਕਤ ਹੈ। ਆਮ ਆਦਮੀ ਪਾਰਟੀ ਨਾ ਤਾਂ ਇੰਪਲੀਮੈਂਟੇਸ਼ਨ ਕਰ ਪਾ ਰਹੀ ਹੈ ਤੇ ਨਾ ਹੀ ਅੱਛੀਆਂ ਪ੍ਰੋਵੀਜ਼ਨਸ ਲਿਆ ਪਾ ਰਹੀ ਹੈ। ਤੇ ਮੇਰਾ ਸਵਾਲ ਲੈ ਲਿਓ ਸੰਘੇੜਾ ਸਾਹਿਬ ਤੋਂ, ਜਦੋਂ ਉਹਨਾਂ ਦਾ ਟਾਈਮ ਆਊਗਾ, ਕਿ ਕਿਹੜੀ ਰਿਪੋਰਟ ਦੇ ਆਧਾਰ ਤੇ ਇਹ ਕਹਿੰਦੇ ਵੀ 60% ਕ੍ਰਾਈਮ ਲਾਇਸੈਂਸਡ ਵੈਪਨ ਨਾ ਹੁੰਦਾ ਹੈ, ਉਹ ਰਿਪੋਰਟ ਦਾ ਨਾਮ ਦੱਸ ਦੇਣ, ਮੈਂ ਮਾਫੀ ਮੰਗੂਗਾ ਜਾਂ ਸੰਘੇੜਾ ਸਾਹਿਬ ਆਪਦਾ ਬਿਆਨ ਵਾਪਸ ਲੈ ਲੈਣ। ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਮੈਂ ਇੱਕ ਵਾਰੀ ਮੈਨੂੰ 10 ਸੈਕਿੰਡ ਦਿਓ, ਬਸ 10 ਸੈਕਿੰਡ ਜੀ ਪਲੀਜ਼ ਕੰਪਲੀਟ ਕਰ ਦਿਓ। ਦੂਜਾ ਦੇਖੋ, ਇੱਕ ਕ੍ਰਿਮੀਨਲ ਬੰਦੇ ਨੂੰ ਨਾ ਲਾਇਸੈਂਸਡ ਵੈਪਨ ਮਿਲ ਨਹੀਂ ਸਕਦਾ ਗੌਰਵ ਜੀ, ਕਿਉਂਕਿ ਬੜਾ ਪ੍ਰੋਸੈਸ ਹੈ, ਬੜੀ ਪ੍ਰੋਸੀਜਰ ਹੈ, ਟੀਡੀਅਸ ਪ੍ਰੋਸੀਜਰ ਹੈ, ਬਹੁਤ ਕੁਝ ਦੇਖ ਕੇ ਲਾਇਸੈਂਸ ਮਿਲਦਾ ਹੈ। ਸੋ ਜੇ ਕ੍ਰਿਮੀਨਲ ਨੂੰ ਮਿਲ ਹੀ ਨਹੀਂ ਸਕਦਾ, ਉਹ ਕ੍ਰਾਈਮ ਕਿਵੇਂ ਕਰੂਗਾ ਲਾਇਸੈਂਸ ਵੈਪਨ ਨਾਲ? ਦੂਜਾ, ਜੇ ਬੰਦੇ ਨੂੰ ਮਿਲ ਜੇ ਲਾਇਸੈਂਸ ਤੇ ਉਸ ਤੋਂ ਬਾਅਦ ਉਹ ਕ੍ਰਾਈਮ ਕਰਦੇ ਤਾਂ ਰਿਨਿਊ ਨਹੀਂ ਕਰਾ ਸਕੂਗਾ ਗੌਰਵ ਜੀ। ਸੋ ਇਹਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਫਿਰ 3, ਜਦੋਂ ਮੂਸੇਵਾਲੇ ਦਾ ਕਤਲ ਹੋਇਆ ਉਦੋਂ ਨਜਾਇਜ਼ ਅਸਲਾ ਵਰਤਿਆ ਗਿਆ ਕਿ ਲਾਇਸੈਂਸ ਵੈਪਨ ਵਰਤਿਆ ਗਿਆ? ਜਿਹੜੇ ਆਟੋਮੈਟਿਕ, ਸੈਮੀ ਆਟੋਮੈਟਿਕ ਗਨਸ ਵਰਤੀਆਂ ਗਈਆਂ, ਇਹ ਸਭ ਨੂੰ ਪਤਾ ਹੈ ਉੱਤੇ ਨਜਾਇਜ਼ ਅਸਲਾ ਵਰਤਿਆ ਗਿਆ। ਤੇ ਤੀਜਾ, ਇਹ ਤਾਂ ਕਿਉਂ ਸਰਕਾਰ ਕਰ ਰਹੀ ਹੈ? ਡੈਸਪਰੇਟ ਟਾਈਮਸ ਕਾਲ ਫॉर ਡੈਸਪਰੇਟ ਮੈਜਰਸ। ਕੁਛ ਨਾ ਕੁਛ ਦਿਖਾਉਣਾ ਇਹਨਾਂ ਨੇ ਵੀ ਅਸੀਂ ਕੁਛ ਕਰ ਰਹੇ ਹਾਂ, ਅਸੀਂ ਐਕਸ਼ਨ ਲੈ ਰਹੇ ਹਾਂ। ਮੈਂ ਤੁਹਾਡਾ ਪੁਆਇੰਟ ਆ ਗਿਆ, ਤੁਹਾਡਾ ਪੁਆਇੰਟ ਆ ਗਿਆ ਸਰ। ਮੈਂ ਉਸ ਪੁਆਇੰਟ ਦੇ ਉੱਤੇ ਆਵਾਂਗਾ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ। ਇਨਫੈਕਟ ਇਹ ਦੋਵੇਂ ਚੀਜ਼ਾਂ ਨੂੰ ਆਪਸ ਦੇ ਵਿੱਚ ਜੋੜਿਆ ਜਾਵੇ ਜਾਂ ਨਾ ਜੋੜਿਆ ਜਾਵੇ, ਉਸ ਦੇ ਉੱਤੇ ਵੀ ਸਵਾਲ ਹੈ। ਮੈਂ ਇੱਕ ਵਾਰੀ ਰੁਕ ਕਰਦਾ, ਸਾਡੇ ਨਾਲ ਕੁਲਸ਼ਿੰਦਰ ਸਿੰਘ ਜੀ ਜੁੜੇ ਹੋਏ ਨੇ, ਸਾਬਕਾ ਐਸਐਸਪੀ ਨੇ। ਸਰ ਸਵਾਗਤ ਹੈ ਇੱਕ ਵਾਰ ਫਿਰ ਤੋਂ। ਮੈਂ ਇਸ ਪੁਆਇੰਟ ਤੋਂ ਹੀ ਤੁਹਾਡੇ ਤੋਂ ਜ਼ਰੂਰ ਸਮਝਣਾ ਚਾਹੁੰਦਾ ਹਾਂ ਕਿ ਇੱਕ ਸੈਟ ਪ੍ਰੋਸੀਜਰ ਹੁੰਦਾ ਹਰ ਇੱਕ ਚੀਜ਼ ਦਾ, ਖਾਸ ਤੌਰ ਤੇ ਜਦੋਂ ਆਪਾਂ ਕਾਨੂੰਨੀ ਜ਼ਿਕਰ ਕਰਦੇ ਹਾਂ ਕੋਈ ਵੀ ਚੀਜ਼ ਦਾ, ਚਾਹੇ ਉਹ ਲਾਇਸੈਂਸ ਬਣਾਉਣ ਦਾ ਹੀ ਹੋਵੇ। ਪਰ ਆਮ ਤੌਰ ਤੇ ਕਿਹਾ ਜਾਂਦਾ ਕਿ ਫੋਨ ਜਦੋਂ ਉੱਪਰੋਂ ਵੱਜਦੇ ਨੇ ਤਾਂ ਫਿਰ ਫਾਈਲਾਂ ਆਪਣੇ ਆਪ ਕਲੀਅਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ।
ਮੌਜੂਦਾ ਸਮੇਂ 'ਚ ਸਰਕਾਰ ਤੇ ਪਾਰਟੀ ਦਾਅਵਾ ਕਰ ਰਹੀ ਹੈ ਜਾਂ ਇਲਜ਼ਾਮ ਲਗਾ ਰਹੀ ਹੈ ਕਿ ਸਾਬਕਾ ਸਰਕਾਰਾਂ ਦੇ ਸਮੇਂ ਆ ਸਭ ਕੁਝ ਹੋਇਆ ਕਿ ਨਿਯਮ ਸਹੀ ਤਰੀਕੇ ਦੇ ਨਾਲ ਪ੍ਰੋਸੀਜਰਸ ਨੂੰ ਫੋਲੋ ਨਹੀਂ ਕੀਤਾ ਗਿਆ। ਤੁਹਾਡੇ ਤੋਂ ਸਮਝਣਾ ਚਾਹਾਂਗੇ ਸਰ ਕਿ ਵਾਕਈ ਇਸ ਤਰੀਕੇ ਨਾਲ ਪੋਸੀਬਿਲਿਟੀ ਹੈ ਇੱਕ ਲਾਇਸੈਂਸ ਬਣਵਾਉਣ ਦੇ ਲਈ? ਦੇਖੋ ਜਿਹੜਾ ਲਾਇਸੈਂਸ ਬਣਦਾ ਜਦੋਂ ਪਹਿਲਾਂ ਇਹਨੂੰ ਐਸਐਚਓ ਵੈਰੀਫਿਕੇਸ਼ਨ ਕਰਦਾ, ਐਸਐਚਓ ਵੈਰੀਫਿਕੇਸ਼ਨ ਜਿਹੜੇ ਕਹਿੰਦੇ ਨੇ ਕ੍ਰਿਮੀਨਲ ਨੂੰ ਨਹੀਂ ਬਣਦਾ। ਇਹ ਗੱਲ ਠੀਕ ਹੈ, ਜਿਹੜਾ ਪਹਿਲਾਂ ਕ੍ਰਾਈਮ ਕਿਸੇ ਨੇ ਕੀਤਾ ਉਹਦੇ ਐਂਟੀਸੀਡੈਂਟਸ ਦੇ ਹਿਸਾਬ ਨਾਲ ਉਹਦੇ ਐਂਟੀਸੀਡੈਂਟ ਤੇ ਜੇ ਹੁੰਦੇ ਆ ਕੋਈ ਪਹਿਲਾਂ ਕ੍ਰਾਈਮ ਕੀਤਾ ਉਹਦਾ ਲਾਇਸੈਂਸ ਕੋਈ ਰਿਕਮੈਂਡ ਨਹੀਂ ਕਰਦਾ, ਭਾਵੇਂ ਸਿਫਾਰਿਸ਼ ਵੀ ਹੋਵੇ, ਠੀਕ ਹੈ ਨਾ ਜੀ। ਜੇ ਬਾਕੀ ਦੂਜੀ ਗੱਲ ਹੈ ਜਿਹੜੀ ਕ੍ਰਾਈਮ ਦੀ ਜੇ ਕੋਈ ਲਾਇਸੈਂਸ ਬਣਾਉਂਦਾ ਹੈ ਉਹ ਪਹਿਲੀ ਵਾਰੀ ਕ੍ਰਾਈਮ ਕਰ ਦਿੰਦਾ ਹੈ ਲਾਇਸੈਂਸ ਬਣਨ ਤੋਂ ਬਾਅਦ, ਤਾਂ ਉਹਦਾ ਤਾਂ ਕੋਈ ਤਰੀਕਾ ਨਹੀਂ ਨਾ ਕਿਵੇਂ ਉਹ ਜੱਜ ਕਰੂਗਾ ਐਸਐਚਓ ਵੀ ਕ੍ਰਾਈਮ ਕਰਨਾ ਹੈ। ਤੇ ਦੂਸਰੀ ਜਿਹੜਾ ਵੀ ਲਾਇਸੈਂਸ ਬਣਦਾ ਹੈ, ਜਿਹੜੀ ਸਿਫਾਰਿਸ਼ ਵਾਲੀ ਗੱਲ ਹੈ ਉਹ ਤਾਂ ਜਦੋਂ ਤੁਸੀਂ ਦੇਖੋ ਜਦੋਂ ਐਸਐਚਓ ਵੀ ਤੁਹਾਡੇ ਐਮਐਲਏ ਦੀ ਮਰਜ਼ੀ ਨਾਲ ਲੱਗਣਾ ਹੈ, ਡੀਐਸਪੀ ਵੀ ਆਪਣੀ ਮਰਜ਼ੀ ਨਾਲ ਲੱਗਣਾ, ਤੁਸੀਂ ਸਬ ਡਿਵੀਜ਼ਨ ਉਸ ਹਿਸਾਬ ਨਾਲ ਬਣਾਤੇ ਵੀ ਇੱਕ ਐਮਐਲਏ ਦੀ ਕੰਸਟੀਚੁਐਂਸੀ ਦੇ ਵਿੱਚ ਡੀਐਸਪੀ ਇੱਕ ਲੱਗੂਗਾ, ਉਹ ਲੱਗੂਗਾ ਐਮਐਲਏ ਦੀ ਮਰਜ਼ੀ ਨਾਲ ਜਾਂ ਹਲਕਾ ਇੰਚਾਰਜ ਦੀ ਮਰਜ਼ੀ ਨਾਲ। ਜਦੋਂ ਤੁਹਾਡੀ ਪੋਸਟਿੰਗ ਐਂਡ ਟ੍ਰਾਂਸਫਰ ਹੀ ਉਹਨਾਂ ਦੀ ਮਰਜ਼ੀ ਨਾਲ ਹੋਣੀ ਹੈ ਤਾਂ ਫਿਰ ਉਹਨਾਂ ਦੀ ਸਿਫਾਰਿਸ਼ ਕਿਵੇਂ ਨਹੀਂ ਚੱਲੂਗੀ? ਇਹ ਚੱਲਦੀ ਹੈ ਸਿਫਾਰਿਸ਼, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਸਿਫਾਰਿਸ਼ ਨਾਲ ਵੀ ਬਣਦੇ ਆ। ਪਰ ਇਹ ਗੱਲ ਠੀਕ ਹੈ ਵੀ ਜਿਹੜਾ ਕ੍ਰਿਮੀਨਲ ਬੰਦਾ ਆ ਉਹਦਾ ਲਾਇਸੈਂਸ ਸਿਫਾਰਿਸ਼ ਨਾਲ ਨਹੀਂ ਬਣ ਸਕਦਾ, ਕਿਉਂਕਿ ਜੇ ਉਹ ਬੰਦਾ ਕੋਈ ਉਹਦੀ ਵੈਰੀਫਾਈ ਕਰ ਦਊਗਾ ਤੇ ਕੱਲ੍ਹ ਨੂੰ ਉਹ ਕ੍ਰਾਈਮ ਕਰਦਾ ਤੇ ਫਿਰ ਉਹਦੇ ਤੇ ਵੀ ਐਕਸ਼ਨ ਆਊਗਾ ਨਾ। ਜਿਹੜਾ ਉਹਦਾ ਐਂਟੀਸੀਡੈਂਟ ਦੇਖਣ ਦੇ ਬਾਵਜੂਦ ਕ੍ਰਿਮੀਨਲ ਦੇ ਬਾਵਜੂਦ ਵੀ ਰਿਕਮੈਂਡੇਸ਼ਨ ਕਰਦਾ, ਉਹ ਬਣਨਾ ਥੋੜਾ ਪੋਸੀਬਲ ਨਹੀਂ ਹੈ ਜੀ। ਬਾਕੀ ਤਾਂ ਦੇਖੋ ਜਿਹੜਾ ਜਿਸ ਬੰਦੇ ਨੇ ਪਹਿਲੀ ਵਾਰੀ ਕ੍ਰਾਈਮ ਕਰਨਾ ਉਹਨੇ ਤਾਂ ਇਹ ਪਤਾ ਨਹੀਂ ਨਾ ਹਰ ਬੰਦੇ ਨੇ ਪਹਿਲੀ ਵਾਰੀ ਕ੍ਰਾਈਮ ਤਾਂ ਕਦੀ ਕਰਨਾ ਹੀ ਹੈ ਨਾ, ਉਹਦਾ ਤੁਸੀਂ ਕਿਵੇਂ ਜੱਜ ਕਰੋਗੇ ਵੀ ਬੰਦਾ ਲਾਇਸੈਂਸ ਬਣ ਗਿਆ ਤੇ ਕ੍ਰਾਈਮ ਨਹੀਂ ਕਰੂਗਾ? ਦਿਸ ਇਜ਼ ਦਾ ਪ੍ਰੋਬਲਮ। ਮੈਂ ਇੱਕ ਹੋਰ ਚੀਜ਼ ਸਮਝਣੀ ਚਾਹੁੰਦਾ ਸਰ ਤੁਹਾਡੇ ਤੋਂ, ਤੁਸੀਂ ਬੜਾ ਤਫਸੀਲ ਨਾਲ ਦੱਸਦਾ, ਦੇਖੋ ਸਿਫਾਰਿਸ਼ਾਂ ਤਾਂ ਲੱਗਦੀਆਂ ਜੋ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ। ਮੈਂ ਇੱਕ ਹੋਰ ਚੀਜ਼ ਸਮਝਣੀ ਚਾਹੁੰਦਾ ਕਿ ਗਨ ਕਲਚਰ ਦੇ ਉੱਤੇ ਆਪਾਂ ਗੱਲ ਕਰਦੇ ਹੋਏ ਜਿਹੜੇ ਲਾਇਸੈਂਸ ਮੌਜੂਦਾ ਸਮੇਂ 'ਚ ਹੈਗੇ ਨੇ ਉਹਨਾਂ ਨੂੰ ਰਿਵਿਊ ਕਰਨਾ ਤੁਹਾਨੂੰ ਲੱਗਦਾ ਹੈ ਕਿ ਇੱਕ ਸੋਲਿਡ ਕਦਮ ਹੈ ਪ੍ਰਸ਼ਾਸਨ ਦਾ, ਸਰਕਾਰ ਦਾ ਜਾਂ ਪੁਲਿਸ ਦਾ? ਨਹੀਂ ਸੋਲਿਡ ਤਾਂ ਨਹੀਂ, ਪਰ ਕਰ ਲੈਣਾ ਚਾਹੀਦਾ। ਕਈ ਲੋਕਾਂ ਦੇ ਸ਼ਰਾਰਤੀਆਂ ਦੇ ਬਣਿਆ ਜਾਂ ਸਿਫਾਰਿਸ਼ਾਂ ਨਾਲ ਬਣਿਆ। ਦੇਖੋ ਐਸਐਚਓ ਜਿਹੜਾ ਹੁੰਦਾ ਉਹ ਬੜਾ ਜੱਜ ਹੁੰਦਾ ਉਸ ਥਾਣੇ ਦਾ, ਉਹਨੂੰ ਪਤਾ ਹੁੰਦਾ ਇਸ ਇਲਾਕੇ 'ਚ ਕਿਹੜਾ ਸ਼ਰਾਰਤੀ ਬੰਦਾ ਹੈਗਾ, ਉਹਦਾ ਨਾਮ ਬਣਾਇਆ ਜਾਵੇ। ਸੈਕੰਡ ਜਿਹੜਾ ਇਹ ਲਾਇਸੈਂਸੀ ਵੈਪਨ ਹੈ ਇਹਦੇ ਨਾਲ ਚਲੋ ਕ੍ਰਾਈਮ ਤਾਂ ਠੀਕ ਹੈ ਵੀ ਇਹਨਾਂ ਕ੍ਰਾਈਮ ਬਹੁਤ ਨਹੀਂ ਹੋਇਆ, ਬਹੁਤ ਘੱਟ ਕ੍ਰਾਈਮ ਇਹਦੇ ਨਾਲ ਹੋਇਆ, ਬੜਾ ਰੇਅਰ ਹੈ। ਤੇ ਜਿਹੜਾ ਇਹ ਕਲਚਰ ਆ ਜਿਹੜੇ ਮੈਰਿਜ ਪੈਲਸਾਂ 'ਚ ਗਨ ਚੱਲਦੀਆਂ ਜਾਂ ਹੋਰ ਜਾਂ ਪਿੰਡਾਂ 'ਚ ਕੋਈ ਲੜਾਈ ਹੁੰਦੀ ਆ, ਆਪਸੀ ਦੁਸ਼ਮਣੀ ਹੁੰਦੀ ਆ, ਉੱਥੇ ਤਾਂ ਚੱਲਦਾ ਹੈ, ਉੱਥੇ ਚੱਲਦਾ। ਤਾਂ ਮੈਰਿਜ ਪੈਲਸ ਵੀ ਆਮ ਤੌਰ ਤੇ ਲੋਕ ਲਾਇਸੈਂਸੀ ਵੈਪਨ ਨਾਲ ਹੀ ਫਾਇਰ ਕਰਦੇ ਆ। ਉੱਥੇ ਮਿਸ ਵੈਪਨਿੰਗ ਵੀ ਹੋਈਆਂ, ਪੰਜਾਬ 'ਚ ਪਹਿਲਾਂ ਵੀ ਹੋਈਆਂ, ਹੋਣ ਦੀ ਸੰਭਾਵਨਾ ਵੀ ਹੁੰਦੀ ਹੈ। ਇਸ ਕਰਕੇ ਉਹ ਕੁਝ ਬੰਦਿਆਂ ਨੂੰ ਜਿਹੜੇ ਸ਼ਰਾਰਤੀ ਆ ਜੇ ਉਹਨਾਂ ਨੂੰ ਸਹੀ ਮਾਇਨਿਆਂ 'ਚ ਵੈਰੀਫਾਈ ਕਰਕੇ ਉਹਨਾਂ ਦੇ ਲਾਇਸੈਂਸ ਕੈਂਸਲ ਕਰ ਦਿੱਤੇ ਜਾਣ ਤਾਂ ਕੋਈ ਗਲਤ ਗੱਲ ਨਹੀਂ ਹੈ ਇਸ 'ਚ। ਠੀਕ ਹੈ ਸੰਘੇੜਾ ਸਾਹਿਬ, ਤੁਹਾਡਾ ਇੱਕ ਰਿਐਕਸ਼ਨ ਚਾਹੂੰਗਾ। ਮੈਣੀ ਸਾਹਿਬ ਔਰ ਖੜਿਆਲ ਜੀ ਦੇ ਉੱਤੇ ਤੁਸੀਂ ਰਿਐਕਟ ਕਰੋਗੇ ਉਹਨਾਂ ਦੇ ਬਿਆਨਾਂ ਦੇ ਉੱਤੇ। ਇਸ ਵਿਚਾਲੇ ਮੇਰਾ ਸਵਾਲ ਹੈ ਕਿ ਜਿਹੜੀਆਂ ਲਾਇਸੈਂਸੀ ਰਿਵਾਲਵਰਸ ਜਾਂ ਫਿਰ ਹਥਿਆਰ ਨੇ ਔਰ ਮੌਜੂਦਾ ਸਮੇਂ ਦੇ ਵਿੱਚ ਜਿਹੜੀਆਂ ਘਟਨਾਵਾਂ ਹੋਈਆਂ ਨੇ ਕਿ ਆਪਸ ਦੇ ਵਿੱਚ ਤੁਸੀਂ ਜੋੜ ਰਹੇ ਹੋ ਉਹਨਾਂ ਨੂੰ, ਤੁਹਾਨੂੰ ਲੱਗਦਾ ਕਿ ਉਹਨਾਂ ਦੀ ਵਜ੍ਹਾ ਦੇ ਨਾਲ, ਗਨ ਕਲਚਰ ਦੀ ਵਜ੍ਹਾ ਦੇ ਨਾਲ ਇਹ ਸਭ ਕੁਝ ਹੋਇਆ? ਗੌਰਵ ਜੀ, ਅਸੀਂ ਪੰਜਾਬ ਦੇ ਵਿੱਚੋਂ ਕ੍ਰਾਈਮ ਜਿਹੜਾ ਆ ਉਹ ਖਤਮ ਕਰਨਾ ਚਾਹੁੰਦੇ ਆ, ਪੰਜਾਬ ਨੂੰ ਸੇਫ ਸੂਬਾ ਬਣਾਉਣਾ ਚਾਹੁੰਦੇ ਆ। ਜੋ 20 ਸਾਲ ਦੇ ਵਿੱਚ, ਪਿਛਲੇ ਸਾਲ ਦੇ ਵਿੱਚ ਇੱਥੇ ਗੈਂਗਸਟਰਵਾਦ ਉੱਭਰਿਆ ਆ ਤੇ ਗਨ ਕਲਚਰ ਉੱਭਰਿਆ ਗਿਆ ਜਾਂ ਉਭਾਰਿਆ ਗਿਆ, ਅਸੀਂ ਉਹਨੂੰ ਰਿਵਰਸ ਕਰਨਾ ਚਾਹੁੰਦੇ ਆ, ਸ਼ਾਂਤੀ ਲਿਆਉਣਾ ਚਾਹੁੰਦੇ ਆ ਪੰਜਾਬ ਦੇ ਵਿੱਚ, ਇਹ ਸਾਰੀਆਂ ਚੀਜ਼ਾਂ ਨੂੰ ਖਤਮ ਕਰਨਾ। ਉਹਦੇ ਵਿੱਚ ਇੱਕ ਹਿੱਸਾ ਇਸ ਦਾ ਵੀ ਆ, ਉਹ ਜਿੰਨਾ ਮਰਜ਼ੀ ਪਰਸੈਂਟੇਜ ਹੈ। ਤਾਂ ਹੁਣ ਯੂਨੀਵਰਸਿਟੀ ਤੋਂ ਪਹਿਲਾਂ ਸਟੱਡੀ ਥੋੜੀ ਕਰਾਉਣੀ ਆ ਕਿ ਕਿੰਨੀਆਂ ਮੌਤਾਂ ਕਿਹਦੇ ਨਾਲ ਹੋਈਆਂ, ਤੇ ਇਹਦੇ 'ਚ ਨਾ ਹੀ ਇਹ ਕਿਹਾ ਜਾ ਸਕਦਾ ਆ ਕਿ ਲਾਇਸੈਂਸੀ ਰਿਵਾਲਵਰ ਦੇ ਨਾਲ 20% ਮੌਤਾਂ ਨਹੀਂ ਹੋਈਆਂ ਜੀ, 10% ਮੌਤਾਂ ਹੋਈਆਂ, ਇਸ ਕਰਕੇ ਇਹਨੂੰ ਛੱਡ ਦਿਓ। ਨੋ, ਆਪਣੇ ਸਾਹਮਣੇ ਘਟਨਾਵਾਂ ਹੋਈਆਂ, ਮੈਂ ਐਗਜ਼ਾਮਪਲ ਦਿੱਤੀਆਂ ਆ। ਐਸਐਸਪੀ ਸਾਹਿਬ ਨੇ ਵੀ, ਸਾਬਕਾ ਐਸਐਸਪੀ ਸਾਹਿਬ ਨੇ ਵੀ ਦੱਸਿਆ ਆ ਕਿ ਮੈਰਿਜਸ ਪੈਲੇਸ ਵਿੱਚ ਕਿੱਦਾਂ ਆਪਾਂ ਵੀ ਰੋਜ਼ ਦੇਖਦੇ ਆ। ਬਿਲਕੁਲ ਘਟਨਾਵਾਂ। ਸੋ ਕੱਲਾ ਇਹ ਲਾਇਸੈਂਸੀ ਹਥਿਆਰਾਂ ਦੀ ਸਮੀਖਿਆ ਹੀ ਨਹੀਂ, ਉਹਦੇ ਨਾਲ ਅਸੀਂ ਗਨ ਕਲਚਰ ਨੂੰ ਵੀ ਡਿਸਕਰੇਜ ਕਰ ਰਹੇ ਹਾਂ। ਠੀਕ ਹੈ, ਦੋ ਚੀਜ਼ਾਂ ਨੇ। ਇੱਕ ਤਾਂ ਘਟਨਾਵਾਂ ਨੇ ਕੋਈ ਮੈਰਿਜ ਪੈਲੇਸ ਦੇ ਵਿੱਚ ਹੋ ਗਈ ਜਾਂ ਪਿੰਡ ਦੇ ਵਿੱਚ ਕੋਈ ਜ਼ਮੀਨ ਨੂੰ ਲੈ ਕੇ ਝਗੜਾ ਹੋ ਗਿਆ, ਗੁਆਂਢੀ ਆਪਸ 'ਚ ਲੜ ਪਏ, ਉੱਥੇ ਹਥਿਆਰ ਦਾ ਇਸਤੇਮਾਲ ਹੋ ਗਿਆ। ਤੇ ਦੂਜੇ ਪਾਸੇ ਇੱਕ ਟਾਰਗੇਟ ਕਿਲਿੰਗ ਜਿਸ ਤਰੀਕੇ ਨਾਲ ਘਟਨਾਵਾਂ ਪੰਜਾਬ ਦੇ ਵਿੱਚ ਹੋਈਆਂ ਨੇ,
ਤੁਸੀਂ ਉਹਦੇ ਨਾਲ ਲਾਇਸੈਂਸੀ ਹਥਿਆਰਾਂ ਨੂੰ ਜੋੜ ਰਹੇ ਹੋ ਕਿ ਨਹੀਂ ਜੋੜ ਰਹੇ ਹੋ? ਨਹੀਂ ਦੇਖੋ, ਇਹ ਤਾਂ ਵੱਖ-ਵੱਖ ਧਰਾਵਾਂ ਨੇ, ਵੱਖ-ਵੱਖ ਤਰੀਕੇ ਆ ਕਿ ਹਰ ਤਰ੍ਹਾਂ ਦਾ ਕ੍ਰਾਈਮ ਜਿਹੜਾ ਆ ਸਡਨਲੀ ਹੁੰਦਾ ਜਾਂ ਹੋਰ ਹੁੰਦਾ। ਦੇਖੋ ਲਾਇਸੈਂਸੀ ਹਥਿਆਰਾਂ ਦਾ ਮੈਂ ਇੱਕ ਹੋਰ ਪੇਸ਼ ਕਰਨਾ, ਉਹ ਸਾਰਿਆਂ ਨੂੰ ਅਸੀਂ ਰੋਕਣਾ ਚਾਹੁੰਦੇ ਆ। ਲਾਇਸੈਂਸੀ ਹਥਿਆਰਾਂ ਨਾਲ ਕਿਸ ਤਰ੍ਹਾਂ ਕ੍ਰਾਈਮ ਹੁੰਦਾ ਆ, ਜਿੱਦਾਂ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਆ ਕਿ ਜਿੱਥੇ ਜ਼ਮੀਨ ਦਾ ਝਗੜਾ ਹੋਰ ਆ, ਪਾਣੀ ਦਾ ਝਗੜਾ ਆ, ਜੇ ਤਾਂ ਉੱਥੇ ਡਾਂਗਾਂ ਛੋਟੇ ਚੱਲਦੇ ਆ ਤੇ ਫੱਟੜ ਹੋਣ ਤੋਂ ਬਾਅਦ ਬਚਣ ਦੇ ਵੀ ਚਾਂਸ ਹੈਗੇ ਆ। ਜੇ ਉੱਥੇ ਜਿਹੜਾ ਬੰਦਾ ਪਹਿਲਾਂ ਹੀ ਝਗੜਾਲੂ ਆ, ਥਾਂ ਥਾਂ ਝਗੜਾ ਕਰਦਾ ਫਿਰਦਾ, ਉਹ ਕਿਤੇ ਜ਼ਮੀਨ ਦੇ ਚੱਕਰ 'ਚ ਹੋ ਗਿਆ ਤਾਂ ਉਹਦੇ ਕੋਲ ਰਿਵਾਲਵਰ ਹੈ ਤਾਂ ਉਹਦੇ ਕੋਲ ਗੋਲੀ ਵੀ ਚੱਲ ਜਾਣੀ। ਇਦਾਂ ਦੀਆਂ ਘਟਨਾਵਾਂ ਹੋਈਆਂ ਵੀ ਆ। ਮੈਂ ਇੱਕ USA ਦੀ ਐਗਜ਼ਾਮਪਲ ਦੇਣੀ ਚਾਹੂੰਗਾ। ਉੱਥੇ ਵੱਡੇ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ, ਜਿੱਦਾਂ ਆਪਣੇ ਫੰਡਾਮੈਂਟਲ ਰਾਈਟਸ ਨੇ, ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਕਿ ਹਥਿਆਰ ਰੱਖਣ ਦੇ ਅਧਿਕਾਰ ਹੈ ਹਰ ਇੱਕ ਸਿਟੀਜ਼ਨ ਨੂੰ। ਔਰ ਉੱਥੇ ਲੋਕਾਂ ਕੋਲ ਪੈਰਾਮਿਲਟਰੀ ਵੈਪਨਸ ਵੀ AK-47 ਨਾਲੋਂ ਸੋਫਿਸਟੀਕੇਟਡ ਵੈਪਨਸ ਵੀ ਘਰਾਂ 'ਚ ਪਏ ਆ। ਔਰ ਉੱਥੇ ਇੰਨੀਆਂ ਮੌਤਾਂ ਹੋ ਰਹੀਆਂ, ਇਸ ਵੇਲੇ ਕੰਟਰੋਲ ਹੀ ਨਹੀਂ ਹੋ ਰਿਹਾ। ਉੱਥੇ ਵੀ ਉਹਨਾਂ ਨੇ ਕੀਤਾ ਹੈ ਹਾਈਡ ਐਂਡ ਕੈਰੀ। ਤੁਸੀਂ ਇਦਾਂ ਸ਼ਰੇਆਮ ਇਦਾਂ ਹਥਿਆਰ ਫੜ ਕੇ ਨਹੀਂ ਘੁੰਮ ਫਿਰ ਸਕਦੇ, ਤੁਹਾਡੇ ਹਥਿਆਰ ਕੋਲ ਛੁਪਿਆ ਹੋਣਾ ਚਾਹੀਦਾ। ਉਹ ਅਮੈਂਡਮੈਂਟਸ ਕਰਨ ਦੀ ਕੋਸ਼ਿਸ਼ ਕਰ ਰਿਹਾ, ਉਹ ਵੀ ਨਹੀਂ ਹੋ ਰਹੀਆਂ, ਸੰਵਿਧਾਨ ਦਾ ਅੜਿੱਕਾ ਬਣ ਰਿਹਾ ਆ। ਸੋ ਅਲਟੀਮੇਟਲੀ ਅਮਰੀਕਾ ਉਸ ਮਾਮਲੇ 'ਚ, ਇਹ ਤੁਸੀਂ ਵੈਬਸਾਈਟ ਖੋਲ ਕੇ ਦੇਖ ਲਓ, ਸੋਸ਼ਲ ਮੀਡੀਆ ਤੇ ਚਲ ਜਾਓ, ਗਨ ਕਲਚਰ ਦੇ ਨਾਲ ਸਭ ਤੋਂ ਵੱਡੀ ਪ੍ਰੋਬਲਮ ਉਹਨਾਂ ਦੀ ਇਸ ਵੇਲੇ ਗਨ ਕਲਚਰ ਹੈ। ਅਸੀਂ ਉਹ ਕਲਚਰ ਨੂੰ ਨਹੀਂ ਪ੍ਰਮੋਟ ਹੋਣਾ ਦੇਣਾ ਚਾਹੁੰਦੇ। ਉਹ ਕੱਲੀਆਂ ਇਹੀ ਨਹੀਂ ਹੈ ਕਿ ਲਾਇਸੈਂਸੀ ਹਥਿਆਰਾਂ ਨਾਲ ਵੈਪਨਸ ਦੇ ਨਾਲ ਮੌਤਾਂ ਕਿੰਨੀਆਂ ਹੋਈਆਂ, ਨਾਲ ਗਨ ਕਲਚਰ ਵੀ ਜਿਸ ਤਰ੍ਹਾਂ ਅਸੀਂ ਬੈਨ ਕੀਤਾ, ਹੁਣ ਸਰਕਾਰ ਨੇ, ਪੰਜਾਬ ਸਰਕਾਰ ਨੇ ਬੈਨ ਕੀਤਾ ਆ, ਉਹ ਇਸੇ ਕਰਕੇ ਕੀਤਾ ਕਿ ਗਨ ਕਲਚਰ ਪ੍ਰਮੋਟ ਨਾ ਹੋਵੇ। ਔਰ ਜਿਹੜੇ ਵੀ ਤਰੀਕੇ ਨਾਲ ਇਲੈਕਸ਼ਨ ਦੇ ਵਿੱਚ, ਇਲੈਕਸ਼ਨ 'ਚ ਡੇਟੇ ਦੱਸਣੇ ਪੈਣੇ ਆ। ਇਹ ਵੀ ਲੱਗ ਰਿਹਾ ਕਿ ਅਗਲੀ ਵਾਰ ਤੁਸੀਂ ਦੱਸੋਗੇ ਕਿ 5.5 ਸਾਲ ਦੇ ਵਿੱਚ ਇੰਨੇ ਲਾਇਸੈਂਸ ਬਣਾਏ ਤੇ ਸਾਬਕਾ ਸਰਕਾਰ ਦੇ ਸਮੇਂ ਇੰਨੇ ਲਾਇਸੈਂਸ ਬਣੇ ਸੀ। ਇਹ ਤਾਂ ਇਸ ਤਰ੍ਹਾਂ ਲੱਗ ਰਿਹਾ। ਕੁਆਂਟੀਫਾਈ ਹੋਣਾ ਚਾਹੀਦਾ ਹਰ ਚੀਜ਼। ਕੰਪਿਊਟਰਾਈਜੇਸ਼ਨ ਦਾ ਜ਼ਮਾਨਾ ਆ, ਹਰ ਚੀਜ਼ ਜਿਹੜੀ ਔਨ ਫਾਈਲ ਹੋਣੀ ਚਾਹੀਦੀ। ਤੁਸੀਂ ਜੋ ਜ਼ਿਕਰ ਕਰ ਰਹੇ ਸੀ, ਮੈਂਡੀ ਸਾਹਿਬ ਕਹਿ ਰਹੇ ਸੀ ਕਿ ਬਿਲਕੁਲ ਪ੍ਰੋਸੀਜਰ ਦੇ ਹਿਸਾਬ ਦੇ ਨਾਲ ਹੋਇਆ, ਕੋਈ ਇਸ ਤਰੀਕੇ ਨਾਲ ਹੀ ਜਿਵੇਂ ਤੁਸੀਂ ਕਹਿ ਦਿੱਤਾ ਕਿ ਬਿਲਕੁਲ ਛਿੱਕੇ ਟੰਗ ਦਿੱਤਾ, ਨਿਯਮ ਨਹੀਂ ਧਿਆਨ ਦੇ ਵਿੱਚ ਰੱਖੇ। ਨਹੀਂ, ਇਹ ਤਾਂ ਹੁਣ SSP ਸਾਹਿਬ ਨੇ ਵੀ ਵੈਰੀਫਾਈ ਕਰਤਾ ਹੈ। ਉਹਨਾਂ ਨੇ ਸਿਫਾਰਸ਼ਾਂ ਦਾ ਜ਼ਿਕਰ ਕੀਤਾ, ਸਿਫਾਰਸ਼ਾਂ ਤੁਹਾਡੇ ਸਮੇਂ 'ਚ ਵੀ ਹੋ ਸਕਦਾ ਹੋਵੇ। ਸਾਡੇ ਸਮੇਂ ਉਹ ਕਲਚਰ ਨਹੀਂ ਹੈ। ਤੁਸੀਂ ਦੱਸੋ, ਕੋਈ ਵੀ ਪੁਲਿਸ ਆਫੀਸਰ ਜਾਂ ਚਲੋ ਜੇ ਓਪਨਲੀ ਨਹੀਂ ਵੀ ਦੱਸਣਾ ਚਾਹੁੰਦਾ, ਸਾਰੇ ਜੇ ਕੋਈ ਵੀ ਗੱਲਬਾਤ ਹੋਵੇ, ਅਸੀਂ ਉਸ ਚੀਜ਼ ਨੂੰ ਰੋਕਦੇ ਹਾਂ ਕਿ ਤੁਸੀਂ ਸਿੱਧਾ ਦਖਲ ਪ੍ਰਸ਼ਾਸਨ ਦੇ ਵਿੱਚ ਨਹੀਂ ਦੇਣਾ। ਜੇ ਕਿਤੇ ਧੱਕਾ ਹੋਇਆ, ਹੋਰ ਹੋਇਆ, ਫਿਰ ਸੁਪਰਵਾਈਜ਼ਰੀ ਆਫੀਸਰ ਦੇ ਧਿਆਨ 'ਚ ਲਿਆਓ। SHO ਸਾਹਿਬ ਇੱਕ ਲਾਅ ਨੂੰ ਇਨਫੋਰਸ ਕਰਦੇ ਆ, ਉਹਦੇ ਉੱਪਰ DSP ਨੇ ਜਾਂ SP ਨੇ, ਉਹ ਸਾਰੇ ਸੁਪਰਵਾਈਜ਼ਰੀ ਆਫੀਸਰਸ ਨੇ। ਜੇ ਥੱਲੇ ਕੋ ਨਹੀਂ ਠੀਕ ਹੋਇਆ, ਇਨਕੁਆਇਰੀ ਕਰਦੇ ਨੇ। SSP ਸਾਹਿਬ ਜ਼ਿਲ੍ਹਾ ਮੁਖੀ ਨੇ, ਉਹ ਇਨਫੋਰਸਮੈਂਟ ਕਮ ਸੁਪਰਵਾਈਜ਼ਰੀ ਆਫੀਸਰ ਨੇ। ਸੋ ਇਹ ਸਾਰਿਆਂ ਦੀ ਆਪਣਾ ਆਪਣਾ ਰੋਲ ਆ, ਉਹਨਾਂ ਨੂੰ ਕਰਨ ਦੇਣਾ ਚਾਹੀਦਾ। ਜੇ ਕਿਤੇ ਕੋਈ ਗੱਲ ਹੁੰਦੀ ਆ, ਪ੍ਰੋਸੀਜਰ ਨਾਲ ਉਹਦਾ ਹੱਲ ਕਰਨਾ ਚਾਹੀਦਾ। ਮੈਨੀ ਸਾਹਿਬ ਦੇਖੋ, ਸਿਫਾਰਸ਼ਾਂ ਤਾਂ ਚੱਲਦੀਆਂ, ਸਿਫਾਰਸ਼ਾਂ ਚੱਲਦੀਆਂ। ਇਹ ਸਾਬਕਾ SSP ਸਾਡੇ ਨਾਲ ਬੈਠੇ ਨੇ ਸਰ, ਉਹ ਵੀ ਕਹਿ ਰਹੇ ਨੇ। ਔਰ ਤੁਹਾਡੇ ਸਮੇਂ ਦੇ ਵਿੱਚ ਸਿਫਾਰਸ਼ਾਂ ਚੱਲੀ ਹੈ, ਤੁਹਾਡੇ ਉੱਪਰ ਇਲਜ਼ਾਮ ਲੱਗ ਰਿਹਾ ਹੈ, ਤੁਸੀਂ ਉਸ ਤੋਂ ਗੁੰਡਾਗਰਦੀ ਵੀ ਚੱਲੀ ਆ। ਮੈਂ ਸ਼ਰਮ ਕਹਿ ਰਿਹਾ, ਗੁੰਡਾਗਰਦੀ ਵੀ ਚੱਲੀ। ਮੈਂ ਐਗਜ਼ਾਮਪਲ ਦਿੱਤੀ ਆ ਕਿ ਇੱਕ ਪੁਲਿਸ ਆਫੀਸਰ ਦਾ ਕਤਲ ਇੱਕ ਜ਼ਿਲ੍ਹਾ ਜਥੇਦਾਰ ਕਰ ਰਿਹਾ। ਮੈਨੀ ਸਾਹਿਬ, SSP ਸਾਹਿਬ ਨੇ ਇੱਕ ਗੱਲ ਇਹ ਵੀ ਦੱਸਤੀ ਕਿ ਹਰ ਚੀਜ਼ ਦਾ ਇੱਕ ਸੈੱਟ ਪ੍ਰੋਸੀਜਰ ਵੀ ਹੈਗਾ। ਜਿਹੜਾ ਜੇ ਕੋਈ ਪੁਲਿਸ ਪਿੰਡ 'ਚ ਰਹਿੰਦਾ, ਉਹਨੂੰ ਇੱਕ ਪੁਲਿਸ ਚੌਂਕੀ ਲੱਗਦੀ, ਉਹਨੂੰ ਇੱਕ ਥਾਣਾ ਲੱਗਦਾ, ਉਹਨੂੰ ਇੱਕ ਸਬ ਡਿਵੀਜ਼ਨ ਲੱਗਦੀ, ਫਿਰ ਇੱਕ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ SSP ਲੱਗਦਾ ਜੀ। ਉਹਨੂੰ ਇਹਨਾਂ 4 ਪ੍ਰੋਸੀਜਰ ਦੇ ਵਿੱਚੋਂ ਲੰਘਣਾ ਪੈਣਾ। ਜੇ ਉਹਦੀ ਕੋਈ ਪ੍ਰਾਇਰ ਕ੍ਰਿਮੀਨਲ ਹਿਸਟਰੀ ਹੈਗੀ ਆ, ਉਹਦਾ ਲਾਇਸੈਂਸ ਕੋਈ ਨਹੀਂ ਬਣਾ ਸਕਦਾ, ਚਾਹੇ ਉਹਨੂੰ ਉਹਦੀ ਕੋਈ CM ਵੀ ਸਿਫਾਰਿਸ਼ ਕਰਦੇ, ਉਹਦਾ ਲਾਇਸੈਂਸ ਨਹੀਂ ਬਣਨਾ। ਦੂਸਰੀ ਗੱਲ ਇਹ ਹੋਣਾ ਹੈ ਕਿ ਸਾਡੀ ਜ਼ਹਿਨੀਅਤ ਦੇ ਉੱਤੇ ਕਿ ਜਿਹਨੂੰ ਹਥਿਆਰ ਮਿਲ ਗਿਆ ਉਹਦੀ ਜ਼ਹਿਨੀਅਤ ਕੀ ਆ। ਇਹ ਆਪਾਂ ਸਾਰੇ ਜਣੇ ਗੱਲ ਕਰ ਰਹੇ ਆ ਕਿ ਮੈਰਿਜਸ ਪੈਲੇਸਿਸ ਦੇ ਵਿੱਚ ਹਥਿਆਰ ਦੀ ਗੋਲੀਬਾਰੀ ਹੁੰਦੀ, ਜਦੋਂ ਉਹਦੇ ਬਾਰੇ ਹਰ ਮੈਰਿਜ ਪੈਲੇਸ ਦੇ ਵਿੱਚ ਲਿਖ ਕੇ ਲੱਗਿਆ ਹੋਇਆ ਕਿ ਇੱਥੇ ਗੋਲੀ ਚਲਾਉਣਾ ਮਨਾ ਹੈ, ਇੱਥੇ ਹਥਿਆਰਾਂ ਦਾ ਵਿਖਾਵਾ ਮਨਾ ਹੈ, ਇੱਥੇ ਹਥਿਆਰਾਂ ਨਾਲ ਗੋਲੀਬਾਰੀ ਕਰਨੀ ਮਨਾ ਹੈ। ਇਹ ਤੇ ਉਸ ਬੰਦੇ ਤੇ ਡਿਪੈਂਡ ਕਰਦਾ ਨਾ ਜੀ, ਉਸ ਬੰਦੇ ਦੀ ਜ਼ਹਿਨੀਅਤ, ਉਸ ਬੰਦੇ ਦਾ ਉਸ ਵੇਲੇ ਕੀ ਦਿਮਾਗ ਕੰਮ ਕਰ ਰਿਹਾ, ਉਹਦੇ ਤੇ ਡਿਪੈਂਡ ਕਰਦਾ। ਲਾਇਸੈਂਸ ਇਸ਼ੂ ਕਰਨ ਤੇ ਇਹੋ ਜਿਹਾ ਕੋਈ ਸੈੱਟ ਪ੍ਰੋਸੀਜਰ ਨਹੀਂ ਹੈਗਾ ਕਿ ਤੁਸੀਂ ਬੰਦੇ ਦੀ ਜ਼ਹਿਨੀਅਤ, ਇਹ ਹੁਣ ਹੈਗਾ ਬੰਦੇ ਜਿਹੜਾ ਹਥਿਆਰ ਕੈਰੀ ਕਰ ਰਿਹਾ ਉਹ ਕਿੰਨੇ ਸੰਜਮ ਦਾ ਵਿਅਕਤੀ ਹੈ, ਕਿੰਨਾ ਸਿਆਣਾ ਵਾ, ਕਿਉਂਕਿ ਉਹਦੀ ਜੇ ਉਹ ਡੈਮੋਨਸਟ੍ਰੇਸ਼ਨ ਕਰ ਰਿਹਾ ਉਹ ਗਲਤ ਗੱਲ ਆ, ਜਿਹਨੂੰ ਵਰਤ ਰਿਹਾ ਫਿਰ ਉਹ ਵੀ ਗਲਤ ਗੱਲ ਆ। ਦੇਖੋ ਸਾਡੀ ਜ਼ਹਿਨੀਅਤ, ਸਾਡੇ ਲੋਕ ਗਾਣਿਆਂ ਦੇ ਵਿੱਚ ਤੱਕ ਉਸਦਾ ਹੈਗਾ ਨਾ ਕਿ ਕੁੜੀਆਂ ਦੇ ਦਿਲਾਂ ਵਿੱਚ ਠਾਹ ਵੱਜਦਾ ਮੁੰਡਾ UP ਦੇ ਨਜਾਇਜ਼ ਹਥਿਆਰ ਵਰਗਾ। ਹੁਣ ਗੱਲ ਇਹ ਹੈਗੀ ਆ, ਸਾਡੇ ਜਿਹੜੇ ਸੱਭਿਆਚਾਰ ਦੇ ਵਿੱਚ ਨਜਾਇਜ਼ ਹਥਿਆਰ ਇੱਥੋਂ ਤੱਕ ਆ, ਸੰਘੇੜਾ ਸਾਹਿਬ ਨੂੰ ਜ਼ੋਰ ਇਸ ਗੱਲ ਤੇ ਲਾਉਣਾ ਚਾਹੀਦਾ ਸੀ ਕਿ ਜਿਹੜੇ ਡਰੋਨਾਂ ਨਾਲ ਨਜਾਇਜ਼ ਹਥਿਆਰ ਆ ਰਹੇ ਆ, ਜਿਹੜੇ 8 ਮਹੀਨਿਆਂ ਦੀ ਸਰਕਾਰ ਹੀ ਲਾ ਲਈਏ ਆਪਾਂ, ਉਹਦਾ ਹੀ ਡਾਟਾ ਕੱਢ, ਮਤਲਬ ਤੁਹਾਨੂੰ ਢੁਕਵਾਂ ਕਦਮ ਨਹੀਂ ਲੱਗਦਾ ਜੇਕਰ ਲਾਇਸੈਂਸੀ ਹਥਿਆਰਾਂ ਨੂੰ ਰਿਵਿਊ ਕੀਤਾ ਜਾ ਰਿਹਾ? ਹਾਂਜੀ, ਉਹ ਦੇਖੋ ਅਕਾਲੀ ਦਲ ਨੂੰ ਲੱਗਦਾ ਕਿ ਸੋਲਿਡ ਐਕਸ਼ਨ ਹੈ ਜਾਂ ਢੁਕਵਾਂ ਕਦਮ ਹੈ?
ਸਿਰਫ ਫੋਕੀ ਪ੍ਰੈਕਟਿਸ ਸਾਬਤ ਹੋਣੀ ਆ। ਇਹ ਤੁਹਾਨੂੰ ਪਤਾ ਕਿ ਇੱਕ TRP ਲੈਣ ਵਾਲੀ ਪਾਰਟੀ ਹੈ, ਇਹਦੇ ਵਿੱਚੋਂ ਪ੍ਰੈਕਟੀਕਲੀ ਕੁਝ ਨਹੀਂ ਨਿਕਲਣਾ, ਕਿਉਂਕਿ ਫੇਰ ਆਫਿਸਰ ਨੇ, ਇਹਨਾਂ ਦੇ ਜ਼ਿਲ੍ਹਾ ਪ੍ਰਧਾਨਾਂ ਨੇ ਥੋੜਾ ਜਿਹਾ ਉਹਨੂੰ ਰਿਵਿਊ ਕਰਨਾ ਉਸੇ SHO ਨੇ, ਉਸੇ DSP ਨੇ, ਉਸੇ SSP ਨੇ। ਕੋਈ ਵੱਖਰਾ ਆਫਿਸਰ ਉਹਨੂੰ ਰਿਵਿਊ ਕਰਨ ਦੀ ਤਾਕਤ ਨਹੀਂ ਰੱਖਦਾ। ਇਹ ਉਸੇ ਹੀ ਪ੍ਰਸ਼ਾਸਨ ਨੇ ਰਿਵਿਊ ਕਰਨਾ ਨਾ ਜੀ, ਜਿਨ੍ਹਾਂ ਨੇ ਇਹਨੂੰ ਇਸ਼ੂ ਕੀਤਾ ਜੀ। ਇਹ ਕੋਈ ਮਤਲਬ ਨਹੀਂ SHO ਸਾਹਿਬ ਤਾਂ ਹੋ ਸਕਦਾ ਨਾ ਬਦਲ ਗਏ ਹੁਣ ਸਰ, ਕਿ ਅੱਜ ਤੋਂ ਥੋੜੀ ਦੇਰ ਪਹਿਲਾਂ ਬਣਿਆ ਹੋਵੇ, ਕੁਝ ਸਾਲ ਪਹਿਲਾਂ ਬਣਿਆ ਹੋਵੇ। ਸੰਘੇੜਾ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ। ਇੱਕ ਮਾਹੌਲ ਹੁੰਦਾ ਹੈ ਗੌਰਵ ਜੀ, ਇੱਕ ਲਾਅ ਐਨਫੋਰਸਮੈਂਟ ਦੇ ਵਿੱਚ, ਬਾਕੀ ਤਾਂ ਚਲੋ ਹੈਗਾ ਆ। ਮੈਣੀ ਸਾਹਿਬ ਮੈਨੂੰ ਮੇਰੀ ਵਾਰੀ ਆ ਹੁਣ। ਕੋਈ ਗੱਲ ਨਹੀਂ, ਇੱਕ ਕਰਕੇ ਬੋਲੋ, ਆਪਣੀ ਗੱਲ ਰੱਖ ਲਓ। ਸੰਘੇੜਾ ਸਾਹਿਬ ਕੰਪਲੀਟ ਕਰ ਲਓ ਇੱਕ ਵਾਰੀ। ਮੈਣੀ ਇੱਕ ਨਾ ਮਾਹੌਲ ਕ੍ਰੀਏਟ ਕਰਨਾ ਹੁੰਦਾ ਆ। ਇੱਕ ਮਾਹੌਲ ਜਿਹੜਾ ਆ ਉਹ ਜਦੋਂ ਉਸ ਤਰ੍ਹਾਂ ਦਾ ਹੋਵੇ ਤਾਂ ਉਹਦੇ ਵਿੱਚ ਜ਼ਿਆਦਾ ਘਟਨਾਵਾਂ, ਕਾਫੀ ਕੁਝ ਲੋਕ ਜਿਹੜੇ ਆ, ਕੁਝ ਆਫੀਸਰ ਵੀ ਉਹ ਉਸ ਮਾਹੌਲ ਦੇ ਨਾਲ ਬਹਿਣ ਚ ਪੈ ਜਾਂਦੇ। ਸਾਰੇ ਐਂਟੀ ਕਰੰਟ ਨਹੀਂ ਚੱਲਦੇ ਹੁੰਦੇ। ਜੇ ਅਸੀਂ ਸੁਰੱਖਿਅਤ ਮਾਹੌਲ ਕ੍ਰੀਏਟ ਕਰਨਾ ਚਾਹੁੰਦੇ ਆ ਜਾਂ ਸਮੀਖਿਆ ਕਰ ਰਹੇ ਆ, ਅਸੀਂ ਇਹ ਥੋੜੀ ਕਹਿਤਾ ਵੀ ਰੱਦ ਕਰਤੇ ਆ ਸਾਰਿਆਂ ਦੇ ਵਿੱਚੋਂ, ਕੁਝ ਫੜੇ ਵੀ ਗਏ ਆ, ਹੁਣ ਪਤਾ ਲੱਗਿਆ ਗਲਤ ਹਥਿਆਰ ਰੱਦ ਵੀ ਕੀਤੇ ਆ। ਸਮੀਖਿਆ ਕਰਨ ਵਿੱਚ ਕੀ ਤਕਲੀਫ ਹੈ? ਮੈਂ ਕਹਿੰਦਾ ਸ਼੍ਰੋਮਣੀ ਅਕਾਲੀ ਦਲ ਨੂੰ ਜਾਂ ਕਾਂਗਰਸ ਪਾਰਟੀ ਨੂੰ, ਇਹ ਕੱਲ ਨੂੰ ਕਹਿਣਗੇ ਨਾਕੇ ਵੀ ਹਟਾਓ, ਕਿੰਨੇ ਤੁਸੀਂ ਤਲਾਸ਼ੀਆਂ ਲਈਆਂ, ਕਿੱਥੇ ਫੜਦਾ ਕੋਈ ਹੋਇਆ ਨਹੀਂ। ਪਰ ਨਾਲ ਮੈਂ ਇਹ ਕਹਿਣਾ ਚਾਹੁੰਦਾ, ਨਾਕਿਆਂ ਤੋਂ ਹੀ ਫੜਦੀ ਹੋਏ ਆ। ਇੱਕ ਸੁਰੱਖਿਆ ਦੀ ਭਾਵਨਾ, ਇੱਕ ਕ੍ਰਿਮੀਨਲਸ ਵਿੱਚ ਡਰ ਪੈਦਾ ਕਰਨਾ, ਇਹ ਸਾਰੀਆਂ ਲਾਅ ਐਨਫੋਰਸਮੈਂਟ ਦਾ ਹਿੱਸਾ ਆ। ਲਾਅ ਐਨਫੋਰਸਮੈਂਟ ਆਫੀਸਰ ਜਿਹੜੇ ਹੈਗੇ ਆ, ਖੜਿਆਲ ਸਾਹਿਬ ਇੱਕ ਉਹਨਾਂ ਨੂੰ ਇਸ ਗੱਲ ਦਾ ਪਤਾ ਕਿ ਖੜਿਆਲ ਸਾਹਿਬ ਮੈਂ ਤੁਹਾਡੇ ਕੋਲ ਆ ਰਿਹਾ। ਖੜਿਆਲ ਸਾਹਿਬ ਇੱਕ ਛੋਟਾ ਜਿਹਾ ਰਿਐਕਸ਼ਨ ਤੁਹਾਡਾ ਜ਼ਰੂਰੀ ਹੈ। ਇਹ ਕਿੰਤੂ ਪਰੰਤੂ ਸਰਕਾਰ ਦੇ ਹਰ ਫੈਸਲੇ ਦੇ ਉੱਤੇ ਕਿਉਂ ਵਿਰੋਧੀ ਕਰਦੇ ਨੇ? ਕਿਉਂਕਿ ਸਰਕਾਰ ਜਿਹੜੀ ਚੀਜ਼ ਤਾਂ ਕਰਨੀ ਚਾਹੀਦੀ ਹੈ ਉਹ ਕਰ ਨਹੀਂ ਰਹੀ, ਟਾਈਮਲੀ ਐਕਸ਼ਨ ਨਹੀਂ ਲੈ ਰਹੀ, ਮੁਲਜ਼ਮ ਫੜੇ ਨਹੀਂ ਜਾ ਰਹੇ। CM ਸਾਹਿਬ ਸਟੇਟ ਦੇ ਵਿੱਚ ਘੱਟ ਹੁੰਦੇ ਨੇ, ਹਿਮਾਚਲ, ਗੁਜਰਾਤ, ਦਿੱਲੀ ਜ਼ਿਆਦਾ ਹੁੰਦੇ ਨੇ। ਪੁਲਿਸ ਨੂੰ ਸਖਤ ਹਦਾਇਤਾਂ ਨਹੀਂ ਹੋਈਆਂ। ਇੰਨੇ ਇਨਸੀਡੈਂਟਸ ਹੋ ਗਏ, ਮੂਸੇਵਾਲੇ ਦਾ ਕਤਲ, ਕਬੱਡੀ ਪਲੇਅਰਸ ਦਾ ਕਤਲ, ਆਹ ਪਿਛਲੇ ਹਫਤੇ ਦੇ ਵਿੱਚ 2 ਕਤਲ, ਇੰਟੈਲੀਜੈਂਸ ਹੈਡਕੁਆਟਰਸ ਤੇ ਗ੍ਰੇਨੇਡ ਲਾਂਚਰ ਫਾਇਰ ਹੋ ਗਿਆ। ਕਿੰਨੇ ਇਸ਼ੂਜ਼ ਹੋ ਗਏ ਗੌਰਵ ਜੀ ਇੱਥੇ। ਆ ਸਾਰੇ ਇਨਸੀਡੈਂਟਸ ਮੈਂ ਕਿਉਂ ਗਨਾਏ ਆ? ਸੰਘੇੜਾ ਸਾਹਿਬ ਗੱਲ ਕਰ ਰਹੇ ਮੈਰਿਜ ਪੈਲੇਸਿਸ ਦੇ ਵਿੱਚ ਜੋ ਇਨਸੀਡੈਂਟਸ ਹੁੰਦੇ ਆ, ਕੀ ਉਹ ਇਸ਼ੂ ਹੈ? ਇਜ਼ ਦੈਟ ਇਵਨ ਅ ਬਿਗ ਇਸ਼ੂ? ਵੱਡਾ ਇਸ਼ੂ ਹੈ। ਜਿਹੜੇ ਆ ਇਨਸੀਡੈਂਟਸ ਮੈਂ ਗਨਾਏ ਆ ਪਿਛਲੇ ਹਫਤੇ ਦੇ ਵਿੱਚ ਹੋਏ ਆ, ਉੱਥੇ ਮਾਰ ਕੇ ਬੰਦੇ ਨੂੰ ਤੇ ਭੱਜ ਜਾਂਦੇ ਆ। ਉਹ ਕੀ ਲਾਇਸੈਂਸਡ ਵੈਪਨ ਵਰਤਦੇ ਆ ਕਿ ਨਜਾਇਜ਼ ਅਸਲਾ ਵਰਤਦੇ ਆ? ਸਭ ਨੂੰ ਪਤਾ ਹੈ ਕਿ ਨਜਾਇਜ਼ ਅਸਲਾ ਉਹ। ਤੇ ਇਹ ਚੀਜ਼ ਜਦੋਂ ਹੋ ਰਹੀ ਹੈ, ਆਮ ਆਦਮੀ ਪਾਰਟੀ ਨਜਾਇਜ਼ ਅਸਲੇ ਲਈ ਕੁਝ ਨਹੀਂ ਕਰ ਰਹੀ, ਉਹ ਕਲਪ੍ਰਿਟਸ ਲਈ ਕੁਝ ਨਹੀਂ ਕਰ ਰਹੀ, ਕਰ ਰਹੀ ਹੈ ਲਾਇਸੈਂਸਡ ਵੈਪਨ ਲਈ। ਮੈਰਿਜ ਪੈਲੇਸ ਦੇ ਵਿੱਚ ਇਨਸੀਡੈਂਟਸ ਏਡਾ ਵੱਡਾ ਇਸ਼ੂ ਨਹੀਂ ਹੈ। ਵੱਡਾ ਇਸ਼ੂ ਹੈ ਆ ਜਿਹੜੇ ਗੈਂਗਸਟਰਸ ਮਾਰ ਕੇ ਭੱਜਦੇ ਜਾਂ ਹੋਰ ਬੰਦੇ ਮਾਰ ਕੇ ਫੇਰ ਭੱਜ ਜਾਂਦੇ ਆ। ਸੋ ਨੰਬਰ 2 ਗੌਰਵ ਜੀ ਜ਼ਰੂਰੀ ਗੱਲ ਦੇਖੋ, VVIPs ਦਾ ਪ੍ਰੋਟੈਕਟ ਹੋਣ ਗਨਮੈਨ ਦੁਆਰਾ, 8-8 10-10 15-15 ਗਨਮੈਨ ਹੋਣ, ਜੈਮਰਸ ਨਾਲ ਚੱਲਣ। ਇੱਕ ਆਮ ਨਾਗਰਿਕ ਇੰਨੇ ਅਨਸੇਫ এনवायरमेंट ਦੇ ਵਿੱਚ ਆਪਦੀ ਰੱਖਿਆ ਵੀ ਨਾ ਕਰੇ, ਆਪਦੀ ਸੇਫਟੀ, ਆਪਦੇ ਪਰਿਵਾਰ ਦੀ ਸੇਫਟੀ ਵੀ ਨਾ ਇੰਸ਼ੋਰ ਕਰ ਸਕੇ, ਇੱਕ ਕਿੱਥੋਂ ਦਾ ਇਨਸਾਫ ਹੈ? ਸੋ ਗੌਰਵ ਜੀ ਪ੍ਰੋਬਲਮ ਪਤਾ ਕੀ ਹੈ ਕਿ ਆਮ ਆਦਮੀ ਪਾਰਟੀ ਦੇ ਇਨਐਕਸਪੀਰੀਅੰਸ ਕਰਕੇ, ਇਨਕੰਪੀਟੈਂਸ ਕਰਕੇ ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਅਸੀਂ ਕਿਹੜੀ ਪ੍ਰੋਬਲਮ ਨੂੰ ਕਿਵੇਂ ਡੀਲ ਕਰਨਾ ਹੈ। ਦੇਖੋ ਜੀ ਮੈਂ ਤਾਂ ਹੈਰਾਨ ਆ ਇਹਨਾਂ ਤੋਂ, ਤੁਹਾਡੇ ਇਸੇ ਪੁਆਇੰਟ ਤੇ ਰਿਐਕਸ਼ਨ ਲੈਣ ਨੂੰ ਮੈਂ ਵਾਪਸ ਆ ਗਿਆ। ਗੌਰਵ ਜੀ ਲਾਸਟ ਪੁਆਇੰਟ ਖੜਿਆਲ ਸਾਹਿਬ ਇੱਕ ਲਾਸਟ ਪੁਆਇੰਟ, ਖੜਿਆਲ ਸਾਹਿਬ ਸੰਘੇੜਾ ਸਾਹਿਬ ਇੱਕ ਲਾਸਟ ਪੁਆਇੰਟ ਉਹਨਾਂ ਨੂੰ ਦੱਸ ਲੈਣ। ਇਹ ਹਿਸਾਬ ਨਹੀਂ ਹਮੇਸ਼ਾ ਹੀ 10 ਸੈਕਿੰਡ ਮਾਰ ਕੇ ਨਾ ਫਿਰ ਵੱਧ ਟਾਈਮ ਲੱਗਦਾ। ਸੁਣ ਲਓ ਸੰਘੇੜਾ ਸਾਹਿਬ, ਪਹਿਲਾਂ ਤਾਂ ਇਹ ਕਹਿੰਦੇ ਹੇਟ ਸਪੀਚ ਕੋਈ ਦਊਗਾ ਉਹਦੇ ਖਿਲਾਫ ਐਕਸ਼ਨ ਲਵਾਂਗੇ। ਹੇਟ ਸਪੀਚ ਨੂੰ ਡਿਫਾਈਨ ਤਾਂ ਕਰ ਦੋ। ਤੁਹਾਨੂੰ ਹਫਤੇ ਤੋਂ ਕਹਿ ਰਹੇ ਆ, ਕਾਂਗਰਸ ਪਾਰਟੀ ਬੀਇੰਗ ਮੇਜਰ ਆਪੋਜੀਸ਼ਨ ਬਾਰ-ਬਾਰ ਆਵਾਜ਼ ਚੱਕ ਰਹੀ ਹੈ ਵੀ ਹੇਟ ਸਪੀਚ ਤੇ ਪਰਚਾ ਕਰਨ ਨੂੰ ਤਿਆਰ ਹੋ, ਕੇਸ ਕਰਨ ਨੂੰ ਤਿਆਰ ਹੋ। ਦੱਸਤਾ ਦੋ ਉਹਨਾਂ ਨੂੰ ਹੇਟ ਸਪੀਚ ਹੁੰਦੀ। ਠੀਕ ਹੈ ਚਲੋ ਜਵਾਬ ਲੈ ਲਈ ਆਪਾਂ ਭਟਕਣਾ ਜਾਈਏ, ਆਮ ਲੋਕ ਗਨ ਦੇ ਉੱਤੇ ਰਹਿਣਾ। ਗੌਰਵ ਜੀ ਕਨਸਟੀਟਿਊਸ਼ਨ IPC ਆर्टिकल्स क्यों डिफाइंड है, कॉन्स्टिट्यूशन क्यों लिखा हुआ है, IPC ਦੇ ਵਿੱਚ ਸੈਕਸ਼ਨਸ ਕਿਉਂ ਡਿਫਾਈਂਡ ਹੈ? ਤਾਂ ਕਿ ਕੋਰਟ ਸਜ਼ਾ ਦੇ ਸਕੇ, ਤਾਂ ਕਿ ਪੁਲਿਸ FIR ਕਰ ਸਕੇ। ਸੰਘੇੜਾ ਸਾਹਿਬ ਇੱਥੇ ਵਰਣਨ ਕਰਦੇ ਨੇ, ਸਪੀਚ ਦਾ ਡਿਫਾਈਨ ਕਰਦੇ ਨੇ, ਤੇ ਮੈਂ ਮੰਨ ਜਾਊਂਗਾ ਡਿਬੇਟ ਦੇ ਵਿੱਚ ਇਹਨਾਂ ਨੂੰ ਪੁੱਛੋ। ਠੀਕ ਹੈ ਚਲੋ ਇਹ ਰਿਐਕਟ ਕਰ ਲੈਣ ਦੋ, ਉਹਨਾਂ ਨੂੰ ਇੱਕ ਵਾਰੀ ਰਿਐਕਟ ਕਰ ਲੈਣ ਦੋ। ਮੈਣੀ ਸਾਹਿਬ ਆ ਰਹੇ ਆ ਸਰ, ਤੁਹਾਡੇ ਕੋਲ ਵੀ ਆ ਰਹੇ ਆ ਕੁਲਸ਼ਿੰਦਰ ਜੀ। ਖੜਿਆਲ ਸਾਹਿਬ ਬੜੇ ਸਲੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਪਰ ਸਾਰੇ ਸਰੋਤਿਆਂ ਨੂੰ ਦੁਨੀਆ ਭਰ ਵਿੱਚ ਇਹ ਪਤਾ ਆ ਕਿ ਕੀ ਕਾਰਵਾਈ ਹੋ ਰਹੀ ਆ। ਖੜਿਆਲ ਸਾਹਿਬ ਪਿਛਲੇ ਦਿਨੀ ਜਿਹੜਾ ਮਰਡਰ ਹੋਇਆ ਆ, ਅਨਫੋਰਚੂਨੇਟ ਗੱਲ ਹੋਈ ਹੈ, 6ਵਾਂ ਸ਼ੂਟਰ ਜੈਪੁਰ ਤੋਂ ਪੁਲਿਸ ਫੜ ਕੇ ਲਿਆਈ ਆ। ਜੇ ਪੁਲਿਸ ਆਫੀਸਰ ਚੰਗਾ ਕੰਮ ਕਰ ਰਹੇ ਆ, ਪੁਲਿਸ ਚੰਗਾ ਕੰਮ ਕਰ ਰਹੀ ਆ, ਤੁਹਾਨੂੰ ਤਕਲੀਫ ਕਿਸ ਗੱਲ ਦੀ ਹੈ?
ਕਿਉਂ ਤੁਹਾਡਾ ਸ਼ਰਮ ਨਾਲ ਸਿਰ ਹੀ ਝੁਕੀ ਜਾ ਰਿਹਾ ਵੀ ਤੁਹਾਡੇ ਵੇਲੇ ਕਿੰਨਾ ਗੰਦ ਗਲਤ ਪਿਆ ਕਹਿ ਰਹੇ ਸੀ, ਹੋ, ਕਿੰਨਾ ਇਹ problem ਤੁਸੀਂ ਗੰਦ ਨਹੀਂ ਪਾਇਆ ਹੈ। ਹੋਇਆ। issue license ਬਾਹਰਲੇ weapon ਸੂਬਿਆਂ ਦੀ ਤੱਕ review ਵਿੱਚ ਨਾ ਹੈ। ਬੋਲੋ, ਵਿੱਚ ਨਾ ਬੋਲੋ, ਮੈਂ ਬੋਲਣ ਨਹੀਂ ਦੇਣਾ ਵਿੱਚ ਨਾ ਬੋਲੋ, ਮੈਂ ਬੋਲਣ ਨਹੀਂ ਦੇਣਾ, ਫਿਰ ਦੱਸਦਾ ਸਾਰੀ ਡਿਬੇਟ ਖਰਾਬ ਕਰ ਦਿਓ ਤੁਸੀਂ। ਸੰਗੇੜਾ ਸਾਹਿਬ ਖੜਿਆਲ ਜੀ ਪਲੀਜ਼ ਇੱਕ ਇੱਕ ਕਰਕੇ ਬੋਲੋ, ਲੋਕਾਂ ਤੱਕ ਗੱਲ ਪਹੁੰਚੇ, ਇੱਕ ਇੱਕ ਕਰਕੇ ਬੋਲੋ, ਲੋਕਾਂ ਤੱਕ ਗੱਲ ਪਹੁੰਚੇ। ਵਿੱਚ ਕਿਉਂ ਬੋਲਦੇ ਹੋ? ਖੜਿਆਲ ਜੀ ਥੋੜਾ ਜਿਹਾ ਵੇਟ ਕਰੋ, ਮੈਂ 30 ਸੈਕਿੰਡ ਬਾਅਦ ਤੁਹਾਡੇ ਕੋਲ ਆਵਾਂਗਾ, ਤੁਸੀਂ ਆਪਣੀ ਗੱਲ ਰੱਖਿਓ, ਥੋੜਾ ਥੋੜਾ ਵੇਟ ਕਰੋ। ਕਿਹੜਾ ਸ਼ੂਟਰ ਨਹੀਂ ਫੜਿਆ? ਜੇ ਕੋਈ ਬਾਹਰ ਬੈਠਾ ਆ, ਉਹ ਤੁਸੀਂ ਤੁਹਾਡੇ ਵੇਲੇ ਕ੍ਰਾਈਮ ਦੀਆਂ ਜੜ੍ਹਾਂ ਇੰਨੀਆਂ ਡੂੰਘੀਆਂ ਹੋਈਆਂ ਕਿ ਦੂਜੇ ਸੂਬਿਆਂ ਤੱਕ ਤੇ ਵਿਦੇਸ਼ਾਂ ਤੱਕ ਉਹ ਜੜ੍ਹਾਂ ਫੈਲ ਗਈਆਂ। ਪੁਲਿਸ ਆਫੀਸਰਸ ਨੇ, ਡੀਜੀਪੀ ਸਾਹਿਬ ਨੇ ਐਲਾਨ ਕੀਤਾ ਆ ਕਿ ਜਿਹੜੇ ਬਾਹਰ ਬੈਠੇ ਆ ਉਹ ਵੀ ਛੇਤੀ ਆਉਣਗੇ ਇੱਥੇ। ਨਹੀਂ ਪਰ ਸੰਗੇੜਾ ਸਾਹਿਬ, ਜਿਹੜਾ ਤੁਹਾਡੇ ਵਿਰੋਧੀਆਂ ਦੀ ਇਸ ਸਮੇਂ ਜਿਹੜੀ ਸਵਾਲ ਹੈ ਜਾਂ ਚਿੰਤਾ ਹੈ ਨਾ, ਕਿ ਦੇਖੋ ਜਿਹੜੀਆਂ ਘਟਨਾਵਾਂ ਹੋਈਆਂ ਨੇ ਜੋ ਇਸ ਸਮੇਂ ਖੂਬ ਚਰਚਾ 'ਚ ਨੇ, ਚਾਹੇ ਉਹ ਡੇਰਾ ਪ੍ਰੇਮੀ ਦਾ ਕਤਲ ਹੋਵੇ, ਸਿੱਧੂ ਮੂਸੇਵਾਲਾ, ਸੰਦੀਪ ਨੰਗਲ ਅੰਬੀਆਂ ਜਾਂ ਹੋਰ ਘਟਨਾਵਾਂ ਹੋਈਆਂ, ਇਹ ਤਾਂ ਨਜਾਇਜ਼ ਹਥਿਆਰਾਂ ਦੇ ਨਾਲ ਹੋਈਆਂ ਨੇ। ਕਿ ਫੋਕਸ ਤੁਸੀਂ ਟੋਟਲੀ ਲਾਇਸੈਂਸੀ ਹਥਿਆਰਾਂ ਦੇ ਉੱਤੇ ਕਰ ਰਹੇ ਹੋ, ਘਟਨਾਵਾਂ ਨਜਾਇਜ਼ ਹਥਿਆਰਾਂ ਵਾਲੇ ਕਰ ਰਹੇ ਹੋ। ਗੌਰਵ ਜੀ ਇਹ ਗਲਤ ਪਿਕਚਰ ਪੇਸ਼ ਕਰ ਰਹੇ ਨੇ। ਖੜਿਆਲ ਸਾਹਿਬ ਤੇ ਮੈਣੀ ਸਾਹਿਬ ਦੋਨੇ ਹੀ ਯੰਗ ਮੁੰਡੇ ਆ, ਬੜੇ ਵਧੀਆ ਨੇ ਐਜ਼ ਏ ਪਰਸਨ, ਪਰ ਇਹ ਗਲਤ ਪਿਕਚਰ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਕੱਲਾ ਜਿਹੜੇ ਲਾਇਸੈਂਸੀ ਹਥਿਆਰਾਂ ਦੀ ਗੱਲ ਕਰ ਰਹੇ ਹਾਂ, ਅਸੀਂ ਹਰ ਪਾਸਿਓਂ ਕਾਰਵਾਈ ਕਰ ਰਹੇ ਹਾਂ। ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ। ਡੀਜੀਪੀ ਸਾਹਿਬ ਨੇ ਐਲਾਨ ਕੀਤਾ ਹੈ ਕਿ ਜਿਹੜੀ ਪਿਛਲੇ ਦਿਨੀ ਘਟਨਾਵਾਂ ਹੋਈਆਂ ਉਹਦਾ 6ਵਾਂ ਸ਼ੂਟਰ ਤੁਸੀਂ ਚਲਾਇਆ, ਲਾਈਵ ਚਲਾਇਆ, ਕਿਸ ਤਰ੍ਹਾਂ ਜਿੱਦਾਂ ਖੁੱਡ 'ਚ ਪਾਣੀ ਪਾ ਕੇ ਚੂਹਾ ਬਾਹਰ ਕੱਢੀਦਾ ਹੁੰਦਾ, ਇਦਾਂ ਫੜ ਕੇ ਲੈ ਕੇ ਆਏ ਆ। ਜਿਹਨੇ ਕ੍ਰਾਈਮ ਕੀਤਾ ਕਿਸੇ ਨੇ ਕੋਈ ਢਿੱਲ ਨਹੀਂ, ਇਹਨਾਂ ਵੇਲੇ ਤਾਂ ਪੂਰੀ ਕਾਰਵਾਈ ਨਹੀਂ ਸੀ। ਰਿਐਕਸ਼ਨ ਲੈ ਲਈਏ, ਇਹ ਗਲਤ ਮਾਹੌਲ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਇਹ ਇਸ ਤਰ੍ਹਾਂ ਨੂੰ ਨਹੀਂ ਕਰਨਾ। ਖੜਿਆਲ ਸਾਹਿਬ ਬਹੁਤ ਛੋਟੇ ਰਿਐਕਸ਼ਨ ਰੱਖਿਓ, ਬਹੁਤ ਛੋਟੇ ਰਿਐਕਸ਼ਨ ਰੱਖਿਓ, ਕਰਨੀ ਬਣਦੀ ਹੈ। ਠੀਕ ਹੈ, ਕੁਲਵਿੰਦਰ ਜੀ ਬਹੁਤ ਦੇਰ ਵੇਟ ਕਰ ਰਹੇ ਨੇ, ਕਿਸੇ ਨੂੰ ਬਖਸ਼ਾਂਗੇ ਨਹੀਂ, ਜ਼ੀਰੋ ਟੋਲਰੈਂਸ ਹੈ। ਨਹੀਂ ਠੀਕ ਹੈ ਸਰ, ਤੁਹਾਡਾ ਪੁਆਇੰਟ ਆ ਗਿਆ, ਸਾਰੀਆਂ ਚੀਜ਼ਾਂ ਦੇ ਉੱਤੇ ਕੰਟਰੋਲ ਕਰਨ ਦੀ ਕੋਸ਼ਿਸ਼ ਹੈ। ਖੜਿਆਲ ਸਾਹਿਬ ਗੌਰਵ ਜੀ ਮੇਰਾ ਇੰਨਾ ਹੀ ਕਹਿਣਾ ਹੈ ਕਿ ਸੁਪਰੀਮ ਕੋਰਟ ਨੇ ਕਿਹਾ ਹੋਇਆ ਹੈ ਕਿ ਬੰਦੇ ਕੋਲੇ ਰਾਈਟ ਟੂ ਸੈਲਫ ਡਿਫੈਂਸ ਹੈ। ਜਦੋਂ ਮਾਹੌਲ ਇਹਨਾਂ ਮਾੜਾ ਹੋਵੇ, ਖੁੱਲੇਆਮ ਸ਼ਰੇਆਮ ਦਿਨ ਦਿਹਾੜੇ ਕਤਲ ਹੋ ਰਹੇ ਹੋਣ, ਇੰਨਾ ਜ਼ਿਆਦਾ ਕ੍ਰਾਈਮ ਵੱਧ ਗਿਆ ਹੋਵੇ, ਤਾਂ ਬੰਦਾ ਆਪਦੇ ਆਪ ਨੂੰ ਮਹਿਸੂਸ ਕਰਵਾਉਣ ਲਈ, ਆਪਦੇ ਪਰਿਵਾਰ ਨੂੰ ਮਹਿਸੂਸ ਕਰਵਾਉਣ ਲਈ ਇੱਕ ਲਾਇਸੈਂਸਡ ਵੈਪਨ ਰੱਖ ਨਹੀਂ ਸਕਦਾ। ਵੀ ਬੰਦੇ ਦੇ ਘਰੇ ਕੋਈ ਮਾੜਾ ਬੰਦਾ ਆ ਜੇ, ਉਹ ਰਿਵਿਊ ਕਰਨ ਦੀ ਗੱਲ ਹੈ ਨਾ। ਖੜਿਆਲ ਸਾਹਿਬ ਉਹ ਕਿਹੜਾ ਕਹਿ ਰਹੇ ਕਿ ਨਹੀਂ ਰੱਖ ਸਕਦੇ, ਰਿਵਿਊ ਕਰਨ ਦੀ ਗੱਲ ਹੈ, ਜ਼ਰੂਰਤ ਹੈ ਤਾਂ ਰੱਖ ਲਓ। ਨਹੀਂ ਮੈਂ ਤੁਹਾਨੂੰ ਦੱਸਦਾ ਗੌਰਵ ਜੀ, ਇਸ਼ੂ ਹੈ ਹੀ ਨਹੀਂ। ਮੈਨੂੰ ਤੁਸੀਂ ਆਪ ਦੱਸੋ, ਜਿਹੜੇ ਮੈਂ ਇਨਸੀਡੈਂਟਸ ਕੋਟ ਕੀਤੇ ਆ, ਇੱਥੇ ਲਾਇਸੈਂਸ ਵੈਪਨ ਯੂਜ਼ ਹੋਇਆ ਜਾਂ ਨਜਾਇਜ਼ ਅਸਲਾ ਯੂਜ਼ ਹੋਇਆ? ਨਜਾਇਜ਼ ਅਸਲਾ ਯੂਜ਼ ਹੋਇਆ। ਇਸ਼ੂ ਪੰਜਾਬ ਲਈ ਵੱਡਾ ਇਹ ਹੈ, ਲਾਇਸੈਂਸਡ ਵੈਪਨ ਦਾ ਤਾਂ ਸਵਾਲ ਖੜਾ ਹੋ ਹੀ ਨਹੀਂ ਰਿਹਾ। ਤੇ ਜੇ ਹੋ ਰਿਹਾ ਹੈ ਵਿਦ ਰਿਗਾਰਡਸ ਟੂ ਮੈਰਿਜ ਪੈਲੇਸ ਦੇ ਵਿੱਚ ਜੋ ਇਨਸੀਡੈਂਟ ਹੋ ਰਿਹਾ ਹੈ, ਉਹ ਕਿੰਨੇ ਕ ਹੈ? ਕਿ ਉਹ ਇਸ਼ੂ ਵੀ ਹੈ ਕਿ ਉਹ ਪੰਜਾਬ ਨੂੰ ਡਰਾ ਰਿਹਾ ਹੈ, ਧਮਕਾ ਰਿਹਾ ਹੈ, ਕਿ ਉਹਦਾ ਖਤਰਾ ਬਣਿਆ ਹੋਇਆ ਹੈ? ਖਤਰਾ ਬਣਿਆ ਹੈ ਤਾਂ ਨਜਾਇਜ਼ ਅਸਲੇ ਦਾ, ਗੈਂਗ ਜਿਹੜਾ ਗੈਂਗਸਟਰਸ ਯੂਜ਼ ਕਰ ਰਹੇ ਹੈ, ਜੋ ਗੈਂਗ ਕਲਚਰ ਹੈ, ਆਪਣਾ ਗਨ ਕਲਚਰ ਹੈ, ਉਹਨੂੰ ਮੈਂ ਮਰਡਰ ਦੀਆਂ ਤੁਸੀਂ ਸਾਬਕਾ ਸਰਕਾਰਾਂ ਦੇ ਸਾਹਮਣੇ ਇਹ ਕਿਹਾ ਕਿ ਇਟ ਇਜ਼ ਨਾਟ ਕੀ ਕਰਕੇ ਸੰਗੇੜਾ ਸਾਹਿਬ, ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਖੜਿਆਲ ਜੀ ਕੰਪਲੀਟ ਕਰ ਲਓ ਪਲੀਜ਼। ਮੈਂ ਤੁਹਾਡਾ ਪੁਆਇੰਟ ਤੁਹਾਡਾ ਵੈਲਿਡ ਹੈ, ਮੈਂ ਉਸ ਦੇ ਉੱਪਰ ਜਵਾਬ ਲੈ ਲਵਾਂ ਇੱਕ ਵਾਰੀ, ਮੈਂ ਇੱਕ ਵਾਰੀ ਜਵਾਬ ਲੈ ਲਵਾਂ। ਇਹਨਾਂ ਪੁੱਛ ਲਓ ਵੀ ਹੇਟ ਸਪੀਚ ਨੂੰ ਡਿਫਾਈਨ ਕਰਦੇ ਨੇ ਸੰਗੇੜਾ ਸਾਹਿਬ, ਇੱਥੇ ਡਿਫਾਈਨ ਕਰਦੇ। ਇਹ ਕਹਿੰਦੇ ਕੇਸ ਕਰਾਂਗੇ ਨਾ, ਹੇਟ ਸਪੀਚ ਹੁੰਦੀ ਕੀ ਹੈ ਦੱਸ ਦੋ ਲੋਕਾਂ ਨੂੰ, ਪੁਲਿਸ ਵਾਲਿਆਂ ਨੂੰ, ਤਾਂ ਕਿ ਉਹ ਵੀ ਐਕਸ਼ਨ ਲੈ। ਨਹੀਂ ਉਹ ਵੀ ਆਪਾਂ ਇੱਕ ਦਿਨ ਪਹਿਲਾਂ ਉਸ ਦੇ ਉੱਤੇ ਹੀ ਚਰਚਾ ਕੀਤੀ, ਬੜੀ ਬਾਰੀਕ ਬੜੀ ਥਿਨ ਲਾਈਨ ਹੁੰਦੀ ਹੈ ਕਿ ਤੁਸੀਂ ਬੋਲ ਰਹੇ ਹੋ ਔਰ ਫਿਰ ਹੇਟ ਸਪੀਚ ਵਾਲੇ ਪਾਸੇ ਚਲੇ ਜਾਂਦੇ ਹੋ। ਤਾਂ ਮੈਂ ਉਸ ਪੁਆਇੰਟ ਦੇ ਉੱਤੇ ਆਵਾਂਗਾ, ਪਰ ਮੈਣੀ ਸਾਹਿਬ ਕੁਝ ਕਹਿਣਾ ਚਾਹ ਰਹੇ ਸੀ। ਮੈਣੀ ਸਾਹਿਬ, ਸਤਿਕਾਰਯੋਗ ਸੰਘੇੜਾ ਸਾਹਿਬ ਨੇ ਮੈਨੂੰ ਤੇ ਖੜਿਆਲ ਸਾਹਿਬ ਨੂੰ ਕਹਿ ਤੇ ਦਿੱਤਾ ਕਿ ਇਹ ਗਲਤ ਬਿਆਨੀ ਕਰ ਰਹੇ ਆ, ਪਰ ਮੈਂ ਬਹੁਤ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਸੰਘੇੜਾ ਸਾਹਿਬ ਹੀ ਮਿਸਲੀਡ ਕਰਨ ਦੀ, ਇਸ ਤੁਹਾਡੇ ਚੈਨਲ ਦੇ ਇਸ ਡਿਬੇਟ ਰਾਹੀਂ ਮਿਸਲੀਡ, ਇੱਕ ਵੱਖਰਾ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਨਾ ਤੇ ਇਸ ਗੱਲ ਦਾ ਖੁਦ ਕਾਂਗਰਸ ਪਾਰਟੀ ਮੇਰੇ ਖਿਆਲ ਨਾਲ ਮੇਰਾ ਵੀਰ ਖੜਿਆਲ ਵੀ ਨਹੀਂ ਕਰੂਗਾ, ਮੈਂ ਵੀ ਨਹੀਂ ਕਰਦਾ ਕਿ ਰਿਵਿਊ ਹੋਣਾ ਚਾਹੀਦਾ, ਪਰ ਤੁਸੀਂ ਜਿਸ ਅੰਦਾਜ਼ ਨਾਲ, ਜਿਸ ਨਜ਼ਰੀਏ ਨਾਲ ਉਹਨੂੰ ਕਰ ਰਹੇ ਹੋ, ਗਲਤ ਹੈਗਾ। ਤੁਸੀਂ ਲੋਕਾਂ ਦੇ ਮਨਾਂ ਦੇ ਵਿੱਚ ਡਰ ਪੈਦਾ ਕਰ ਰਹੇ ਹੋ। ਗੌਰਵ ਜੀ, ਤੁਹਾਡੇ ਚੈਨਲ ਤੇ 2-3 ਦਿਨ ਪਹਿਲਾਂ ਭੁੱਚੋ ਮੰਡੀ ਦਾ ਕੇਸ ਬੜਾ ਲਗਾਤਾਰ ਉਹ ਵੀਡੀਓ ਚੱਲਦੀ ਰਹੀ ਕਿ ਇੱਕ ਬੰਦੇ ਦੇ ਘਰ ਰਾਤ ਨੂੰ ਪੁਲਿਸ ਵਾਲੇ, ਰਾਤ ਨੂੰ ਪੁਲਿਸ ਦੀ ਵਰਦੀ ਦੇ ਵਿੱਚ ਤੇ ਨਾਲ 3-4 ਦੂਸਰੇ ਬੰਦੇ, ਉਹ ਰਾਤ ਨੂੰ 12 ਵਜੇ ਉਹਦੇ ਘਰ ਦਾ ਦਰਵਾਜ਼ਾ ਖੜਕਾਉਂਦੇ ਆ। ਜੇ ਉਹ ਅੱਗੋਂ ਲਾਇਸੈਂਸ ਹਥਿਆਰ ਹੈਗਾ ਸੀ, ਉਹਨੇ ਕਿਹਾ ਵੀ ਤੁਸੀਂ ਬਾਹਰ ਆਓ, ਤੁਹਾਨੂੰ SHO ਸਾਹਿਬ ਬੁਲਾ ਰਹੇ ਆ। ਉਹਨੇ ਕਿਹਾ ਮੈਂ ਰਾਤ ਨੂੰ ਦਰਵਾਜ਼ਾ ਨਹੀਂ ਖੋਲਣਾ, ਮੈਂ ਸਵੇਰੇ ਗੱਲ ਕਰਾਂਗਾ। ਉਹਨੇ ਲਾਇਸੈਂਸ ਹਥਿਆਰ ਦੇ ਨਾਲ ਸਪਾਇਰ ਕੀਤਾ ਤੇ ਉਹ ਬੰਦੇ ਭੱਜ ਗਏ। ਦੇਖੋ, ਜੇ ਉਸ ਬੰਦੇ ਕੋਲ ਹਥਿਆਰ ਨਾ ਹੋਣ ਤੇ ਉਹਦੀ ਜਾਨ ਮਾਲ ਦੀ ਰਾਖੀ ਦੀ ਜ਼ਿੰਮੇਵਾਰੀ ਕਿਹਦੀ ਆ? ਇਸ ਤਰ੍ਹਾਂ ਹੀ ਪੰਜਾਬ ਪੰਜਾਬ ਦੇ ਪਿੰਡਾਂ ਦੇ ਵਿੱਚ, ਦੂਰ ਦਰਾਡੇ ਇਲਾਕਿਆਂ 'ਚ ਜਿਹੜੇ ਲੋਕ ਰਹਿੰਦੇ ਆ, ਇਹ ਉਹਨਾਂ ਦੀ
ਜਾਨ ਮਾਲ ਦੀ ਰਾਖੀ ਪੁਲਿਸ ਨਹੀਂ ਕਰਦੀ, ਉਹ ਖੁਦ ਕਰਦੇ ਆ, ਉਹ ਸੈਲਫ ਡਿਫੈਂਸ ਖੁਦ ਕਰਦੇ ਆ। ਲੋਕਾਂ ਨੂੰ, ਮਾੜੇ ਅਨਸਰਾਂ ਨੂੰ ਪਤਾ ਹੁੰਦਾ ਵੀ ਜੇ ਰਾਤ ਬਰਾਤੇ ਉਹਨਾਂ ਦੇ ਘਰ ਦੇ ਵਿੱਚ ਗਏ ਤੇ ਅੱਗੋਂ ਗੋਲੀ ਚੱਲ ਜਾਣੀ ਹੈ, ਇਸ ਲਈ ਉਹ ਡਰ ਨਹੀਂ। ਫਿਰ ਮੈਣੀ ਸਾਹਿਬ, ਮੇਰਾ ਸਵਾਲ ਇਹੀ ਹੈ ਕਿ ਰਿਵਿਊ ਹੋ ਰਿਹਾ ਹੈ ਤਾਂ ਉਸ ਦੇ ਉੱਪਰ ਕੋਈ ਇਤਰਾਜ਼ ਹੈ ਅਕਾਲੀ ਦਲ ਨੂੰ ਕਿ ਨਹੀਂ ਹੈ? ਇਹ ਤਾਂ ਕੋਈ ਨਹੀਂ ਹੈ, ਪਰ ਜਿਹੜਾ ਕੰਮ ਕਰਨ ਵਾਲਾ ਗੌਰਵ ਜੀ ਉਹ ਕਰੋ ਨਾ। ਜਿਹੜੇ ਠੀਕ ਹੈ, ਤੁਸੀਂ ਕਹਿ ਰਹੇ ਹੋ ਕਿ ਫੋਕਸ ਹੋਰ ਮੈਂ ਪਾਸੇ ਇੱਕ ਲਾਈਨ ਦਾ ਜਵਾਬ ਦੇ ਦੇਣਾ। ਚਲੋ ਠੀਕ ਹੈ, ਹੁਣ ਜਵਾਬ ਲੈ ਲਈ ਗੌਰਵ ਜੀ, ਤੁਹਾਡਾ ਪੁਆਇੰਟ ਆ ਗਿਆ। ਇੱਕ ਤੁਸੀਂ line ਦਾ ਵੈਲਕਮ ਕਰ ਰਹੇ ਹੋ, ਪਰ ਜਵਾਬ ਤੁਸੀਂ ਕਹਿ ਰਹੇ ਹੋ ਕਿ ਜੋ ਹੋਣਾ ਚਾਹੀਦਾ ਉਹ ਨਹੀਂ ਹੋ ਰਿਹਾ। ਬਾਰ-ਬਾਰ ਜਵਾਬ ਤਾਂ ਮੈਂ ਦੱਸ ਹੀ ਚੁੱਕਾ ਹਾਂ ਕਿ ਜਿਹੜੇ ਨਜਾਇਜ਼ ਹਥਿਆਰ ਹੈ ਤੇ ਜਿਹੜੇ ਨਜਾਇਜ਼ ਹਥਿਆਰਾਂ ਨਾਲ ਮਰਡਰ ਹੋਇਆ, ਕਿੰਨੀ ਐਫੀਸ਼ੀਐਂਟਲੀ ਪੁਲਿਸ ਨੇ ਕਾਰਵਾਈ ਕੀਤੀ ਹੈ। ਡਰ ਭੈ ਇਹ ਪੈਦਾ ਕਰਨਾ ਚਾਹੁੰਦੀ ਆ ਕਿ ਬੈਕ ਤੇ ਬੰਦਾ ਬੈਠਾ ਹੈ, ਉੱਥੇ ਲੁਟੇਰੇ ਆ ਗਏ ਹਨ, ਉਸ ਦਾ ਹਥਿਆਰ ਸਰਕਾਰ ਲੈ ਗਈ ਹੈ, ਕੋਈ ਸਰਕਾਰ ਲੋੜਵੰਦ ਦਾ ਹਥਿਆਰ ਨਹੀਂ ਲੈ ਰਹੀ। ਸਮੀਖਿਆ ਹੋ ਰਹੀ ਹੈ, ਵਿੱਚ ਨਾ ਬੋਲੋ, ਸਮੀਖਿਆ ਹੋ ਰਹੀ ਹੈ, ਕਿਸੇ ਦਾ ਨਜਾਇਜ਼ ਤੌਰ ਤੇ ਹਥਿਆਰ ਵਾਪਸ ਨਹੀਂ ਲਿਆ ਜਾਊਗਾ ਜਿਹਨੂੰ ਲੋੜ ਹੈ ਉਹਦੀ। ਟਰਸਟ ਦਾ ਪੁਲਿਸ, ਟਰਸਟ ਦਾ ਐਡਮਿਨਿਸਟ੍ਰੇਸ਼ਨ, ਅਫਵਾਹਾਂ ਨਾ ਫੈਲਾਓ। ਡਰ ਭੈ ਦਾ ਮਾਹੌਲ ਤੁਸੀਂ ਕ੍ਰੀਏਟ ਕਰ ਰਹੇ ਹੋ। ਅਸੀਂ ਜਿਹੜੀ ਪੰਜਾਬ ਸਰਕਾਰ ਉਹ ਸੁਰੱਖਿਅਤ ਮਾਹੌਲ ਕ੍ਰੀਏਟ ਕਰ ਰਹੀ ਹੈ ਔਰ ਠੋਸ ਰੀਅਲ ਕਾਰਵਾਈ ਕਰ ਰਹੀ ਹੈ। ਮੈਂ ਤੁਹਾਨੂੰ ਉਦਾਹਰਨ ਦਿੱਤੀ, ਉਹ ਤਾਂ ਬੋਲ ਵੀ ਨਹੀਂ ਸਕੇ ਤੁਸੀਂ, ਠੀਕ ਹੈ, ਕਿ ਜਿੱਦਾਂ ਖੁੱਡ ਚੋਂ ਪਾਣੀ ਪਾ ਕੇ ਚੂਹਾ ਕੱਢ ਕੇ ਬਾਹਰ ਲਿਆਈ ਜਾਣਾ। ਠੀਕ ਹੈ, ਛੋਟਾ ਜੈਪੁਰ ਤੋਂ ਸ਼ੂਟਰ ਨੂੰ ਇਦਾਂ ਫੜ ਕੇ ਲਿਆਂਦਾ ਪੰਜਾਬ ਪੁਲਿਸ ਨੇ। ਕੁਛ ਸੱਚ ਬੋਲਣਾ ਵੀ ਸਿੱਖ ਲਓ। ਮੈਣੀ ਸਾਹਿਬ ਕੁਝ ਕਹਿਣਾ ਚਾਹ ਰਹੇ ਹੋ? ਤੁਹਾਡੇ ਹੀ ਅਫਸਰ ਦੇ ਕੋਲੋਂ ਭੱਜ ਕੇ ਵੀ ਗਏ ਬੰਦੇ ਰਾਤ ਨੂੰ, ਜਿਹੜੇ ਮਾਨਸਾ ਤੋਂ ਜਿਹੜਾ ਉਹ ਬੰਦਾ ਗੈਂਗਸਟਰ ਭੱਜਿਆ, ਉਹ ਤੁਹਾਡੇ ਹੀ ਪੁਲਿਸ ਅਫਸਰ ਦੇ ਘਰੋਂ ਭੱਜਿਆ। ਇਹ ਵੀ ਗੱਲ ਯਾਦ ਰੱਖਿਓ। ਉਹ ਅਫਸਰ ਵੀ ਉਦਾਂ ਹੀ ਜੇਲ੍ਹ 'ਚ ਗਿਆ, ਜਿੱਥੇ ਗੈਂਗਸਟਰ ਜਾਂਦੇ ਉੱਥੇ ਹੀ ਚਲਾ ਗਿਆ। ਤੁਹਾਡੇ ਵਾਂਗੂ ਰਿਆਇਤ ਨਹੀਂ ਕੀਤੀ, ਤੁਹਾਡੇ ਹੋਰ ਰਿਆਇਤ ਨਹੀਂ ਕੀਤੀ, ਉਸੇ ਕੋਠੜੀ 'ਚ ਚਲਾ ਗਿਆ ਜਿੱਥੇ ਗੈਂਗਸਟਰ ਗਏ ਆ। ਔਰ ਜਿਹੜਾ ਗੈਂਗਸਟਰ ਭਜਾਇਆ ਸੀ ਉਹ ਵੀ ਫੜ ਕੇ ਵਾਪਸ ਉੱਥੇ ਹੀ ਵਾੜਤਾ ਆ। ਠੀਕ ਹੈ, ਚਲੋ ਮੈਣੀ ਸਾਹਿਬ ਸੰਗੇੜਾ ਜੀ ਥੋੜਾ ਜਿਹਾ ਵੇਟ ਕਰਿਓ, ਥੋੜਾ ਜਿਹਾ ਵੇਟ ਕਰਿਓ। ਬਲੈਕ ਸ਼ੀਪਸ ਆਰ ਐਵਰੀਵੇਅਰ। ਬਲੈਕ ਸ਼ੀਪਸ ਤਾਂ ਤੁਹਾਡੇ ਸ਼੍ਰੋਮਣੀ ਅਕਾਲੀ ਦਲ 'ਚ ਵੀ ਬੜੀਆਂ ਸੀਗੀਆਂ। ਥੋੜਾ ਜਿਹਾ ਵੇਟ ਕਰੋ ਸਰ। ਅਕਾਲੀ ਦਲ ਬਲੈਕ ਸ਼ੀਪਸ ਨਾਲ ਭਰ ਗਿਆ। ਸਾਬਕਾ ਐਸਐਸਪੀ ਸਾਡੇ ਨਾਲ ਨੇ, ਬਹੁਤ ਸੀਨੀਅਰ ਨੇ, ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ, ਉਹਨਾਂ ਦਾ ਰਿਐਕਸ਼ਨ ਜ਼ਰੂਰੀ ਹੈ। ਮੈਂ ਇੱਕ ਵਾਰ ਉਹਨਾਂ ਦਾ ਰੁਕ ਕਰ ਲਵਾਂ। ਕੁਲਸ਼ਿੰਦਰ ਜੀ, ਸਵਾਲ ਇਹ ਹੈ ਕਿ ਘਟਨਾਵਾਂ ਜੋ ਹੋ ਰਹੀਆਂ ਨੇ ਕਿ ਲਾਇਸੈਂਸੀ ਜਿਹੜੇ ਹਥਿਆਰ ਨੇ ਉਹਨਾਂ ਨੂੰ ਰਿਵਿਊ ਕਰਨ ਦੇ ਨਾਲ ਉਹਨਾਂ ਦੇ ਉੱਤੇ ਠੱਲ ਪਾਈ ਜਾ ਸਕਦੀ ਹੈ। ਤੇ ਪੁਆਇੰਟ ਨੰਬਰ 2 ਕਿ ਜਿਹੜੇ ਨਜਾਇਜ਼ ਹਥਿਆਰ ਹੁੰਦੇ ਨੇ, ਜਾਂ ਜਿਹੜੇ ਜਿਸ ਤਰੀਕੇ ਨਾਲ ਨਜਾਇਜ਼ ਹਥਿਆਰਾਂ ਦੇ ਨਾਲ ਘਟਨਾਵਾਂ ਵਾਪਰਦੀਆਂ ਨੇ, ਉਸ ਦੇ ਲਈ ਪੁਲਿਸ ਕੀ ਕਰਦੀ ਹੈ? ਕਿਉਂਕਿ ਉਹ ਅੰਦਰ ਖਾਤੇ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ, ਉਸ ਬਾਰੇ ਪਤਾ ਨਹੀਂ ਲੱਗਦਾ, ਤਾਂ ਉਹ ਉਸ ਨੂੰ ਕਿਵੇਂ ਠੱਲ ਪਾਈ ਜਾਂਦੀ ਹੈ ਜਾਂ ਪਾਈ ਜਾ ਸਕਦੀ ਹੈ? ਦੇਖੋ, ਜਿਹੜੇ ਹਥਿਆਰ ਲਾਇਸੈਂਸੀ ਹਥਿਆਰ ਹੈ, ਇਹਨਾਂ ਦੇ ਕਈ ਫਾਇਦੇ ਵੀ ਹੁੰਦੇ ਆ। ਜੇ ਕਿਸੇ ਜਿੱਦਾਂ ਇਹਨਾਂ ਨੇ ਕਿਹਾ ਸੈਲਫ ਡਿਫੈਂਸ ਲਈ ਵੀ ਜ਼ਰੂਰੀ ਹੁੰਦੇ, ਪਰ ਇਹਦੀ ਜਿਹੜੀ ਸਮੀਖਿਆ ਬਹੁਤ ਇੰਪਾਰਸ਼ਲ ਤਰੀਕੇ ਨਾਲ ਹੋਣੀ ਚਾਹੀਦੀ ਹੈ। ਜਿਹੜੇ ਸ਼ਰਾਰਤੀ ਅਨਸਰ ਉਹਨਾਂ ਦਾ ਬਿਲਕੁਲ ਲਾਇਸੈਂਸ ਕੈਂਸਲ ਹੋਣੀ ਚਾਹੀਦੀ ਹੈ। ਜਿਹੜੇ ਨਜਾਇਜ਼ ਹਥਿਆਰ ਵਾਲੀ ਗੱਲ ਹੈ, ਉਹ ਤਾਂ ਦੇਖੋ ਪੁਲਿਸ ਕਰਦੀ ਰਹਿੰਦੀ ਹੈ। ਜਦੋਂ ਕੋਈ ਨਜਾਇਜ਼ ਹਥਿਆਰ ਦੀ ਕੋਈ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਹੈ ਜਾਂ ਕੋਈ ਕ੍ਰਾਈਮ ਹੁੰਦਾ ਹੈ ਤੇ ਪੁਲਿਸ ਉਹਦੇ ਮਗਰ ਲੱਗਦੀ ਹੈ, ਹਮੇਸ਼ਾ ਹੀ ਲੱਗਦੀ ਹੈ। ਅੱਤਵਾਦ ਵੇਲੇ ਵੀ ਲੱਗਦੀ ਸੀ, ਹੁਣ ਵੀ ਲੱਗਦੀ ਹੈ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਨਜਾਇਜ਼ ਹਥਿਆਰ ਨਾਕੇ ਲਾ ਕੇ ਵੀ ਫੜਦੇ ਆਪਾਂ, ਚਲੋ ਬਹੁਤੀ ਇਨਫੋਰਮੇਸ਼ਨ ਤੇ ਨਜਾਇਜ਼ ਹਥਿਆਰ ਫੜੇ ਜਾਂਦੇ ਆ। ਤੇ ਜਿਹੜੇ ਨਜਾਇਜ਼ ਹਥਿਆਰ ਹੁੰਦੇ ਵੀ ਆਟੋਮੈਟਿਕ ਹੈ, ਬੜੇ ਸੋਫੀਸਟੀਕੇਟਡ ਵੈਪਨ ਹੁੰਦੇ ਆ। ਜਿਹੜੇ ਅਸਲਾ ਤਾਂ ਲਾਇਸੈਂਸ ਹੁੰਦਾ, ਰਿਵਾਲਵਰ, ਰਾਈਫਲ, ਕੋਈ ਐਡਾ ਵੱਡਾ ਅਸਲਾ ਨਹੀਂ ਹੈ। ਨਜਾਇਜ਼ ਹਥਿਆਰ ਤੇ ਹੁਣ ਅੱਜ ਕੱਲ੍ਹ ਤਾਂ ਤਕਨੀਕਸ ਇੰਨੀਆਂ ਆ ਗਈਆਂ ਵੀ ਜਿਹੜੇ ਉਹ ਨਜਾਇਜ਼ ਹਥਿਆਰ ਰੱਖਦੇ ਜਾਂ ਕ੍ਰਾਈਮ ਕਰਦੇ ਗੈਂਗਸਟਰ, ਉਹ ਟੈਕਨੀਕਸ ਪੁਲਿਸ ਨਾਲੋਂ ਅੱਗੇ ਹੁੰਦੇ ਆ ਤੇ ਸਾਡੇ ਕੋਲ ਟੈਕਨੀਕਸ ਪਿੱਛੇ ਹੁੰਦੀਆਂ। ਇਹ ਟੈਕਨੀਕਸ ਦੇ ਹਿਸਾਬ ਨਾਲ ਵੀ ਫੜੇ ਜਾਂਦੇ ਆ। ਬਾਕੀ ਇਹ ਨਹੀਂ ਗੱਲ ਹੈ ਵੀ ਤੁਸੀਂ ਨਜਾਇਜ਼ ਹਥਿਆਰਾਂ ਤੇ ਸਮੀਖਿਆ ਕਰ ਰਹੇ ਆ ਤੇ ਬਾਕੀ ਪੁਲਿਸ ਨਜਾਇਜ਼ ਹਥਿਆਰ ਫੜਦੀ ਨਹੀਂ। ਜੇ ਜਾਇਜ਼ ਹਥਿਆਰ ਤੇ ਤੁਸੀਂ ਸਮੀਖਿਆ ਕਰ ਰਹੇ ਆ ਤਾਂ ਮਤਲਬ ਇਹ ਨਹੀਂ ਹੈ ਵੀ ਪੁਲਿਸ ਇਕੱਲੀ ਇਹੀ ਕੰਮ ਕਰਦੀ ਹੈ। ਸਾਰਾ ਪੁਲਿਸ ਹਰ ਪਾਸੇ ਕੰਮ ਕਰਦੀ ਹੁੰਦੀ। ਕਦੀ ਇਹ ਨਹੀਂ ਹੁੰਦਾ ਵੀ ਪੁਲਿਸ ਇੱਕ ਪਾਸੇ ਲੱਗ ਗਈ ਤਾਂ ਬਾਕੀ ਸਾਰੇ ਜਿਹੜਾ ਮੈਦਾਨ ਖੁੱਲ੍ਹਾ ਛੱਡ ਦਿੱਤਾ। ਇਹ ਹਮੇਸ਼ਾ ਹੀ ਨਾਲੋਂ ਨਾਲ ਚੱਲਦਾ ਹੁੰਦਾ ਜੀ। ਮੈਂ ਇੱਕ ਹੋਰ ਚੀਜ਼ ਸਮਝਣੀ ਚਾਹੁੰਦਾ ਸਰ ਤੁਹਾਡੇ ਤੋਂ ਕਿ ਜਿਹੜੀ ਗਨ ਕਲਚਰ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਉਹਦੇ ਵਿੱਚ ਹਥਿਆਰਾਂ ਦੀ ਨੁਮਾਇਸ਼ ਦਾ ਬਹੁਤ ਜ਼ਿਕਰ ਹੋ ਰਿਹਾ ਹੈ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ। ਸ਼ਾਇਦ ਤੁਸੀਂ ਵੀ ਵੀਡੀਓਜ਼ ਦੇਖੀਆਂ ਹੋਣ। ਇੱਕ ਤਾਂ ਉਹ ਲੋਕ ਨੇ ਜੋ ਹਵਾਈ ਫਾਇਰ ਕਰਦੇ ਨੇ, ਵਿਆਹ ਸਮਾਗਮ ਹੁੰਦਾ ਜਾਂ ਕੋਈ ਖੁਸ਼ੀ ਦਾ ਮੌਕਾ ਹੁੰਦਾ, ਤੇ ਅੱਜ ਕੱਲ੍ਹ ਇੱਕ ਬੜਾ ਕਲਚਰ ਚੱਲਿਆ ਹੋਇਆ ਕਿ ਹੱਥ ਦੇ ਵਿੱਚ ਰਿਵਾਲਵਰ ਜਾਂ ਰਾਈਫਲ, ਚਾਹੇ ਉਹ ਪਰਿਵਾਰ ਦੇ ਕਿਸੇ ਮੈਂਬਰ ਦੀ ਹੋਵੇ, ਇੱਕ ਰੀਲ ਬਣਾ ਕੇ ਪੋਸਟ ਕਰ ਦਿੱਤੀ ਜਾਂਦੀ ਹੈ। ਇਹ ਹਥਿਆਰਾਂ ਦੀ ਨੁਮਾਇਸ਼ ਤੁਹਾਨੂੰ ਲੱਗਦਾ ਹੈ ਕਿ ਇਹ ਵੀ ਕੋਈ ਖਤਰੇ ਦੀ ਘੰਟੀ ਹੈ? ਬਿਲਕੁਲ ਖਤਰੇ ਦੀ ਘੰਟੀ ਹੈ। ਇਹਨਾਂ ਨਾਲ ਯੰਗਸਟਰ ਜਿਹੜੇ ਹਥਿਆਰਾਂ ਵੱਲ ਖਿੱਚੇ ਜਾਂਦੇ ਆ। ਜਦੋਂ ਤੁਸੀਂ ਕੋਈ ਵੀਡੀਓਜ਼ ਦੇਖਦੇ ਆ ਜਾਂ ਕੋਈ ਫਿਲਮਾਂ 'ਚ ਵੀ ਦੇਖਦੇ ਆ, ਗਾਣਿਆਂ 'ਚ ਦੇਖਦੇ ਆ, ਜਿਹੜੇ ਨੌਜਵਾਨ ਮੁੰਡੇ ਹੁੰਦੇ ਆ, ਜਿਹੜੇ ਟੀਨਏਜਰ ਬੱਚੇ ਆ, ਉਹ ਇਹਨਾਂ ਪਾਸੇ ਖਿੱਚੇ ਜਾਂਦੇ ਆ। ਉਹ ਵੱਡੇ ਹੋ ਕੇ ਉਹੀ ਕ੍ਰਾਈਮ ਕਰਦੇ ਆ। ਇਸ ਕਰਕੇ ਉਹ ਤਾਂ ਬਹੁਤ ਜ਼ਰੂਰੀ ਹੈ। ਜਿਹੜਾ ਤੁਸੀਂ ਆਪਾਂ ਨਿਵੇਸ਼ ਕਰਦੇ ਆ ਤਾਂ ਜੇ ਕੋਈ ਨਿਵੇਸ਼ ਕਰਦਾ ਉਹਦੇ ਜੇ ਸਖਤ ਐਕਸ਼ਨ ਕੀਤਾ ਜਾਵੇ ਤਾਂ ਉਹ ਆਪੇ ਹਟ ਜਾਂਦਾ ਹੈ। ਪਹਿਲਾਂ ਹੁਣ ਐਕਸ਼ਨ ਬੜਾ ਮਾਈਲਡ ਜਿਹਾ ਕਰਦੇ ਤੁਸੀਂ। ਮਾਈਲਡ ਐਕਸ਼ਨ ਨਹੀਂ ਹੋਣਾ ਚਾਹੀਦਾ।
ਸਰਕਾਰ ਨੂੰ ਹਦਾਇਤਾਂ ਕਰਨੀਆਂ ਚਾਹੀਦੀਆਂ ਵੀ ਜਿਹੜਾ ਕੋਈ ਇਹੋ ਜਿਹਾ ਕ੍ਰਾਈਮ ਕਰਦਾ ਹੈ, ਜਿਹੜਾ ਨਿਵੇਸ਼ ਕਰਦਾ ਜਾਂ ਹਥਿਆਰ ਆਪਣੇ ਮੈਰਿਜ ਪੈਲੇਸ ਚਲਾਉਂਦਾ ਹੈ, ਉਹਨਾਂ ਤੁਸੀਂ ਸਖਤੀ ਕਰੋਗੇ ਤੇ ਉਹਦਾ ਲਾਇਸੈਂਸ ਕੈਂਸਲ ਕਰੋ, ਉਹਦੇ ਉੱਤੇ ਕੇਸ ਰਜਿਸਟਰ ਕਰੋ ਤੇ ਉਹਨੂੰ ਫੜ ਕੇ ਅੰਦਰ ਦਿਓ। ਜੇ 2-4 ਕੀਤੇ ਜਾਣਗੇ ਆਪੇ ਲੋਕ ਹਟ ਜਾਣਗੇ। ਬਾਕੀ ਇਹ ਗੱਲਾਂ ਬਾਤਾਂ ਨਾਲ ਹਟਦੀਆਂ ਸਰ, ਮੈਂ ਇੱਕ ਹੋਰ ਚੀਜ਼ ਸਮਝਣੀ ਸਖਤੀ ਚਾਹੁੰਦਾ ਕਰਨੀ ਪੈਂਦੀ ਕਿਉਂਕਿ ਹੈ। ਬਹੁਤ ਸਾਰੇ ਲੋਕ ਤੁਹਾਨੂੰ ਇਸ ਸਮੇਂ ਸੁਣ ਰਹੇ ਨੇ, ਜਿਹੜੀ ਨੁਮਾਇਸ਼ ਦਾ ਜ਼ਿਕਰ ਹੈ ਕਿ ਜੇਕਰ ਕਿਸੇ ਦੇ ਕੋਲ ਲਾਇਸੈਂਸੀ ਹਥਿਆਰ ਹੈ, ਰਿਵਾਲਵਰ ਹੈ ਜਾਂ ਕੋਈ ਹੋਰ ਦੁਨਾਲੀ ਜਾਂ ਕੋਈ ਹੋਰ ਹਥਿਆਰ ਹੈ, ਜੇਕਰ ਉਹ ਉਸ ਦੇ ਨਾਲ ਫੋਟੋ ਸੋਸ਼ਲ ਮੀਡੀਆ ਦੇ ਉੱਤੇ ਪਾਉਂਦਾ ਹੈ ਤਾਂ ਕੀ ਇਹ ਨੁਮਾਇਸ਼ ਹੈ ਤੇ ਇਸ ਦੇ ਖਿਲਾਫ ਐਕਸ਼ਨ ਹੋ ਸਕਦਾ ਹੈ। ਲਾਇਸੈਂਸੀ ਹਥਿਆਰ ਕਿਸੇ ਦੇ ਕੋਲ ਹੋਵੇ, ਉਹ ਉਸ ਨੂੰ ਯੂਜ਼ ਨਹੀਂ ਕਰ ਰਿਹਾ, ਚਲਾ ਨਹੀਂ ਰਿਹਾ, ਬਸ ਉਸ ਦੇ ਕੋਲ ਨਜ਼ਰ ਆ ਰਿਹਾ ਹਥਿਆਰ ਫੋਟੋ ਦੇ ਵਿੱਚ। ਦੇਖੋ, ਜੇ ਤਾਂ ਉਹ ਜੈਂਟਲੀ ਕਿਤੇ ਫੋਟੋ ਖਿਚਾਉਂਦਾ, ਕਿਤੇ ਆਪਣੇ ਫੰਕਸ਼ਨ, ਘਰ ਦੇ ਫੰਕਸ਼ਨ ਕਰਾਂਦਾ, ਜੇ ਤੁਸੀਂ ਸ਼ਰੇਆਮ ਬਾਹਰ ਪਾ ਕੇ ਵੀਡੀਓ ਤੇ ਪਾਣੇ ਆ ਤਾਂ ਉਹ ਹੈ ਤਾਂ ਨਮਾਇਸ਼ ਹੀ, ਪਰ ਉਹ ਤੇ ਐਕਸ਼ਨ ਤਾਂ ਐਡਾ ਬੜਾ ਨਹੀਂ ਲਿਆ ਜਾ ਸਕਦਾ ਕਿਉਂਕਿ ਉਹ ਤਾਂ ਉਹਦਾ ਜਿਹੜਾ ਹਥਿਆਰ ਹੈ, ਜੇ ਤੁਸੀਂ ਲਾਇਸੈਂਸ ਦਿੰਦੇ ਆ ਤਾਂ ਉਸ ਨੂੰ ਨਾਲ ਚੱਕਣ ਦਾ ਵੀ ਨਾਲ ਆਜ਼ਾਦ ਦਿੰਦੇ ਨਾ ਆਪਾਂ। ਜੇ ਨਾਲ ਜਾ ਕੇ ਅਗਲਾ ਫੋਟੋ ਖਿਚਾਉਂਦਾ ਤੁਸੀਂ ਕੀ ਕਰ ਸਕਦੇ? ਉਹਦਾ ਕੁਝ ਨਹੀਂ ਕਰ ਸਕਦੇ, ਪਰ ਉਹਨੂੰ ਡਿਸਕਰੇਜ ਕਰਨਾ ਚਾਹੀਦਾ। ਲੋਕਾਂ 'ਚ ਪ੍ਰਚਾਰ ਕਰਨਾ ਚਾਹੀਦਾ ਵੀ ਇਹ ਕੰਮ ਨਾ ਕਰੋ। ਲੋਕ ਜਿਹੜੇ ਟੀਨਏਜਰ ਬੱਚੇ ਆ, ਜਿਹੜੇ ਯੰਗਸਟਰ ਹੈਗੇ ਆ, ਉਹਦੇ ਯਾਰ ਖਿੱਚੇ ਜਾਂਦੇ ਆ, ਉਹ ਵੀ ਚਾਹੁੰਦੇ ਸਾਡੇ ਕੋਲ ਹਥਿਆਰ ਹੋਵੇ ਕਿਉਂ ਪੰਜਾਬ 'ਚ ਹਥਿਆਰਾਂ ਦੇ ਲੋਕ ਪਿਆਰ ਵੀ ਕਰਦੇ ਆ। ਦੇਖੋ, ਪੰਜਾਬ ਦਾ ਕਲਚਰ ਇਹੋ ਜਿਹਾ ਆ ਤੇ ਲੋਕ ਹਥਿਆਰ ਲੈਣ 'ਚ ਸ਼ਾਨ ਵੀ ਸਮਝਦੇ। ਮੇਰੇ ਕੋਲ ਲਾਇਸੈਂਸੀ ਰਿਵਾਲਵਰ ਹੈ ਜਾਂ ਲਾਇਸੈਂਸੀ ਰਾਈਫਲ ਹੈ, ਭਾਵੇਂ ਉਹਨੂੰ ਜ਼ਰੂਰਤ ਵੀ ਨਹੀਂ ਹੈ। ਇਹ ਵੀ ਠੀਕ ਆ ਵੀ ਕਈ ਥਾਂ ਆਪਾਂ ਨੂੰ ਜ਼ਰੂਰਤ ਵੀ ਬਹੁਤ ਹੈ ਕਿ ਉਹ ਸੈਲਫ ਡਿਫੈਂਸ 'ਚ ਆਪਣੇ ਲੋਕ ਬਾਹਰ ਖੇਤਾਂ 'ਚ ਰਹਿੰਦੇ ਆ, ਬਾਹਰ ਫਾਰਮ ਹਾਊਸ ਰਹਿੰਦੇ ਆ, ਉੱਥੇ ਰਾਤ ਨੂੰ ਕਾਲੇ ਕੱਛਿਆਂ ਵਾਲਿਆਂ ਦਾ ਵੀ ਕ੍ਰਾਈਮ ਹੁੰਦਾ। ਉਹ ਜੇ ਕਿਸੇ ਕੋਲ ਉਹ ਇਸ ਕਰਕੇ ਵੀ ਲੋਕ ਰੱਖਦੇ ਆ। ਦੂਜਾ, ਜਿਹੜੇ ਹਥਿਆਰ ਤੁਹਾਡੇ ਕੋਲ ਲਾਇਸੈਂਸੀ ਹੈਗੇ ਆ, ਕਈ ਵਾਰੀ ਅਸੀਂ ਪਿੰਡਾਂ 'ਚ ਪਹਿਰੇ ਲਵਾਉਂਦੇ ਹੁੰਦੇ ਸੀਗੇ ਕਾਲੇ ਕੱਛਿਆਂ ਕਰਕੇ, ਤੇ ਉਹਦੇ ਨਾਲ ਅਸੀਂ ਲਾਇਸੈਂਸੀ ਬੰਦਿਆਂ ਨੂੰ ਨਾਲ ਲੈ ਲੈਂਦੇ ਸੀਗੇ ਵੀ 5-4 ਪੁਲਿਸ ਵਾਲੇ ਲਾ ਦਿਓ, 5-10 ਨਾਲ ਉਹ ਲਾ ਲਓ, ਪਿੰਡ ਵਾਲਾ ਬੰਦਾ, ਉਹਦਾ ਵੀ ਬੜਾ ਫਾਇਦਾ ਹੁੰਦਾ ਹੈ। ਕਈ ਵਾਰੀ ਲਾਇਸੈਂਸੀ ਹਥਿਆਰ ਦਾ ਫਾਇਦਾ ਵੀ ਹੁੰਦਾ। ਇਹ ਠੀਕ ਆ ਵੀ ਜੇ ਗਲਤ ਬੰਦੇ ਦੇ ਹੱਥ ਲਾਇਸੈਂਸੀ ਹਥਿਆਰ ਹੋਵੇ ਉਹ ਨਹੀਂ ਹੋਣਾ ਚਾਹੀਦਾ। ਠੀਕ ਹੈ, ਮੈਂ ਤਾਂ ਸਮਾਂ ਬਹੁਤ ਪੂਰਾ ਮੈਂ ਇੱਕ ਮਿੰਟ ਸਾਰਿਆਂ ਦਾ ਲਵਾਂਗਾ। ਖੜਿਆਲ ਸਾਹਿਬ ਕੁਝ ਕਹਿਣਾ ਵਿਚਾਰ ਰਹੇ ਨੇ। ਖੜਿਆਲ ਸਾਹਿਬ। ਗੌਰਵ ਜੀ, ਦੇਖੋ, ਇੱਥੇ ਕੰਸਰਨ ਇਹ ਹੈ ਕਿ ਸਰਕਾਰ ਦੀ ਜੋ ਪ੍ਰਾਈਮ ਡਿਊਟੀ ਹੈ, ਪੰਜਾਬ ਬੀਇੰਗ ਅ ਬਾਰਡਰ ਸਟੇਟ, ਬੀਇੰਗ ਅ ਸੈਂਸਿਟਿਵ ਸਟੇਟ, ਸਰਕਾਰ ਇੱਥੇ ਸੇਫ ਐਂਡ ਸਾਊਂਡ ਐਟਮੋਸਫੇਅਰ ਦੇਵੇ ਵੀ ਲਾਇਸੈਂਸਡ ਵੈਪਨ ਦੀ ਵੀ ਬੰਦੇ ਨੂੰ ਲੋੜ ਮਹਿਸੂਸ ਹੀ ਨਾ ਹੋਵੇ, ਬੰਦੇ ਅਪਲਾਈ ਹੀ ਨਾ ਕਰਨ। ਲੇਕਿਨ ਪ੍ਰੋਬਲਮ ਹੈ ਕਿ ਸੇਫ ਹੈ ਨਹੀਂ, ਹਾਲਾਤ ਮਾੜੇ ਹੈ, ਤਾਂ ਕਰਕੇ ਜ਼ਰੂਰਤ ਬੰਦਾ ਮਹਿਸੂਸ ਕਰਦਾ ਹੈ। ਹੁਣ ਕੱਲ ਨੂੰ ਜੇ ਰਿਵਿਊ ਦੇ ਵਿੱਚ ਕਿਸੇ ਬੰਦੇ ਦਾ ਵੈਪਨ, ਲਾਇਸੈਂਸਡ ਵੈਪਨ ਇਹਨਾਂ ਨੇ ਵਿਡਰਾਅ ਕਰ ਲਿਆ ਜਾਂ ਲਾਇਸੈਂਸ ਕੈਂਸਲ ਕਰਤਾ ਤੇ ਰੱਬ ਨਾ ਕਰੇ ਕੋਈ ਕੈਜੁਅਲਟੀ ਹੋ ਜੇ, ਉਹਦੇ ਪਰਿਵਾਰ ਦਾ ਨੁਕਸਾਨ ਹੋ ਜੇ, ਉਹ ਬੰਦੇ ਦਾ ਜਾਨੀ ਨੁਕਸਾਨ ਹੋ ਜੇ, ਤਾਂ ਕੀ ਸਰਕਾਰ ਜ਼ਿੰਮੇਵਾਰੀ ਲਊਗੀ? ਨੰਬਰ 3, ਗੌਰਵ ਜੀ, ਦੇਖੋ ਪਤਾ ਕੀ ਆ, ਲਾਇਸੈਂਸਡ ਵੈਪਨ ਵਾਲਾ ਰਿਵਿਊ ਕਰ ਰਹੇ ਆ, ਠੀਕ ਹੈ, ਲੇਕਿਨ ਇਹ ਤੋਂ ਵੱਡਾ ਇਸ਼ੂ ਜੋ ਹੈ ਨਜਾਇਜ਼ ਅਸਲੇ ਦਾ, ਇਹ ਤੋਂ ਵੱਡਾ ਇਸ਼ੂ ਜੋ ਹੈ ਰਾਈਜ਼ ਇਨ ਕ੍ਰਾਈਮ ਦਾ, ਉਹ ਅਨਟੱਚਡ ਹੈ, ਉਹਨੂੰ ਹੱਥ ਵੀ ਨਹੀਂ ਤੁਸੀਂ ਲਾ ਰਹੇ। ਨਹੀਂ, ਆਪਸ ਦੇ ਵਿੱਚ ਕਨੈਕਟਡ ਨਹੀਂ ਨਜ਼ਰ ਆਉਂਦੀਆਂ ਕਾਂਗਰਸ ਨੂੰ। ਛੋਟਾ ਕਮੈਂਟ ਰੱਖਿਓ ਸਰ, ਮੈਂ ਵਾਈਂਡ ਅਪ ਕਰਨਾ ਹੈ, ਪਰ ਉਸ ਤੋਂ ਪਹਿਲਾਂ ਖੜਿਆਲ ਸਾਹਿਬ, ਆਪਸ ਵਿੱਚ ਜੁੜੀਆਂ ਹੋਈਆਂ ਚੀਜ਼ਾਂ ਤੁਹਾਨੂੰ ਨਜ਼ਰ ਨਹੀਂ ਆਉਂਦੀਆਂ? ਹੁਣ ਰਿਵਿਊ ਦੇ ਵਿੱਚ ਜੇਕਰ ਕੋਈ ਲਾਇਸੈਂਸ ਵਾਲਾ ਹਥਿਆਰ ਰੱਖਣ ਦੇ ਵਿੱਚ ਯੋਗ ਨਹੀਂ ਪਾਇਆ ਜਾਂਦਾ, ਫਿਰ ਜੇ ਤੁਸੀਂ ਕਹਿ ਰਹੇ ਹੋ ਫਿਰ ਘਟਨਾ ਤਾਂ ਕਿਸੇ ਨਾਲ ਵੀ ਵਾਪਰ ਸਕਦੀ ਹੈ, ਸਭ ਨੂੰ ਹਥਿਆਰ ਵੰਡ ਦਿਓ ਫਿਰ ਤਾਂ। ਨਹੀਂ, ਇਹ ਨਹੀਂ ਕਹਿ ਰਹੇ ਹਥਿਆਰ ਵੰਡ ਦਿਓ, ਸਰਕਾਰ ਸੇਫ ਐਟਮੋਸਫੇਅਰ ਦਵੇ। ਤੇ ਦੂਜਾ ਗੌਰਵ ਜੀ, ਗੱਲ ਇਹ ਹੈ ਵੀ ਦੇਖੋ, ਜਿਹੜਾ ਰੀਅਲ ਕ੍ਰਾਈਮ ਹੈ ਨਾ, ਜ਼ਿਆਦਾਤਰ ਕ੍ਰਾਈਮ ਹੈ ਉਹ ਨਜਾਇਜ਼ ਅਸਲੇ ਨਾਲ ਹੋ ਰਿਹਾ। ਸਿੱਧੂ ਮੂਸੇਵਾਲਾ ਸਾਹਿਬ ਦੇ ਮਦਰ ਨੇ ਕੀ ਕਿਹਾ? ਉਹਨਾਂ ਦੇ ਮਦਰ ਨੇ ਕਿਹਾ ਵੀ ਸਾਨੂੰ ਸਰਕਾਰ ਦੇ ਵਿੱਚ ਭਰੋਸਾ ਨਹੀਂ ਰਿਹਾ, ਇਹ ਸਾਨੂੰ ਇਨਸਾਫ ਦਿਵਾ ਸਕਣਗੇ, ਇਹ ਤਾਂ ਏਡ ਕਰ ਰਹੇ ਨੇ ਜਿਹੜੇ ਮੁਲਜ਼ਮ ਨੇ। ਸੋ ਦੇਅਰਫੋਰ ਅਸੀਂ ਕੀ ਕਹਿੰਦੇ ਆ ਗੌਰਵ ਜੀ, ਵੀ ਦੇਖੋ ਪੰਜਾਬ ਪੁਲਿਸ ਬਹੁਤ ਵਧੀਆ ਹੈ, ਬਹੁਤ ਕੇਪੇਬਲ ਹੈ, ਲੇਕਿਨ ਜੋ ਉਹਨਾਂ ਨੂੰ ਡਾਇਰੈਕਸ਼ਨ ਦੇ ਰਹੇ ਹੈ ਜੋ ਸਰਕਾਰ ਹੈ, ਉਹ ਇਹਨੇ ਐਕਸਪੀਰੀਅੰਸ ਆਪਦੇ ਕਰਕੇ ਸਮਝ ਹੀ ਨਹੀਂ ਪਾ ਰਹੀ ਵੀ ਅਸੀਂ ਇਹਦਾ ਹੱਲ ਕਿਵੇਂ ਕੱਢੀਏ, ਤਾਂ ਕਰਕੇ ਇਹ ਜਿਹੀਆਂ ਗੱਲਾਂ ਕਰਦੇ ਆ। ਤੇ ਅੱਜ ਡੀਜੀਪੀ ਸਾਹਿਬ ਨੇ ਵੀ ਇਹੀ ਅੱਜ ਟਵੀਟ ਕੀਤਾ। ਡੀਜੀਪੀ ਸਾਹਿਬ ਨੇ ਟਵੀਟ ਕੀਤਾ ਵੀ ਕੋਈ ਹੇਟ ਸਪੀਚ ਦਊਗਾ ਤੇ ਉਹਦੇ ਅਸੀਂ ਐਕਸ਼ਨ ਕਰਾਂਗੇ। ਹੁਣ ਮੇਰੀ ਇੰਨੀ ਰਿਕੁਐਸਟ ਹੈ ਸਰਕਾਰ ਨੂੰ, ਸੰਘੇੜਾ ਸਾਹਿਬ ਪਾਸ ਔਨ ਕਰ ਦਿਓ ਸੀਐਮ ਸਾਹਿਬ ਨੂੰ ਜਦੋਂ ਗੁਜਰਾਤ ਤੋਂ ਆ ਗਏ, ਵੀ ਸਰ ਹੇਟ ਸਪੀਚ ਨੂੰ ਡਿਫਾਈਨ ਜ਼ਰੂਰ ਕਰ ਦਈਏ, ਇਹ ਸਾਡੀ ਰਿਕੁਐਸਟ ਹੈ, ਕਿਉਂਕਿ ਅਦਰਵਾਈਜ਼ ਇੰਪਲੀਮੈਂਟੇਸ਼ਨ ਮੈਂ ਕੰਪਲੀਟ ਕਰਨਾ ਹੈ ਸਰ। ਸੰਘੇੜਾ ਜੀ, ਛੋਟੀ ਸਟੇਟਮੈਂਟ ਦੇਖੋ, ਇੱਕ ਸਾਬਕਾ ਐਸਐਸਪੀ ਬੈਠੇ ਨੇ, ਉਹਨਾਂ ਨੇ ਵੀ ਕਿਹਾ ਸੀ ਕਿ ਬੜੀ ਫੇਅਰ ਹੋਣੀ ਚਾਹੀਦੀ ਹੈ, ਜੇਕਰ ਰਿਵਿਊ ਵੀ ਹੁੰਦਾ ਤਾਂ ਉੱਥੇ ਵੀ ਕੋਈ ਸਿਫਾਰਿਸ਼, ਕੋਈ ਫੋਨ ਇਸ ਤਰ੍ਹਾਂ ਹੋਇਆ ਤਾਂ ਦਿੱਕਤ ਹੋਏਗੀ। ਅਸੀਂ ਜਿਹੜਾ ਇਹਨਾਂ ਵਾਲਾ ਕਲਚਰ ਸੀਗਾ ਨਾ, ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਵਾਲਾ, ਜ਼ਿਲ੍ਹਾ ਜਥੇਦਾਰ ਵਾਲਾ, ਉਹ ਤਾਂ ਅਸੀਂ ਖਤਮ ਕਰਤਾ ਆ। ਉਹ ਕਲਚਰ ਹੈ ਨਹੀਂਗਾ ਹੁਣ। ਇਸ ਤਰ੍ਹਾਂ ਕੋਈ ਨਹੀਂ ਨਜਾਇਜ਼ ਦਬਾ ਕੇ ਕੋਈ ਗਲਤ ਕੰਮ ਕਿਸੇ ਪੁਲਿਸ ਆਫੀਸਰ ਤੋਂ ਕਰਵਾਉਂਦਾ। ਜੇ ਕੋਈ ਧਿਆਨ ਚ ਆ ਜਾਵੇ ਤਾਂ ਉਹਦੇ ਤੇ ਕਾਰਵਾਈ ਹੋਏਗੀ।
ਇਸ ਤਰ੍ਹਾਂ ਦਾ ਅਸੀਂ ਗੱਲ ਬਿਲਕੁਲ ਖਤਮ ਕਰਤੀ ਆ। ਖੜਿਆਲ ਸਾਹਿਬ ਫੇਰ ਉਹੀ ਗੱਲਾਂ ਫੇਰ ਰਿਪੀਟ ਕਰੀ ਜਾ ਰਹੇ ਆ ਕਿ ਇਹ ਕਹਿ ਰਹੇ ਸੀ ਕਾਰਵਾਈ ਨਹੀਂ ਹੋਈ। ਮੈਂ ਕਾਰਵਾਈ ਗਿਣਾਤੀ ਹੈ, ਜੈਪੁਰ ਦੀ ਐਗਜ਼ਾਮਪਲ ਵੀ ਦੇਤੀ ਹੈ, ਉਹਦੇ ਬਾਰੇ ਇੱਕ ਲਫ਼ਜ਼ ਨਹੀਂ ਬੋਲੇ। ਇਹ ਸਿਰਫ ਤੇ ਸਿਰਫ ਸਿਆਸਤ ਕਰ ਰਹੇ ਆ। ਥੋੜੀ ਦੇਰ ਪਹਿਲਾਂ ਸ਼ੁਰੂ ਚ ਇਹਨਾਂ ਨੇ ਕਿਹਾ ਹਿਮਾਚਲ ਤੇ ਗੁਜਰਾਤ ਤੋਂ ਜਦੋਂ ਵਾਪਸ ਆ ਗਏ, ਹਿਮਾਚਲ ਤਾਂ ਖਤਮ ਹੋ ਗਈ ਇਲੈਕਸ਼ਨਾਂ ਚ ਇਹਨਾਂ ਦੇ ਲੀਡਰ ਨਹੀਂ ਜਾਂਦੇ ਹੈਗੇ। ਇਹ ਸਿਰਫ ਜਿਹੜੀ ਹੈ ਨਾ ਸਰਕਾਰ ਦੀ ਨਿੰਦਿਆ ਕਰਨ ਲਈ ਨਿੰਦਿਆ ਕਰ ਰਹੇ ਆ, ਜਦ ਕਿ ਰੀਅਲ ਆਪੋਜੀਸ਼ਨ ਉਹ ਹੁੰਦੀ ਆ ਜਿਹੜੀ ਚੰਗੇ ਕੰਮਾਂ ਦੀ ਸ਼ਲਾਘਾ ਕਰੇ। ਜੇ ਕੋਈ ਨਹੀਂ ਚੰਗਾ ਕੰਮ ਜਿਹੜਾ ਨਹੀਂ ਹੋ ਰਿਹਾ ਉਹਦੇ ਬਾਰੇ ਸੁਝਾਅ ਦੇਵੇ, ਉਹਦੇ ਬਾਰੇ ਕ੍ਰਿਟਿਸਿਜ਼ਮ। ਠੀਕ ਹੈ, ਚਲੋ ਇੱਕ ਮੈਨੀ ਸਾਹਿਬ ਦਾ ਕਮੈਂਟ ਲੈ ਲਵਾਂ, ਉਸ ਦੇ ਉੱਤੇ ਵੀ ਰਿਐਕਟ ਕਰ ਦਿਓ। ਮੈਨੀ ਸਾਹਿਬ ਫਾਈਨਲ ਕਮੈਂਟ ਤੁਹਾਡਾ। ਗੌਰਵ ਜੀ, ਦੋ ਗੱਲਾਂ ਕਰਨੀਆਂ। ਇੱਕ ਤੇ ਜਿੰਨੇ ਇਹਨਾਂ ਦੀ ਟੈਨਿਓਰ ਦੇ ਵਿੱਚ 16 ਮਾਰਚ ਤੋਂ ਲੈ ਕੇ ਅੱਜ 22-23 ਨਵੰਬਰ ਤੱਕ ਜਿੰਨੇ ਵੀ ਮੇਨ ਜੁਰਮ ਹੋਏ ਆ ਉਹ ਸਾਰੇ ਨਜਾਇਜ਼ ਹਥਿਆਰਾਂ ਨਾਲ ਹੋਏ ਆ। ਉਹ ਨਜਾਇਜ਼ ਹਥਿਆਰਾਂ ਨੂੰ ਰੋਕਣ ਲਈ ਸਰਕਾਰ ਕੰਮ ਕਰੇ। ਜਿਹੜੀ ਇਹਨਾਂ ਦੀ ਕੀ ਪ੍ਰਾਈਮ ਡਿਊਟੀ ਆ, ਲੋਕਾਂ ਨੂੰ ਲਾਅ ਐਂਡ ਆਰਡਰ ਸਹੀ ਚਾਹੀਦਾ। ਜੇ ਲੋਕਾਂ ਨੇ ਇਨਕਲਾਬ ਲਿਆਉਣ ਦੀ ਕੋਸ਼ਿਸ਼ ਕੀਤੀ ਆ, ਤੁਹਾਨੂੰ ਜਿਹੜੇ ਝੂਠੇ ਇਨਕਲਾਬੀ ਤੁਸੀਂ ਲੋਕਾਂ ਨੂੰ ਵਾਅਦੇ ਦਿੱਤੇ, ਲੋਕ ਤੁਹਾਡੇ ਤੋਂ ਇਸੇ ਲਈ ਦੁਖੀ ਹੋ ਗਏ ਇੰਨੀ ਛੇਤੀ ਕਿ ਤੁਸੀਂ ਆਪਣੇ ਵਾਅਦੇ ਦੇ ਉਤਰ ਸਕੇ। ਦੂਜੀ ਗੱਲ, ਤੁਸੀਂ ਰਿਵਿਊ ਕਰਨ ਦੀ ਗੱਲ ਕੀਤੀ, ਇਹ ਹੱਥ ਜੋੜ ਕੇ ਮੈਂ ਤੁਹਾਡੇ ਚੈਨਲ ਰਾਹੀਂ ਬੇਨਤੀ ਕਰਦਾ ਕਿ ਜਿਹੜੇ ਰਿਵਿਊ ਕਰਨ ਤੋਂ ਬਾਅਦ ਜਿਹੜੀਆਂ ਤੁਸੀਂ ਉਹ ਰਿਪੋਰਟਾਂ ਫਿਰ ਅਖਬਾਰਾਂ 'ਚ ਛਾਇਆ ਨਾ ਕਰ ਦਿਓ ਕਿ ਇਹਦੇ ਵਾਪਸ ਲੈ ਲਿਆ, ਇਹਦਾ ਲਾਇਸੈਂਸ ਵਾਪਸ ਲੈ ਲਿਆ। ਲੋਕਾਂ ਨੂੰ ਉਹ ਅੱਗ ਭੁੱਖੇ ਸ਼ੇਰਾਂ ਦੇ ਅੱਗੇ ਨਾ ਪਾ ਦਿਓ, ਲੋਕਾਂ ਨੂੰ ਅੱਗ ਦੀ ਨਾ ਸੁੱਟ ਦਿਓ ਕਿ ਇਹਨਾਂ ਦੇ ਹਥਿਆਰ ਜਿਹੜੇ ਵਾਪਸ ਲੈ ਲਏ ਆ ਤੇ ਹੁਣ ਹੱਥੇ ਆ ਤੇ ਤੁਸੀਂ ਇਹਨਾਂ ਦੇ ਵਾਰ ਕਰ ਸਕਦੇ ਹੋ। ਇਸ ਗੱਲ ਦਾ ਜ਼ਰੂਰ ਧਿਆਨ ਰੱਖੀ ਸਰਕਾਰ। ਠੀਕ ਹੈ ਸੰਘੇੜਾ ਸਾਹਿਬ, ਫਾਈਨਲ ਕਮੈਂਟ ਤੁਹਾਡਾ। ਸਾਰੀ ਇਲਜ਼ਾਮਬਾਜ਼ੀ ਸਭ ਦੇ ਵਿਚਾਲੇ ਇਸ ਸਮੇਂ ਜ਼ਿਕਰ ਇਹੀ ਹੈ ਕਿ ਦੋ ਚੀਜ਼ਾਂ ਨੇ, ਇੱਕ ਤਾਂ ਪੰਜਾਬ 'ਚ ਅਮਨ ਸ਼ਾਂਤੀ ਬਰਕਰਾਰ ਰਹੇ, ਪਰ ਜੇ ਗਨ ਕਲਚਰ ਦਾ ਜ਼ਿਕਰ ਹੋ ਰਿਹਾ ਤਾਂ ਘੱਟੋ ਘੱਟ ਤੁਹਾਨੂੰ ਇਹ ਤੈਅ ਕਰਨਾ ਜਾਂ ਫਿਰ ਲੋਕਾਂ ਨੂੰ ਯਕੀਨ ਦਿਵਾਉਣਾ ਹੋਏਗਾ ਕਿ ਤੁਹਾਨੂੰ ਹਥਿਆਰ ਦੀ ਲੋੜ ਨਹੀਂ ਹੈ। ਜੇ ਲੋਕਾਂ ਨੂੰ ਲੱਗੇਗਾ ਹਥਿਆਰ ਦੀ ਲੋੜ ਹੈ ਤਾਂ ਬਾਰ-ਬਾਰ ਲਾਇਸੈਂਸ ਲੈਣ ਦੇ ਲਈ ਪਹੁੰਚਣਗੇ ਤੁਹਾਡੇ ਕੋਲ। ਗੌਰਵ ਜੀ, ਕਿਸੇ ਨੇ ਲਾਇਸੈਂਸ ਨਹੀਂ ਕੀਤਾ, ਸਿਰਫ 3 ਮਹੀਨੇ ਲਈ ਜਿਹੜੀ ਆ ਦੇਖੋ ਹੁਣ ਵਾਰੀ ਮੇਰੀ ਹੈ। ਕਿਉਂ ਟਾਈਮ ਵੇਸਟ ਕਰ ਰਹੇ ਹੋ? ਮੈਂ ਉਹੀ ਕਹਿ ਰਿਹਾ, ਵਾਈਂਡ ਅਪ ਕਿਉਂ ਨਜਾਇਜ਼ ਹਥਿਆਰ ਵਾਲਾ ਬੜੀ ਸੇਮ ਗੱਲ ਕਹਿ ਚੁੱਕੇ ਹੋ, ਹੁਣ ਟਾਈਮ ਵੇਸਟ ਕਰਨ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ? ਨਜਾਇਜ਼ ਹਥਿਆਰ ਵਾਲਾ ਕਹਿ ਰਹੇ ਕਿ ਇਸ਼ੂ ਵੱਡਾ ਹੈ, ਕੰਪਲੀਟ ਕਰ ਲੈਣ ਦੋ। ਨਹੀਂ, ਨਜਾਇਜ਼ ਹਥਿਆਰ ਵਾਲਾ ਇਸ਼ੂ ਵੱਡਾ ਆ, ਬਿਲਕੁਲ ਵੱਡਾ ਆ। ਤੁਹਾਡੇ ਬਾਰ-ਬਾਰ ਦੱਸਣ ਨਾਲ ਥੋੜੀ ਆ। ਮੈਂ ਕਿੰਨੀ ਵਾਰੀ ਕਹਿ ਚੁੱਕਾ ਕਿ ਬਹੁਤ ਵੱਡਾ ਇਸ਼ੂ ਆ ਔਰ ਉਹਦੇ ਤੇ ਕਾਰਵਾਈ ਵੀ ਹੋ ਰਹੀ ਹੈ, ਚਿੱਟੇ ਦਿਨ ਕਾਰਵਾਈ ਹੋ ਰਹੀ ਹੈ। ਸਾਰੇ ਚੈਨਲਸ ਕਵਰ ਕਰ ਰਹੇ ਆ, ਉਹਨਾਂ ਨੂੰ ਪੁਲਿਸ ਸਕਸੈਸਫੁਲੀ ਕਾਰਵਾਈ ਕਰ ਰਹੀ ਆ। ਫੇਰ ਤੁਸੀਂ ਜੇ ਕਿਸੇ ਦਾ ਹਥਿਆਰ ਲੈ ਲਿਆ, ਜੇ ਕਿਸੇ ਦਾ ਇਦਾਂ ਹੋ ਗਿਆ, ਫਿਰ ਅਫਵਾਹ ਫੈਲਾ ਰਹੇ ਹੋ। ਤੁਸੀਂ ਸਹਿਯੋਗ ਕਰੋ ਸਰਕਾਰ ਨਾਲ ਜੇ ਕਰਨਾ ਹੈ ਤਾਂ, ਜੇ ਨਹੀਂ ਕਰਨਾ ਕੋਈ ਗੱਲ ਨਹੀਂ। ਤੁਸੀਂ ਸਾਡੇ ਵੇਲੇ ਦਾ ਗੰਦ ਪਿਆ ਸੀ, ਹੂੰਝ ਰਹੇ ਹਾਂ, ਲੋਕਾਂ ਨੂੰ ਯਕੀਨ ਆ ਰਿਹਾ ਹੈ। ਇਹ ਲੋਕਾਂ ਨੂੰ ਥੋੜੀ ਰਿਪਰੈਜ਼ੈਂਟ ਕਰਦੇ ਆ, ਲੋਕਾਂ ਨੇ ਤਾਂ ਹੀ ਸਿਰਫ ਸਿਆਸਤ ਕਰਦੇ ਆ, ਅਫਵਾਹਾਂ ਫੈਲਾਉਂਦੇ ਆ। ਇਹਨਾਂ ਦੇ ਜਿਹੜੇ ਆਗੂ ਆਪਣੇ ਮੈਨੂੰ ਵਾਈਂਡ ਅਪ ਕਰਨਾ ਹੋਏਗਾ। ਮਾਫੀ ਚਾਹੁੰਦਾ, ਵਿਚਾਲੇ ਰੋਕ ਰਹੇ ਔਰ ਖੜਿਆਲ ਜੀ ਠੀਕ ਹੈ, ਮਾਫੀ ਚਾਹ ਰਹੇ ਹਾਂ ਸਰ, ਵਿਚਾਲੇ ਰੋਕ ਰਹੇ ਹਾਂ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ। ਅੱਜ ਦੀ ਇਸ ਚਰਚਾ ਦੇ ਵਿੱਚ ਖੈਰ ਇੱਕ ਵੱਡੀ ਸਮੱਸਿਆ ਤਾਂ ਜ਼ਰੂਰ ਹੈਗੀ ਹੈ ਔਰ ਖਾਸ ਤੌਰ ਤੇ ਜਦੋਂ ਅਮਰੀਕਾ ਦੇ ਨਾਲ ਆਪਾਂ ਕੰਪੇਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉੱਥੇ ਵੀ ਨਜ਼ਰ ਆਉਂਦਾ ਹੈ। ਪਰ ਦੂਜੇ ਪਾਸੇ ਜੇਕਰ ਬਿਲਕੁਲ ਅਸੀਂ ਸੁਰੱਖਿਅਤ ਮਹਿਸੂਸ ਕਰੀਏ ਆਪਣੇ ਗੁਆਂਢੀਆਂ ਤੋਂ, ਆਪਣੇ ਸਮਾਜ ਦੇ ਵਿੱਚ ਹਰ ਕਿਸੇ ਪਾਸੇ ਤੋਂ, ਤੇ ਸ਼ਾਇਦ ਫਿਰ ਹਥਿਆਰ ਦੀ ਦਿਲ ਦੇ ਵਿੱਚ ਗੱਲ ਵੀ ਨਾ ਆਵੇ। ਤੇ ਦੂਜਾ ਪੁਆਇੰਟ ਇਹ ਹੈ ਕਿ ਇੱਕ ਹਥਿਆਰ ਉਹ ਨੇ ਜੋ ਰੱਖ ਰਹੇ ਨੇ ਜਾਂ ਫਿਰ ਲਾਇਸੈਂਸ ਲੈ ਰਹੇ ਨੇ ਜਿਨ੍ਹਾਂ ਨੂੰ ਕੋਈ ਖਤਰਾ ਨਜ਼ਰ ਆਉਂਦਾ ਹੈ, ਤੇ ਇੱਕ ਅਜਿਹੇ ਲੋਕ ਵੀ ਨੇ ਜਿਨ੍ਹਾਂ ਨੂੰ ਸ਼ੌਂਕ ਹੈ ਜਾਂ ਫਿਰ ਜਿਨ੍ਹਾਂ ਨੇ ਇੱਕ ਤਰੀਕੇ ਨਾਲ ਦਿਖਾਵੇ ਦੇ ਲਈ ਇਹ ਹਥਿਆਰ ਰੱਖਣੇ ਹੁੰਦੇ ਨੇ। ਤੇ ਇਹ ਵੀ ਰਿਵਿਊ ਹੋਣਾ ਚਾਹੀਦਾ ਹੈ ਕਿ ਕਿਸ ਨੂੰ ਜ਼ਰੂਰਤ ਹੈ ਤੇ ਕਿਸ ਨੂੰ ਸਿਰਫ ਸੋਸ਼ਲ ਮੀਡੀਆ ਵਾਸਤੇ ਜ਼ਰੂਰਤ ਹੈ ਹਥਿਆਰਾਂ ਦੀ। ਉਮੀਦ ਕਰਦੇ ਹਾਂ ਔਰ ਇਨਫੈਕਟ ਅਪੀਲ ਵੀ ਕਰਦੇ ਹਾਂ ਕਿ ਖਾਸ ਤੌਰ ਤੇ ਤੁਸੀਂ ਆਪਣੇ ਬੱਚਿਆਂ ਦਾ ਧਿਆਨ ਜ਼ਰੂਰ ਰੱਖੋ। ਇਹ ਜਿਹੜੇ ਟੀਨੇਜਰਸ ਨੇ 18, 20, 22 ਸਾਲ ਵਾਲੇ, 16, 17 ਸਾਲ ਵਾਲੇ, ਕਿ ਤੁਹਾਡੇ ਹਥਿਆਰ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਕੋਈ ਪੋਸਟ ਤਾਂ ਨਹੀਂ ਪਾ ਰਹੇ, ਕਿਸੇ ਆਂਢੀ ਗੁਆਂਢੀ ਦਾ ਮੰਗ ਕੇ ਹਥਿਆਰ ਕੋਈ ਫੋਟੋ ਸੋਸ਼ਲ ਮੀਡੀਆ ਤੇ ਤਾਂ ਨਹੀਂ ਪਾ ਰਹੇ। ਉਹ ਹਥਿਆਰ ਵਾਲੇ ਦੇ ਲਈ ਵੀ, ਤੁਹਾਡੇ ਬੱਚੇ ਲਈ ਵੀ, ਤੁਹਾਡੇ ਲਈ ਵੀ ਉਹ ਦਿੱਕਤ ਹੋ ਸਕਦੀ ਹੈ। ਪਰ ਉਮੀਦ ਕਰਦੇ ਹਾਂ ਕਿ ਪੰਜਾਬ 'ਚ ਅਮਨ ਸ਼ਾਂਤੀ ਹੋਈ ਨਹੀਂ ਹੋਵੇ ਕਿ ਹਥਿਆਰਾਂ ਦੀ ਗੱਲ ਹੀ ਨਾ ਹੋਵੇ। ਪ੍ਰਾਈਮ ਟਾਈਮ 'ਚ ਅੱਜ ਲਈ ਨਹੀਂ।